BA ਸਮੈਸਟਰ 3 ਪੰਜਾਬੀ ਇਲੈਕਟਿਵ ਕਵਿਤਾਵਾਂ ਦੇ ਵਿਸ਼ਾ ਵਸਤੂ ਜਾਂ ਸਾਰ। ਪਹਿਲਾ, ਦੁਰਗਾ ਦਾਨੋ ਡਹੇ ਰਨ। ਦੁਰਗਾ ਦਾਨੋ ਡਹੇ ਰਨ ਕਵਿਤਾ ਗੁਰੂ ਗੋਬਿੰਦ ਸਾਹਿਬ ਜੀ ਦੀ ਪ੍ਰਸਿੱਧ ਰਚਨਾ ਚੰਡੀ ਦੀ ਵਾਰ ਦਾ ਇੱਕ ਅੰਸ਼ ਹੈ। ਇਸ ਦਾ ਵਿਸ਼ਾ ਵਸਤੂ ਮਿਥਿਹਾਸਕ ਹੈ, ਜਿਸ ਵਿੱਚ ਦੁਰਗਾ ਦੇਵੀ ਤੇ ਰਾਖਸ਼ਾਂ ਦੀ ਲੜਾਈ ਦਾ ਵਰਣਨ ਹੈ। ਰਾਖਸ਼ਾਂ ਦਾ ਸਰਦਾਰ ਮਹਿਖਾਸੁਰ ਮਾਰਿਆ ਜਾਂਦਾ ਹੈ। ਦੁਰਗਾ ਦੇਵੀ ਇੰਦਰ ਨੂੰ ਰਾਜ ਦੇ ਕੇ ਅਲੋਪ ਹੋ ਜਾਂਦੀ ਹੈ, ਪਰੰਤੂ ਮਗਰੋਂ ਸੁੰਭ ਤੇ ਨਿਸੁੰਭ ਹੰਕਾਰੀ ਰਾਖਸ਼ ਸਰਦਾਰ ਪੈਦਾ ਹੁੰਦੇ ਹਨ, ਜੋ ਇੰਦਰ ਦੀ ਰਾਜਧਾਨੀ ਨੂੰ ਜਿੱਤਣ ਦੀਆਂ ਗੋਦਾਂ ਗੁੰਦਣ ਲੱਗ ਪੈਂਦੇ ਹਨ। ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਲੜਾਈ ਦੇ ਮੈਦਾਨ ਵਿੱਚ ਜੰਗ ਦਾ ਘੰਟਾ ਵੱਜਿਆ ਅਤੇ ਨਗਾਰੇ ਜੰਗੀ ਨਾਲ ਵੱਜਣ ਲੱਗੇ। ਨੇਜੇ, ਝੰਡੀਆਂ ਅਤੇ ਝੰਡੇ ਮੈਦਾਨਾਂ ਵਿੱਚ ਚਮਕਾ ਮਾਰ ਰਹੇ ਸਨ। ਢੋਲ ਤੇ ਨਗਾਰੇ ਵੱਜਣ ਦੀ ਗੂੰਜ ਨਾਲ ਜੱਟਾਂ ਵਾਲੇ ਰਾਖਸ਼ ਮਸਤੀ ਵਿੱਚ ਆਏ ਹੋਏ ਸਨ। ਦੁਰਗਾ ਤੇ ਰਾਖਸ਼ ਲੜਾਈ ਦੇ ਮੈਦਾਨ ਵਿੱਚ ਡਟ ਗਏ। ਭਿਆਨਕ ਨਾਦ ਵੱਜ ਰਹੇ ਸਨ। ਬਹਾਦਰ ਬਰਛੀਆਂ ਨਾਲ ਪਰੋਏ ਜਾ ਰਹੇ ਸਨ ਅਤੇ ਤਲਵਾਰਾਂ ਨਾਲ ਵੱਢੇ ਜਾ ਰਹੇ ਸਨ। ਗੁਰਜ, ਤ੍ਰਿਸ਼ੂਲ, ਬਰਛੇ ਅਤੇ ਤੀਰ ਕਾਲੀ ਕਾਲੀ ਚੱਲ ਰਹੇ ਸਨ। ਰੋਹ ਭਰੇ ਰਾਖਸ਼ਾਂ ਨੇ ਦੁਰਗਾ ਦੇਵੀ ਨੂੰ ਚੌਹਾਂ ਪਾਸਿਆਂ ਤੋਂ ਘੇਰ ਕੇ ਹਮਲਾ ਬੋਲ ਦਿੱਤਾ, ਪਰ ਰੋਹ ਭਰੀ ਦੇਵੀ ਨੇ ਬਹੁਤ ਸਾਰੇ ਰਾਖਸ਼ਾਂ ਨੂੰ ਮਾਰ ਮਾਰ ਕੇ ਵੱਡੇ ਵੱਡੇ ਢੇਰ ਲਾ ਦਿੱਤੇ। ਇਸ ਹਮਲੇ ਵਿੱਚ ਦੁਰਗਾ ਦੇਵੀ ਨੇ ਰਾਖਸ਼ਖਾਨੀ ਤਲਵਾਰ ਮਹਿਖਾਸੁਰ ਦੇ ਢਿੱਡ ਵਿੱਚ ਮਾਰੀ, ਜਿਸ ਨੇ ਉਸਦੇ ਗੁਰਦਿਆਂ, ਆਂਦਰਾਂ ਤੇ ਪਸਲੀਆਂ ਨੂੰ ਵੱਢ ਦਿੱਤਾ। ਤਲਵਾਰ ਦੇ ਇਸ ਭਿਆਨਕ ਵਾਰ ਨੇ ਮਹਿਖਾਸੁਰ ਨੂੰ ਆਉਣ ਵਾਲੀ ਬਦਸ਼ਗਨੀ ਦਾ ਮੂੰਹ ਵਿਖਾ ਦਿੱਤਾ। ਜੰਗ ਦੇ ਮੈਦਾਨ ਵਿੱਚ ਜ਼ਖਮੀਆਂ ਦੇ ਸਰੀਰਾਂ ਵਿੱਚੋਂ ਗੇਰੂ ਰੰਗਾ ਲਹੂ ਤੇਜ਼ੀ ਨਾਲ ਵਹਿ ਰਿਹਾ ਸੀ। ਰਾਖਸ਼ਾਂ ਦੀਆਂ ਪਤਨੀਆਂ ਮਹਿਲਾਂ ਵਿੱਚ ਬੈਠ ਕੇ ਲੜਾਈ ਦਾ ਰੁੱਖ ਵੇਖ ਰਹੀਆਂ ਸਨ। ਦੁਰਗਾ ਦੇਵੀ ਦੀ ਸ਼ੇਰ ਦੀ ਸਵਾਰੀ ਨੇ ਰਾਖਸ਼ਾਂ ਵਿੱਚ ਧੂਮਾਂ ਪਾ ਦਿੱਤੀਆਂ ਸਨ, ਪਰ ਰਾਖਸ਼ ਜੰਗ ਦੇ ਮੈਦਾਨ ਵਿੱਚ ਡਟੇ ਹੋਏ ਸਨ ਤੇ ਦੁਰਗਾ ਦੇਵੀ ਦਾ ਬਹਾਦਰੀ ਨਾਲ ਟਾਕਰਾ ਕਰ ਰਹੇ ਸਨ। ਰਾਖਸ਼ ਸ਼ੇਰਾਂ ਵਾਂਗ ਗੱਜ ਰਹੇ ਸਨ ਤੇ ਵੱਧ-ਵੱਧ ਕੇ ਦੁਰਗਾ ਉੱਤੇ ਹਮਲੇ ਕਰ ਰਹੇ ਸਨ। ਉਹਨਾਂ ਦੇ ਲੰਮੇ ਵਾਲਾਂ ਵਾਲੇ ਸਰੀਰ ਮਿੱਟੀ ਨਾਲ ਲਿਬੜੇ ਤੇ ਧੂੜ ਨਾਲ ਭਰੇ ਹੋਏ ਸਨ। ਉਹਨਾਂ ਦੀਆਂ ਨਾਸਾਂ ਉਖਲੀਆਂ ਵਰਗੀਆਂ ਸਨ ਤੇ ਮੂੰਹ ਆਲਿਆਂ ਵਰਗੇ ਖੁੱਲ੍ਹੇ ਸਨ। ਉਹਨਾਂ ਨੂੰ ਰੋਕਣ ਲਈ ਇੰਦਰ ਵਰਗੇ ਲੜ ਲੜ ਕੇ ਥੱਕ ਗਏ, ਪਰ ਉਹ ਪਿੱਛੇ ਨਾ ਹਟੇ। ਰਾਖਸ਼ਾਂ ਦਾ ਸਰਦਾਰ ਮਹਿਖਾਸੁਰ ਮੈਦਾਨੇ ਜੰਗ ਵਿੱਚ ਫਿਰ ਬੱਦਲ ਵਾਂਗ ਗੱਜਿਆ ਅਤੇ ਬੜੇ ਹੰਕਾਰ ਨਾਲ ਕਹਿਣ ਲੱਗਾ ਕਿ ਉਸ ਕੋਲੋਂ ਤਾਂ ਇੰਦਰ ਵਰਗਾ ਯੋਧਾ ਹਾਰ ਖਾ ਕੇ ਭੱਜ ਗਿਆ, ਤੇ ਇਹ ਵਿਚਾਰੀ ਦੁਰਗਾ ਕੌਣ ਹੈ ਜਿਸ ਨੇ ਯੁੱਧ ਛੇੜਿਆ ਹੈ? ਉਹ ਉਸਨੂੰ ਕਰਾਰੀ ਹਾਰ ਦੇਵੇਗਾ। ਮਹਿਖਾਸੁਰ ਆਪਣੇ ਨਾਲ ਵੱਡੇ ਵੱਡੇ ਹਜ਼ਾਰਾਂ ਸੂਰਮਿਆਂ ਨੂੰ ਲੈ ਕੇ ਅੱਗੇ ਵਧਿਆ। ਉਸਨੇ ਮਿਆਨ ਵਿੱਚੋਂ ਭਾਰੀ ਤਲਵਾਰ ਕੱਢ ਕੇ ਭਿਆਨਕ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਸਮੇਂ ਜ਼ਬਰਦਸਤ ਮਾਰ ਵੱਢ ਸ਼ੁਰੂ ਹੋ ਗਈ। ਦੇਵਤਿਆਂ ਦੇ ਹੱਥੋਂ ਮਰੇ ਰਾਖਸ਼ਾਂ ਦੇ ਲਹੂ ਦੀਆਂ ਨਦੀਆਂ ਵਹਿਣ ਲੱਗੀਆਂ। ਦੁਰਗਾ ਨੇ ਆਪਣੇ ਮਿਆਨ ਵਿੱਚੋਂ ਤਲਵਾਰ ਧੂ ਲਈ ਤੇ ਮਹਿਖਾਸੁਰ ਦੈਂਤ ਦੇ ਸਿਰ ਵਿੱਚ ਮਾਰੀ, ਜਿਸ ਨਾਲ ਉਸਦੀ ਖੋਪੜੀ ਚਕਨਾਚੂਰ ਹੋ ਗਈ। ਲਹੂ ਨਾਲ ਚੌਂਦੀ ਤਲਵਾਰ ਨੇ ਉਸਦੇ ਪਿੰਜਰ ਨੂੰ ਵੱਢ ਦਿੱਤਾ ਤੇ ਫਿਰ ਉਹ ਘੋੜੇ ਦੀ ਕਾਠੀ, ਪਲਾਨ ਤੇ ਘੋੜੇ ਦੇ ਸਰੀਰ ਨੂੰ ਚੀਰਦੀ ਹੋਈ ਧਰਤੀ ਵਿੱਚ ਜਾ ਧੱਕੀ ਅਤੇ ਅੱਗੇ ਉਸ ਬਲਦ ਦੇ ਸਿੰਗਾਂ ਤੇ ਵੱਜੀ, ਜਿਸ ਨੇ ਧਰਤੀ ਨੂੰ ਚੁੱਕਿਆ ਹੋਇਆ ਹੈ। ਬਲਦ ਦੇ ਸਿੰਗਾਂ ਨੂੰ ਚੀਰਦੀ ਹੋਈ ਤਲਵਾਰ ਪਤਾਲ ਵਿਚਲੇ ਕੱਛੂ ਕਾਮੇ ਦੇ ਸਿਰ ਉੱਤੇ ਜਾ ਲਿਸ਼ਕੀ। ਇਸ ਤਲਵਾਰ ਨੇ ਮੈਦਾਨੇ ਜੰਗ ਵਿੱਚ ਲਹੂ ਤੇ ਮਿੱਝ ਦੀ ਕਹਾਣੀ ਕਰ ਦਿੱਤੀ। ਇਸ ਤਲਵਾਰ ਦੀ ਕਹਾਣੀ ਚਾਰੇ ਯੁੱਗ ਚੱਲਦੀ ਰਹੇਗੀ। ਇਸ ਤਲਵਾਰ ਨੇ ਮਹਿਖਾਸੁਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰਾਣੀ ਦੁਰਗਾ ਨੇ ਆਪਣਾ ਸ਼ੇਰ 14 ਲੋਕਾਂ ਵਿੱਚ ਨਚਾਇਆ। ਵੱਡੇ ਵੱਡੇ ਜੱਟਾਂ ਵਾਲੇ ਬਹਾਦਰ ਮਾਰੇ ਗਏ। ਮਹਿਖਾਸੁਰ ਨੂੰ ਮਾਰ ਕੇ ਦੁਰਗਾ ਦੇਵੀ ਦੇਵਤਿਆਂ ਨੂੰ ਰਾਜ ਦੇ ਕੇ ਅਲੋਪ ਹੋ ਗਈ। ਸ਼ਿਵ ਜੀ ਤੋਂ ਵਰ ਪ੍ਰਾਪਤ ਕੀਤਾ ਹੋਣ ਕਰਕੇ ਦੁਰਗਾ ਦੇਵੀ ਦੀ ਜਿੱਤ ਹੋਈ। ਫਿਰ ਦੈਂਤਾਂ ਵਿੱਚ ਸੁੰਭ ਤੇ ਨਿਸੁੰਭ ਸੂਰਮੇ ਪੈਦਾ ਹੋ ਗਏ। ਉਹ ਇੰਦਰ ਦੀ ਰਾਜਧਾਨੀ ਜਿੱਤਣ ਲਈ ਗੋਦਾਂ ਗੁੰਦਣ ਲੱਗੇ। ਦੂਸਰੀ, ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ। ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਮਹਾਨ ਵੀਰ ਰਸੀ ਰਚਨਾ ਹੈ। ਇਸ ਦੀ ਕਹਾਣੀ ਮਾਰਕੰਡੇ ਪੁਰਾਣ ਵਿੱਚੋਂ ਲਈ ਗਈ ਹੈ।
ਤੇ ਇਸ ਵਿੱਚ ਦੁਰਗਾ ਦੇਵੀ ਤੇ ਰਾਖਸ਼ਾਂ ਦੇ ਮਿਥਿਹਾਸਕ ਯੁੱਧ ਦਾ ਵਰਣਨ ਹੈ। ਵਾਰ ਦਾ ਆਰੰਭ ਮੰਗਲਾਚਰਨ ਨਾਲ ਹੁੰਦਾ ਹੈ, ਜੋ ਕਿ ਸਿੱਖਾਂ ਦੀ ਅਰਦਾਸ ਦਾ ਮੁੱਖ ਹਿੱਸਾ ਬਣ ਚੁੱਕਾ ਹੈ, ਜਿਸ ਵਿੱਚ ਪਰਮ ਸ਼ਕਤੀ ਅਕਾਲ ਪੁਰਖ ਤੇ ਗੁਰੂ ਜੀ ਤੋਂ ਪਹਿਲਾਂ ਹੋਏ 9 ਗੁਰੂ ਸਾਹਿਬਾਂ ਦੀ ਆਰਾਧਨਾ ਕੀਤੀ ਗਈ ਹੈ। ਫਿਰ ਪਰਮਾਤਮਾ ਦੀ ਸ਼ਕਤੀ ਤੇ ਸ੍ਰਿਸ਼ਟੀ ਰਚਨਾ ਦਾ ਆਰੰਭ ਵਰਣਨ ਕਰਨ ਮਗਰੋਂ ਇਸ ਕਥਾ ਦੇ ਪਿਛੋਕੜ ਦਾ ਵਰਣਨ ਕੀਤਾ ਗਿਆ ਹੈ, ਜਿਸ ਵਿੱਚ ਦੱਸਿਆ ਹੈ ਕਿ ਸਤਯੁਗ ਦੇ ਬੀਤਣ ਮਗਰੋਂ ਅਧੋ ਸਤੋਗੁਣੀ ਸੁਭਾਅ ਵਾਲਾ ਤ੍ਰੇਤਾ ਯੁੱਗ ਆਰੰਭ ਹੁੰਦਾ ਹੈ, ਜਿਸ ਵਿੱਚ ਦੇਵਤਿਆਂ ਦਾ ਹੰਕਾਰ ਵੱਧਦਾ ਹੈ, ਜਿਸ ਨੂੰ ਤੋੜਨ ਲਈ ਰਾਖਸ਼ ਪੈਦਾ ਹੁੰਦੇ ਹਨ ਤੇ ਉਹ ਮਹਿਖਾਸੁਰ ਦੀ ਅਗਵਾਈ ਹੇਠ ਦੇਵਤਿਆਂ ਨੂੰ ਹਰਾ ਕੇ ਇੰਦਰਪੁਰੀ ਵਿੱਚੋਂ ਕੱਢ ਦਿੰਦਾ ਹੈ। ਦੇਵਤਿਆਂ ਦਾ ਰਾਜਾ ਇੰਦਰ ਦੁਰਗਾ ਦੇਵੀ ਕੋਲ ਫਰਿਆਦੀ ਹੁੰਦਾ ਹੈ, ਜੋ ਉਸ ਦੀ ਸਹਾਇਤਾ ਲਈ ਸ਼ੇਰ ਦੀ ਸਵਾਰੀ ਕਰਕੇ ਰਾਖਸ਼ਾਂ ਵਿਰੁੱਧ ਯੁੱਧ ਛੇੜ ਦਿੰਦੀ ਹੈ। ਰਾਜਾ ਮਹਿਖਾਸੁਰ ਦੁਰਗਾ ਦੇਵੀ ਦੀ ਤਲਵਾਰ ਦੇ ਭਿਆਨਕ ਵਾਰ ਨਾਲ ਮਾਰਿਆ ਜਾਂਦਾ ਹੈ। ਦੁਰਗਾ ਦੇਵੀ ਦੇਵਤਿਆਂ ਨੂੰ ਰਾਜ ਦੇ ਕੇ ਅਲੋਪ ਹੋ ਜਾਂਦੀ ਹੈ। ਮਗਰੋਂ ਸ਼ੁੰਭ ਨਿਸ਼ੁੰਭ ਹੰਕਾਰੀ ਰਾਜੇ ਪੈਦਾ ਹੁੰਦੇ ਹਨ ਤੇ ਉਹ ਦੇਵਤਿਆਂ ਨੂੰ ਇੰਦਰਪੁਰੀ ਵਿੱਚੋਂ ਕੱਢ ਦਿੰਦੇ ਹਨ। ਦੇਵਤੇ ਫਿਰ ਦੁਰਗਾ ਦੇਵੀ ਦੀ ਸ਼ਰਨ ਵਿੱਚ ਜਾਂਦੇ ਹਨ ਤੇ ਦੁਰਗਾ ਮੁੜ ਭਿਆਨਕ ਯੁੱਧ ਆਰੰਭ ਕਰ ਦਿੰਦੀ ਹੈ। ਹੁਣ ਰਾਖਸ਼ਾਂ ਦਾ ਸਰਦਾਰ ਲੋਚਨ ਧੂਮ ਦੁਰਗਾ ਦੇਵੀ ਨੂੰ ਕਾਬੂ ਕਰਨ ਲਈ ਨਗਾਰੇ ਵਜਾਉਂਦਾ ਹੋਇਆ ਚੜ੍ਹ ਪੈਂਦਾ ਹੈ। ਰਾਖਸ਼ ਫੌਜਾਂ ਨੂੰ ਦੇਖ ਕੇ ਰੋ ਭਰੀ ਦੁਰਗਾ ਦੇਵੀ ਨੇ ਮਿਆਨੇ ਖੰਡਾਂ ਤੂਹ ਕੇ ਸੂਰਮਿਆਂ ਦੀ ਵਾਢੀ ਪਾ ਦਿੱਤੀ। ਉਸਨੇ ਖੱਬੇ ਹੱਥ ਨਾਲ ਚਲਾਈ ਜਾ ਰਹੀ ਤਲਵਾਰ ਨੂੰ ਯੋਧਿਆਂ ਦੇ ਖੂਨ ਨਾਲ ਰੰਗ ਲਿਆ। ਰਾਖਸ਼ਾਂ ਨੂੰ ਦੁਰਗਾ ਸਮਝ ਕੇ ਮਾਰੀ ਜਾ ਰਹੇ ਸਨ। ਰੋ ਭਰੀ ਦੁਰਗਾ ਦੇਵੀ ਨੇ ਤਲਵਾਰ ਦਾ ਵਾਰ ਕਰਕੇ ਲੋਚਨ ਧੂਮ ਨੂੰ ਜਮਪੁਰੀ ਪਹੁੰਚਾ ਦਿੱਤਾ। ਇਹ ਦੇਖ ਕੇ ਦਹਿਸ਼ਤ ਨਾਲ ਘਬਰਾਏ ਹੋਏ ਰਾਖਸ਼ਾਂ ਨੇ ਰਾਜੇ ਸ਼ੁੰਭ ਨੂੰ ਲੋਚਨ ਧੂਮ ਦੇ ਤੇ ਉਸਦੇ ਸਿਪਾਹੀਆਂ ਦੇ ਮਾਰੇ ਜਾਣ ਦੀ ਖਬਰ ਦਿੱਤੀ। ਇਹ ਸੁਣ ਕੇ ਚੰਡ ਤੇ ਮੁੰਡ ਰਾਖਸ਼ ਸਰਦਾਰਾਂ ਨੂੰ ਭਾਰੀ ਕਟਕ ਦੇ ਕੇ ਦੁਰਗਾ ਦੇਵੀ ਵਿਰੁੱਧ ਭੇਜਿਆ ਗਿਆ। ਉਧਰੋਂ ਦੇਵਤੇ ਵੀ ਬਰਛੇ ਫੜ ਕੇ ਘੋੜੇ ਨਚਾਉਣ ਲੱਗੇ। ਦੁਰਗਾ ਨੇ ਤੀਰਾਂ ਦਾ ਮੀਂਹ ਵਰਾ ਦਿੱਤਾ, ਜਿਨ੍ਹਾਂ ਨੇ ਸਾਹਮਣੇ ਆਉਣ ਵਾਲੇ ਹਰ ਇੱਕ ਯੋਧੇ ਨੂੰ ਮਾਰ ਦਿੱਤਾ ਤੇ ਇਸ ਤਰ੍ਹਾਂ ਚੰਡ ਤੇ ਮੁੰਡ ਵੀ ਮੌਤ ਦੇ ਹਵਾਲੇ ਹੋ ਗਏ। ਚੰਡ ਤੇ ਮੁੰਡ ਦੀ ਮੌਤ ਦੀ ਖਬਰ ਸੁਣ ਕੇ ਸ਼ੁੰਭ ਨਿਸ਼ੁੰਭ ਗੁੱਸੇ ਵਿੱਚ ਆ ਗਏ। ਉਹਨਾਂ ਸਾਰੇ ਰਾਖਸ਼ ਯੋਧਿਆਂ ਨੂੰ ਬੁਲਾਇਆ, ਜਿਨ੍ਹਾਂ ਨੇ ਇੰਦਰ ਵਰਗੇ ਦੇਵਤਿਆਂ ਨੂੰ ਭਜਾਇਆ ਸੀ। ਫਿਰ ਸ਼ਰਵਤਬੀਜ ਜਰਾ ਬਖਤਰਾਂ ਨਾਲ ਸਜੀਆਂ ਫੌਜਾਂ ਲੈ ਕੇ ਚੜ੍ਹ ਪਿਆ। ਉਹਨਾਂ ਦਾ ਰੌਲਾ ਸੁਣ ਕੇ ਦੁਰਗਾ ਦੇਵੀ ਨੇ ਸ਼ੇਰ ਉੱਤੇ ਸਵਾਰ ਹੋ ਕੇ ਫੌਜ ਵਿੱਚ ਮਾਰੋ ਮਾਰ ਮਚਾ ਦਿੱਤੀ। ਸ਼ਰਵਤਬੀਜ ਦੇ ਹੰਕਾਰੇ ਹੋਏ ਮੁਨਾਰਿਆਂ ਵਰਗੇ ਸੂਰਮੇ ਮਾਰੋ ਮਾਰੋ ਪੁਕਾਰ ਰਹੇ ਸਨ। ਇਸ ਯੁੱਧ ਵਿੱਚ ਭਿਆਨਕ ਕੱਟ ਵੱਢ ਮਚ ਗਈ। ਸ਼ਰਣਵਤਬੀਜ ਆਪਣੀਆਂ ਅਣਗਿਣਤ ਸੂਰਤਾਂ ਬਣਾ ਕੇ ਗੁੱਸੇ ਨਾਲ ਦੁਰਗਾ ਦੇਵੀ ਵੱਲ ਵਧਿਆ। ਦੁਰਗਾ ਦੇਵੀ ਨੇ ਢਾਲ ਨਾਲ ਸਭ ਤਲਵਾਰਾਂ ਦੇ ਵਾਰਾਂ ਨੂੰ ਰੋਕਿਆ। ਦੁਰਗਾ ਦੇਵੀ ਨੇ ਕਾਲਕਾ ਦੇਵੀ ਨੂੰ ਯਾਦ ਕੀਤਾ ਤੇ ਉਸਨੇ ਪ੍ਰਗਟ ਹੋ ਕੇ ਰਾਖਸ਼ਾਂ ਨੂੰ ਪਛਾੜਨਾ ਸ਼ੁਰੂ ਕਰ ਦਿੱਤਾ। ਦੇਵਤਿਆਂ ਦੀਆਂ ਬਹੁਤ ਸਾਰੀਆਂ ਤਲਵਾਰਾਂ ਨੇ ਸ਼ਰਣਵਤਬੀਜ ਨੂੰ ਘੇਰਾ ਪਾ ਲਿਆ ਤੇ ਉਹ ਵੀ ਮੈਦਾਨੇ ਜੰਗ ਵਿੱਚ ਖਪ ਗਿਆ। ਰਾਜੇ ਸ਼ੁੰਭ ਨੇ ਸ਼ਰਣਵਤਬੀਜ ਦੇ ਮਰਨ ਦੀ ਦੁੱਖ ਭਰੀ ਕਹਾਣੀ ਸੁਣੀ। ਉਸਨੇ ਇਹ ਵੀ ਸੁਣਿਆ ਕਿ ਦੁਰਗਾ ਦੇ ਵਾਰ ਨੂੰ ਕੋਈ ਸੂਰਮਾ ਵੀ ਨਹੀਂ ਝੱਲ ਸਕਿਆ। ਹੁਣ ਸ਼ੁੰਭ ਤੇ ਨਿਸ਼ੁੰਭ ਆਪ ਮੈਦਾਨ ਵਿੱਚ ਆ ਨਿੱਤਰੇ। ਦੋਹਾਂ ਧਿਰਾਂ ਵਿਚਕਾਰ ਤਲਵਾਰਾਂ, ਤੀਰਾਂ ਅਤੇ ਬਰਛਿਆਂ ਨਾਲ ਭਿਆਨਕ ਯੁੱਧ ਛਿੜ ਪਿਆ। ਦੁਰਗਾ ਦੇਵੀ ਨੇ ਤੇਗ ਚਲਾ ਕੇ ਨਿਸ਼ੁੰਭ ਨੂੰ ਧਰਤੀ ਉੱਤੇ ਪਟਕਾ ਦਿੱਤਾ। ਇਸ ਪਿੱਛੋਂ ਭਖੇ ਹੋਏ ਯੁੱਧ ਵਿੱਚ ਦੁਰਗਾ ਦੇਵੀ ਨੇ ਵਰ ਪ੍ਰਾਪਤ ਤੇਗ ਦਾ ਭਰਪੂਰ ਵਾਰ ਕੀਤਾ, ਜਿਸਨੇ ਸ਼ੁੰਭ ਦਾ ਲਹੂ ਪੀ ਲਿਆ। ਸ਼ੁੰਭ ਤੇ ਨਿਸ਼ੁੰਭ ਦੇ ਮਾਰੇ ਜਾਣ ਮਗਰੋਂ ਰਾਖਸ਼ ਫੌਜਾਂ ਵਿੱਚ ਭਾਜੜ ਮਚ ਗਈ ਤੇ ਉਹ ਪਿੱਛੇ ਮੁੜ ਕੇ ਨਹੀਂ ਸਨ ਝਾਕ ਰਹੇ। ਸ਼ੁੰਭ ਤੇ ਨਿਸ਼ੁੰਭ ਨੂੰ ਮਾਰਨ ਮਗਰੋਂ ਦੁਰਗਾ ਨੇ ਇੰਦਰ ਰਾਜੇ ਨੂੰ ਰਾਜ ਤਿਲਕ ਲਈ ਬੁਲਾਇਆ ਤੇ ਉਸਦੇ ਸਿਰ ਉੱਪਰ ਛਤਰ ਝੁਲਾ ਦਿੱਤਾ। ਇਸ ਤਰ੍ਹਾਂ ਜਗਤ ਮਾਤਾ ਦੁਰਗਾ ਦਾ ਜਸ ਸਾਰੇ ਸੰਸਾਰ ਵਿੱਚ ਫੈਲ ਗਿਆ। ਜਿਹੜਾ ਵੀ ਦੁਰਗਾ ਦੇਵੀ ਦੇ ਇਸ ਪਾਠ ਨੂੰ ਗਾਵੇਗਾ, ਉਹ ਕਦੇ ਵੀ ਮੁੜ ਜੁੜਨਾ ਵਿੱਚ ਨਹੀਂ ਪਵੇਗਾ। ਤੀਸਰਾ, ਬਸੀ ਕਰੇ ਜੀ ਹੁਣ ਬਸੀ ਕਰੇ ਜੀ। ਇਹ ਕਾਫੀ ਬੁੱਲ੍ਹੇ ਸ਼ਾਹ ਦੀ ਰਚਨਾ ਹੈ। ਇਸ ਕਾਫੀ ਦਾ ਵਿਸ਼ਾ ਵਸਤੂ
ਮੁਰਸ਼ਦ ਦਾ ਵਿਛੋੜਾ ਤੇ ਉਸ ਦਾ ਮਿਲਾਪ ਪ੍ਰਾਪਤ ਕਰਨ ਦੀ ਤੜਫ ਹੈ। ਇਹ ਕਾਫੀ ਬੁੱਲ੍ਹੇ ਸ਼ਾਹ ਨੇ ਆਪਣੇ ਮੁਰਸ਼ਦ ਸ਼ਾਹ ਅਨਾਇਤ ਦੇ ਵਿਛੋੜੇ ਵਿੱਚ ਤੜਫਦਿਆਂ ਲਿਖੀ। ਇਸ ਵਿੱਚ ਉਹ ਆਪਣੇ ਮੁਰਸ਼ਦ ਅੱਗੇ ਅਰਜ਼ੋਈਆਂ ਕਰਦਾ ਹੈ ਕਿ ਉਹ ਆਪਣਾ ਗੁੱਸਾ ਛੱਡ ਕੇ ਉਸ ਨਿਮਾਣੇ ਨੂੰ ਆਪਣੇ ਗਲ ਨਾਲ ਲਾ ਲਵੇ। ਬੁੱਲ੍ਹੇ ਸ਼ਾਹ ਆਪਣੇ ਮੁਰਸ਼ਦ ਅੱਗੇ ਬੇਨਤੀਆਂ ਕਰਦਾ ਹੈ ਕਿ ਉਹ ਆਪਣਾ ਗੁੱਸਾ ਛੱਡ ਕੇ ਉਸ ਨਾਲ ਹੱਸ ਕੇ ਕੋਈ ਗੱਲ ਕਰੇ। ਉਹ ਤਾਂ ਪਹਿਲਾਂ ਹੀ ਆਪਾ ਮਾਰਨ ਕਰਕੇ ਮੋਇਆਂ ਦੇ ਸਮਾਨ ਹੋ ਚੁੱਕਾ ਹੈ, ਪਰ ਮੁਰਸ਼ਦ ਫਿਰ ਵੀ ਉਸ ਨੂੰ ਖਿੱਦੋ ਵਾਂਗ ਕੁੱਟਣੋਂ ਨਹੀਂ ਹਟਦਾ ਅਤੇ ਜੇਕਰ ਉਹ ਕੋਈ ਆਪਣੇ ਅਨੁਭਵ ਦੀ ਗੱਲ ਕਰਦਾ ਹੈ ਤਾਂ ਉਹ ਉਸ ਦਾ ਗਲ ਘੁੱਟਦਾ ਹੈ। ਹੁਣ ਉਸ ਨੇ ਅੱਤ ਹੀ ਕਰ ਦਿੱਤੀ ਹੈ ਕਿ ਉਹ ਉਸ ਨੂੰ ਵਿਛੋੜੇ ਦਾ ਤੀਰ ਲਾ ਦਿੱਤਾ ਹੈ ਤੇ ਆਪ ਉਸ ਦੀਆਂ ਅੱਖਾਂ ਤੋਂ ਲਾਂਭੇ ਹੋ ਗਿਆ ਹੈ। ਬੇਸ਼ੱਕ ਉਸ ਨੇ ਤਾਂ ਉਸ ਨੂੰ ਆਪਣੇ ਦਿਲ ਵਿੱਚ ਫੜ ਕੇ ਰੱਖਿਆ ਹੋਇਆ ਹੈ, ਪਰ ਉਹ ਅਜੇ ਵੀ ਛਿਪਣ ਵਿੱਚ ਤਕੜਾ ਹੈ। ਉਸ ਨੇ ਉਸ ਨੂੰ ਆਪਣੇ ਹਿਰਦੇ ਵਿੱਚ ਜਕੜਿਆ ਹੋਇਆ ਹੈ, ਜਿੱਥੋਂ ਉਹ ਬਾਹਰ ਨਹੀਂ ਨਿਕਲ ਸਕਦਾ। ਉਹ ਉਸ ਨੂੰ ਬੜੀ ਆਜਜ਼ੀ ਨਾਲ ਕਹਿੰਦਾ ਹੈ ਕਿ ਉਹ ਉਸ ਦਾ ਮੂੰਹ ਦੇਖਣ ਲਈ ਤਰਸ ਰਿਹਾ ਹੈ। ਉਹ ਉਸ ਤੋਂ ਇਸ ਤਰ੍ਹਾਂ ਵਿਛੜ ਕੇ ਨਹੀਂ ਰਹਿ ਸਕਦਾ ਤੇ ਮਿੰਨਤਾਂ ਤਰਲੇ ਕਰਕੇ ਕਹਿੰਦਾ ਹੈ ਕਿ ਉਹ ਆਪਣੇ ਦਾਸ ਨੂੰ ਆਪਣੇ ਦਰਸ਼ਨ ਦੇਵੇ ਤੇ ਉਸ ਤੋਂ ਦੂਰ ਨਾ ਰਹੇ, ਸਗੋਂ ਉਸ ਦੇ ਸਰੀਰ ਦੇ ਪਿੰਜਰ ਵਿੱਚ ਧੱਸ ਕੇ ਬੈਠਾ ਰਹੇ। ਉਸ ਲਈ ਉਸ ਦਾ ਵਿਛੋੜਾ ਸਹਿਣਾ ਬਹੁਤ ਔਖਾ ਹੈ। ਚੌਥੀ ਕਾਫੀ ਘੜਿਆਲੀ ਦੇਹੂ ਨਿਕਾਲਨੀ। ਇਹ ਕਾਫੀ ਬੁੱਲ੍ਹੇ ਸ਼ਾਹ ਦੀ ਰਚਨਾ ਹੈ। ਇਸ ਦਾ ਵਿਸ਼ਾ ਮੁਰਸ਼ਦ ਮਿਲਾਪ ਦੇ ਆਨੰਦ ਨੂੰ ਲਗਾਤਾਰ ਮਾਣੀ ਜਾਣ ਦੀ ਇੱਛਾ ਦਾ ਪ੍ਰਗਟਾਵਾ ਹੈ। ਕਵੀ ਇਸਤਰੀ ਰੂਪ ਵਿੱਚ ਕਹਿੰਦਾ ਹੈ ਕਿ ਅੱਜ ਉਸ ਨੂੰ ਆਪਣੇ ਪ੍ਰੀਤਮ ਦਾ ਮਿਲਾਪ ਪ੍ਰਾਪਤ ਹੋਇਆ ਹੈ। ਅੱਜ ਉਹ ਆਪ ਹੀ ਉਸ ਦੇ ਘਰ ਆ ਗਿਆ ਹੈ ਤੇ ਉਸ ਨੂੰ ਆਪਣੀ ਸੁੱਧ ਬੁੱਧ ਭੁੱਲ ਗਈ ਹੈ। ਉਸ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿੱਧਰ ਗੁਆਚ ਗਈ ਹੈ, ਪਰ ਉਸਨੇ ਆਪਣੀ ਮਿਹਰ ਨਾਲ ਜੋ ਮੈਨੂੰ ਆਪਣਾ ਪਿਆਰ ਬਖਸ਼ਿਆ ਹੈ ਉਸ ਨੂੰ ਛੁਪਾਇਆ ਨਹੀਂ ਜਾ ਸਕਦਾ। ਉਸ ਦੇ ਮਿਲਾਪ ਨਾਲ ਮੇਰੇ ਹਿਰਦੇ ਵਿੱਚ ਸ਼ਹਾਨੇ ਅਨਹਦ ਨਾਦ ਵੱਜਣ ਲੱਗੇ ਹਨ। ਮੈਨੂੰ ਰੋਜ਼ੇ ਨਮਾਜ਼ ਦੀ ਸੁਰਤ ਭੁੱਲ ਗਈ ਹੈ। ਉਸ ਦਾ ਮਿਲਾਪ ਸ਼ਰਾਬ ਦੇ ਪਿਆਲਿਆਂ ਵਾਂਗ ਮਸਤੀ ਚਾੜ ਰਿਹਾ ਹੈ। ਮੁਰਸ਼ਦ ਪ੍ਰੀਤਮ ਦਾ ਪਿਆਰ ਮਾਣ ਰਿਹਾ ਕਵੀ ਚਾਹੁੰਦਾ ਹੈ ਕਿ ਸਮੇਂ ਦੀ ਸੂਚਨਾ ਦੇਣ ਵਾਲੇ ਘੜਿਆਲੀ ਨੂੰ ਕਿਧਰੇ ਬਾਹਰ ਕੱਢ ਦਿੱਤਾ ਜਾਵੇ ਤਾਂ ਜੋ ਉਹ ਸਮੇਂ ਬਾਰੇ ਚੇਤਨ ਹੋਏ ਬਿਨਾਂ ਆਪਣੇ ਪਿਆਰੇ ਦਾ ਪਿਆਰ ਲਗਾਤਾਰ ਮਾਣ ਸਕੇ। ਪੰਜਵੀਂ ਕਾਫੀ ਸਭ ਇੱਕੋ ਰੂਹ ਕਵਾਇਦਾ। ਇਹ ਕਾਫੀ ਬੁੱਲ੍ਹੇ ਸ਼ਾਹ ਦੀ ਲਿਖੀ ਹੋਈ ਹੈ। ਇਸ ਕਾਫੀ ਦਾ ਵਿਸ਼ਾ ਸਮੁੱਚੇ ਸੰਸਾਰ ਵਿੱਚ ਪਰਮਾਤਮਾ ਦੀ ਹੋਂਦ ਦਾ ਅਨੁਭਵ ਹੈ। ਇਸ ਵਿੱਚ ਕਵੀ ਨੇ ਇਹ ਵਿਚਾਰ ਪੇਸ਼ ਕੀਤਾ ਹੈ ਕਿ ਇਹ ਸਾਰਾ ਸੰਸਾਰ ਪਰਮਾਤਮਾ ਦਾ ਰੂਪ ਹੈ ਅਤੇ ਇਸ ਅਨੁਭਵ ਦੀ ਸੋਝੀ ਮੁਰਸ਼ਦ ਦੇ ਲੜ ਲੱਗਣ ਨਾਲ ਹੁੰਦੀ ਹੈ। ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਜਿਸ ਤਰ੍ਹਾਂ ਭਿੰਨ ਭਿੰਨ ਪ੍ਰਕਾਰ ਦੀਆਂ ਪੁਸ਼ਾਕਾਂ ਵਿੱਚ ਕਪਾਹ ਦਾ ਰੂੰ ਮੌਜੂਦ ਰਹਿੰਦਾ ਹੈ, ਇਸੇ ਤਰ੍ਹਾਂ ਬ੍ਰਹਿਮੰਡ ਦੀਆਂ ਭਿੰਨ ਭਿੰਨ ਦਿਸਣ ਵਾਲੀਆਂ ਚੀਜ਼ਾਂ ਵਿੱਚ ਪਰਮਾਤਮਾ ਦੀ ਆਪਣੀ ਹਸਤੀ ਦਾ ਹਿੱਸਾ ਹਨ। ਰੂੜੀ ਉੱਤੇ ਖੋਤੇ ਚਾਰਨ ਵਾਲਾ ਵੀ ਉਹ ਪਰਮਾਤਮਾ ਆਪ ਹੀ ਹੈ ਅਤੇ ਜਿਹੜਾ ਗਾਈਆਂ ਚਾਰਦਾ ਫਿਰਦਾ ਹੈ ਉਹ ਵੀ ਉਹ ਆਪ ਹੀ ਹੈ। ਸਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ਉਸ ਦਾ ਵਾਸਾ ਹੈ। ਜਿਹੜਾ ਮਨੁੱਖ ਉਸ ਨੂੰ ਸ਼ੌਂਕ ਨਾਲ ਪੁਕਾਰਦਾ ਹੈ ਉਹ ਉਸ ਨਾਲ ਹਰ ਥਾਂ ਖੇਡਣ ਲੱਗ ਜਾਂਦਾ ਹੈ। ਮਨੁੱਖ ਪਰਮਾਤਮਾ ਦੀ ਹਰ ਥਾਂ ਹੋਣ ਦਾ ਅਨੁਭਵ ਤੇ ਇਸ ਦਾ ਆਨੰਦ ਤਾਂ ਹੀ ਮਾਣ ਸਕਦਾ ਹੈ ਜੇਕਰ ਉਹ ਮੁਰਸ਼ਦ ਸ਼ਾਹ ਦਾ ਸੇਵਕ ਬਣੇ। ਰੱਬੀ ਇਸ਼ਕ ਦੀ ਸੋਝੀ ਸਰਾਵਾਂ ਵਿੱਚ ਰਹਿਣ ਵਾਲੇ ਕੁੱਤੇ ਜਾਂ ਸੂਰ ਨੂੰ ਨਹੀਂ ਹੁੰਦੀ, ਸਗੋਂ ਉਸ ਨੂੰ ਹੁੰਦੀ ਹੈ ਜੋ ਮੁਰਸ਼ਦ ਦਾ ਲੜ ਫੜਦਾ ਹੈ। ਅਜਿਹਾ ਮਨੁੱਖ ਬ੍ਰਹਿਮੰਡ ਵਿੱਚੋਂ ਹਰ ਵੇਲੇ ਪ੍ਰਭੂ ਦਰਸ਼ਨ ਦਾ ਆਨੰਦ ਮਾਣਦਾ ਹੈ। ਕਾਫੀ ਛੇਵੀਂ ਮਾਟੀ ਕਰਮ ਕਰੇਂਦੀ ਯਾਰ। ਇਹ ਕਾਫੀ ਬੁੱਲ੍ਹੇ ਸ਼ਾਹ ਦੀ ਰਚਨਾ ਹੈ। ਇਸ ਕਾਫੀ ਦਾ ਵਿਸ਼ਾ ਮਨੁੱਖੀ ਸਰੀਰ, ਉਸ ਦੀ ਤਾਕਤ ਅਤੇ ਸੰਸਾਰਿਕ ਪਦਾਰਥਾਂ ਦੀ ਹਕੀਕਤ ਨੂੰ ਬਿਆਨ ਕਰਨਾ ਹੈ। ਕਵੀ ਕਹਿੰਦਾ ਹੈ ਕਿ ਹਰ ਪਾਸੇ ਮਿੱਟੀ ਦਾ ਹੀ ਪਸਾਰਾ ਹੈ, ਹਰ ਪਾਸੇ ਮਿੱਟੀ ਹੀ ਸਾਰੇ ਕੰਮ ਕਰ ਰਹੀ ਹੈ। ਸਾਡੇ ਆਲੇ ਦੁਆਲੇ ਸ੍ਰਿਸ਼ਟੀ ਦੀ ਸਾਰੀ ਸੁੰਦਰ ਫੁਲਵਾੜੀ ਮਿੱਟੀ ਦੀ ਬਣੀ ਹੋਈ ਹੈ। ਆਪਣੀ ਤਾਕਤ ਦੇ ਹੰਕਾਰ ਵਿੱਚ ਫਸਿਆ ਆਦਮੀ ਜਿਸ ਘੋੜੇ ਉੱਪਰ ਸਵਾਰ ਹੁੰਦਾ ਹੈ, ਜਿਹੜੀ ਪੁਸ਼ਾਕ ਪਾਉਂਦਾ ਹੈ ਅਤੇ ਇੱਥੋਂ ਤੱਕ ਕਿ ਉਹ ਆਪ ਵੀ ਸਭ ਕੁਝ ਮਿੱਟੀ ਦਾ ਹੀ ਬਣਿਆ ਹੋਇਆ ਹੈ। ਤਾਕਤ ਦੇ ਹੰਕਾਰ ਵਿੱਚ ਫਸਿਆ ਮਿੱਟੀ ਦਾ ਮਨੁੱਖ ਮਨੁੱਖੀ ਸਰੀਰਾਂ ਨੂੰ ਮਾਰਨ ਲਈ ਉਹਨਾਂ ਉੱਪਰ ਮਿੱਟੀ ਦੇ ਹਥਿਆਰਾਂ ਨਾਲ ਹੀ ਹਮਲਾ ਕਰਦਾ ਹੈ
ਜਿਸ ਮਿੱਟੀ ਦੇ ਮਨੁੱਖੀ ਸਰੀਰ ਨੂੰ ਬਹੁਤ ਸਾਰੇ ਸੰਸਾਰਿਕ ਪਦਾਰਥਾਂ ਦੀ ਮਿੱਟੀ ਪ੍ਰਾਪਤ ਹੁੰਦੀ ਹੈ, ਉਹ ਹੰਕਾਰ ਵਿੱਚ ਫਸ ਜਾਂਦਾ ਹੈ ਤੇ ਉਹ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਉਸ ਨੂੰ ਜਿਨ੍ਹਾਂ ਬਾਗ ਬਗੀਚਿਆਂ ਤੇ ਫੁਲਵਾੜੀਆਂ ਦੀ ਮਲਕੀਅਤ ਹਾਸਲ ਹੋਈ ਹੈ, ਇਹ ਸਭ ਕੁਝ ਮਿੱਟੀ ਹੀ ਹੈ। ਅਸਲ ਵਿੱਚ ਮਿੱਟੀ ਦਾ ਮਨੁੱਖੀ ਸਰੀਰ ਦੀ ਸ੍ਰਿਸ਼ਟੀ ਵਿੱਚ ਖਿੜੀ ਮਿੱਟੀ ਦੀ ਬਹਾਰ ਨੂੰ ਦੇਖਣ ਲਈ ਆਇਆ ਹੈ। ਮਿੱਟੀ ਦਾ ਮਨੁੱਖੀ ਸਰੀਰ ਕੁਝ ਸਮਾਂ ਇਸ ਦੁਨੀਆ ਵਿੱਚ ਆ ਕੇ ਹੱਸਦਾ ਖੇਡਦਾ ਹੈ, ਪਰ ਪਿੱਛੋਂ ਉਹ ਮੁਰਦਾ ਹੋ ਕੇ ਮਿੱਟੀ ਵਾਂਗ ਨਿਰਜਿੰਦ ਹੋ ਜਾਂਦਾ ਹੈ। ਜਦੋਂ ਮਨੁੱਖ ਨੂੰ ਪਤਾ ਲੱਗ ਜਾਂਦਾ ਹੈ ਕਿ ਨਾ ਉਸਦੀ ਆਪਣੀ ਕੋਈ ਹਸਤੀ ਹੈ ਤੇ ਨਾ ਹੀ ਉਸ ਨੂੰ ਪ੍ਰਾਪਤ ਹੋਏ ਸੰਸਾਰਿਕ ਪਦਾਰਥਾਂ ਦੀ, ਸਗੋਂ ਇਹ ਸਭ ਕੁਝ ਮਿੱਟੀ ਹੀ ਹੈ, ਤਾਂ ਉਹ ਆਪਣੀ ਹਸਤੀ ਦੇ ਹੰਕਾਰ ਤੇ ਸੰਸਾਰਿਕ ਪਦਾਰਥਾਂ ਦੀ ਪੰਡ ਸਿਰ ਤੋਂ ਲਾ ਕੇ ਧਰਤੀ ਉੱਤੇ ਪਟਕਾ ਮਾਰਦਾ ਹੈ ਤੇ ਉਹ ਹਉਮੈ ਰਹਿਤ ਹੋ ਕੇ ਪ੍ਰਭੂ ਚਰਨਾਂ ਨਾਲ ਜੁੜਦਾ ਹੈ। ਇਸ ਪ੍ਰਕਾਰ ਇਸ ਕਾਫੀ ਦਾ ਵਿਸ਼ਾ ਬੁੱਲ੍ਹੇ ਸ਼ਾਹ ਦਾ ਸੂਫੀ ਰਹੱਸਵਾਦੀ ਅਨੁਭਵ ਹੈ ਅਤੇ ਇਸ ਦੀ ਸੁਰ ਉਪਦੇਸ਼ਾਤਮਕ ਹੈ। ਕਾਫੀ 7ਵੀਂ। ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਇਹ ਕਾਫੀ ਬੁੱਲ੍ਹੇ ਸ਼ਾਹ ਦੀ ਰਚਨਾ ਹੈ। ਇਸ ਕਾਫੀ ਦਾ ਵਿਸ਼ਾ ਬੁੱਲ੍ਹੇ ਸ਼ਾਹ ਦੀ ਸੂਫੀ ਰਹੱਸਵਾਦ ਹੈ। ਇਸ ਵਿੱਚ ਉਹ ਮਨੁੱਖ ਨੂੰ ਇਸਲਾਮੀ ਸ਼ਰਅ ਦੇ ਬੰਧਨਾਂ ਦਾ ਤਿਆਗ ਕਰਕੇ ਮੁਰਸ਼ਦ ਦਾ ਲੜ ਫੜਨ ਤੇ ਇੱਕ ਰੱਬ ਦੇ ਪ੍ਰੇਮ ਵਿੱਚ ਰੰਗੇ ਜਾਣ ਦਾ ਉਪਦੇਸ਼ ਦਿੰਦਾ ਹੈ। ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਇਨਸਾਨ ਨੂੰ ਸ਼ਰਅ ਦੇ ਸਾਰੇ ਝੂਠੇ ਪਾਠ ਪੜ੍ਹਨੇ ਛੱਡ ਕੇ ਰੱਬ ਦੇ ਨਾਂ ਦੇ ਇੱਕ ਨੁਕਤੇ ਨੂੰ ਫੜ ਲੈਣਾ ਚਾਹੀਦਾ ਹੈ। ਉਸ ਨੂੰ ਸ਼ਰਅ ਅਨੁਸਾਰ ਦੱਸੇ ਜਾਂਦੇ ਨਰਕ ਦੇ ਡਰ ਤੇ ਕਬਰ ਦੇ ਦੁੱਖਾਂ ਦਾ ਖਿਆਲ ਦਿਲ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਆਪਣੇ ਦਿਲ ਦੇ ਖਿਆਲਾਂ ਨੂੰ ਸਾਫ਼ ਕਰ ਲੈਣਾ ਚਾਹੀਦਾ ਹੈ। ਉਸ ਲਈ ਇਸੇ ਅਵਸਥਾ ਵਿੱਚ ਟਿਕਣਾ ਹੀ ਢੁਕਦਾ ਹੈ, ਕਿਉਂਕਿ ਸ਼ਰਅ ਦਾ ਸਾਰਾ ਕਰਮਕਾਂਡ ਤੇ ਅੰਧ ਵਿਸ਼ਵਾਸ ਇੱਕ ਝੂਠਾ ਗੋਰਖ ਧੰਦਾ ਹੈ। ਕਈ ਸ਼ਰਈ ਮੁਸਲਮਾਨ ਮੱਕੇ ਦੀ ਯਾਤਰਾ ਕਰਕੇ ਹਾਜੀ ਬਣ ਕੇ ਆਉਂਦੇ ਹਨ ਤੇ ਗਲ ਵਿੱਚ ਨੀਲਾ ਪਹਿਰਾਵਾ ਪਹਿਨਦੇ ਹਨ, ਪਰ ਉਹ ਆਪਣਾ ਹੱਜ ਵੇਚ ਕੇ ਖਾਂਦੇ ਹਨ। ਅਜਿਹੇ ਲੋਕਾਂ ਨੂੰ ਰੱਬ ਦੇ ਰਾਹ ਦੇ ਸੱਚੇ ਭੰਧਾਊ ਨਹੀਂ ਕਿਹਾ ਜਾ ਸਕਦਾ, ਸਗੋਂ ਉਹ ਪਾਖੰਡੀ ਹਨ। ਕਈ ਲੋਕ ਅਜਿਹੇ ਹਨ ਜੋ ਰੱਬ ਦੀ ਭਾਲ ਵਿੱਚ ਜੰਗਲਾਂ ਵਿੱਚ ਤੇ ਦਰਿਆਵਾਂ ਦੇ ਕੰਢਿਆਂ 'ਤੇ ਜਾਂਦੇ ਹਨ ਅਤੇ ਹਰ ਰੋਜ਼ ਕੇਵਲ ਇੱਕ ਦਾਣਾ ਹੀ ਮੰਗ ਕੇ ਖਾਂਦੇ ਹਨ ਤੇ ਇਸੇ ਵਿੱਚ ਹੀ ਭਲਾ ਕਰਮ ਸਮਝਦੇ ਹਨ, ਪਰ ਇਹ ਲੋਕ ਬੇਸਮਝ ਹਨ। ਇਹ ਆਪਣੇ ਸਰੀਰ ਨੂੰ ਐਵੇਂ ਹੀ ਥਕਾਉਂਦੇ ਹਨ, ਫਿਰ ਉਹ ਕਮਜ਼ੋਰ ਹੋ ਕੇ ਘਰ ਪਰਤਦੇ ਹਨ। ਅਜਿਹੇ ਲੋਕਾਂ ਦੀ ਜਿੰਦ ਐਵੇਂ ਚਿੱਲੇ ਕੱਟ ਕੇ ਮੁੱਕਦੀ ਹੈ। ਅਸਲ ਵਿੱਚ ਇਹ ਸਾਰੀਆਂ ਗੱਲਾਂ ਫਜ਼ੂਲ ਹਨ। ਮਨੁੱਖ ਨੂੰ ਸ਼ਰਅ ਦੇ ਸਾਰੇ ਬੰਧਨ ਅਤੇ ਅੰਧ ਵਿਸ਼ਵਾਸ ਛੱਡ ਕੇ ਇੱਕ ਮੁਰਸ਼ਦ ਦਾ ਪੱਲਾ ਫੜ ਕੇ ਖੁਦਾ ਦੀ ਬੰਦਗੀ ਕਰਨ ਵਾਲਾ ਬਣਨਾ ਚਾਹੀਦਾ ਹੈ ਤੇ ਰੱਬੀ ਪਿਆਰ ਦੀ ਮਸਤੀ ਵਿੱਚ ਬੇਪਰਵਾਹ ਹੋ ਜਾਣਾ ਚਾਹੀਦਾ ਹੈ। ਉਸ ਨੂੰ ਆਪਣਾ ਮਨ ਖਾਹਿਸ਼ਾਂ ਤੋਂ ਮੁਕਤ ਰੱਖਣਾ ਚਾਹੀਦਾ ਹੈ ਅਤੇ ਨਾਲ ਹੀ ਨਿਰਮਾਨਤਾ ਧਾਰਨ ਕਰਨੀ ਚਾਹੀਦੀ ਹੈ। ਉਸ ਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਸ਼ਰਅ ਦੇ ਸਾਰੇ ਬੰਧਨ ਤੇ ਅੰਧ ਵਿਸ਼ਵਾਸ ਫੋਕਟ ਹਨ। ਗੱਲ ਸਿਰਫ ਇੱਕ ਰੱਬੀ ਨਾਂ ਦੇ ਨੁਕਤੇ ਨੂੰ ਫੜ ਲੈਣ ਨਾਲ ਮੁੱਕ ਜਾਂਦੀ ਹੈ ਤੇ ਮਨ ਦੀ ਸਾਰੀ ਭਟਕਣ ਖਤਮ ਹੋ ਜਾਂਦੀ ਹੈ। ਇਸ ਪ੍ਰਕਾਰ ਇਸ ਕਾਫੀ ਦਾ ਵਿਸ਼ਾ ਰਹੱਸਮਈ ਹੈ ਤੇ ਇਸ ਦੀ ਸੁਰ ਪੜਚੋਲਵੀਂ ਵਿਅੰਗਾਤਮਕ ਤੇ ਉਪਦੇਸ਼ਾਤਮਕ ਹੈ। ਕਾਫੀ 8ਵੀਂ। ਇਲਮੋ ਬਸ ਕਰਿਓ ਯਾਰ। ਇਹ ਕਾਫੀ ਬੁੱਲ੍ਹੇ ਸ਼ਾਹ ਦੀ ਰਚਨਾ ਹੈ। ਇਸ ਕਾਫੀ ਦਾ ਵਿਸ਼ਾ ਸ਼ਰਅ ਦੇ ਕਿਤਾਬੀ ਇਲਮ ਦੀ ਪੜ੍ਹਾਈ ਦਾ ਖੰਡਨ ਹੈ। ਕਵੀ ਇਸਲਾਮੀ ਧਾਰਮਿਕ ਇਲਮ ਨੂੰ ਹਉਮੈ, ਪਾਖੰਡ ਤੇ ਲਾਲਚ ਦੀ ਪੂਰਤੀ ਦਾ ਸਾਧਨ ਕਰਾਰ ਦਿੰਦਾ ਹੋਇਆ ਇਸ ਨੂੰ ਰੱਬ ਤੋਂ ਦੂਰ ਲਿਜਾਣ ਵਾਲਾ ਦੱਸ ਕੇ ਇਸ ਦਾ ਤਿਆਗ ਕਰਨ ਲਈ ਕਹਿੰਦਾ ਹੈ ਅਤੇ ਰੱਬੀ ਇਸ਼ਕ ਦਾ ਸਬਕ ਪੜ੍ਹ ਕੇ ਮੁਰਸ਼ਦ ਦੀ ਸਹਾਇਤਾ ਨਾਲ ਇੱਕ ਰੱਬ ਦੇ ਨਾਮ ਨੂੰ ਮਨ ਵਿੱਚ ਵਸਾਉਣ ਦੀ ਪ੍ਰੇਰਨਾ ਦਿੰਦਾ ਹੈ। ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਹੇ ਮਨੁੱਖ, ਸੰਸਾਰ ਵਿੱਚ ਇਲਮ ਦਾ ਕੋਈ ਅੰਤ ਨਹੀਂ, ਪਰ ਅਲਫ ਨਾਲ ਸ਼ੁਰੂ ਹੋਣ ਕਰਕੇ ਇੱਕ ਅੱਲਾ ਦੇ ਨਾਮ ਨੂੰ ਪੜ੍ਹਨਾ ਹੀ ਤੇਰੇ ਲਈ ਯੋਗ ਹੈ। ਤੇਰੀ ਉਮਰ ਬੀਤਦੀ ਜਾ ਰਹੀ ਹੈ ਤੇ ਪਤਾ ਨਹੀਂ ਕਿ ਇਹ ਕਦੋਂ ਖਤਮ ਹੋ ਜਾਵੇ। ਇਸ ਕਰਕੇ ਤੈਨੂੰ ਬਾਕੀ ਧਾਰਮਿਕ ਇਲਮ ਨੂੰ ਪੜ੍ਹਨਾ ਛੱਡ ਕੇ ਸਿਰਫ ਇੱਕ ਅੱਲਾ ਦੇ ਨਾਮ ਨੂੰ ਹੀ ਪੜ੍ਹਨਾ ਚਾਹੀਦਾ ਹੈ। ਬੰਦਾ ਕਿਤਾਬਾਂ ਨੂੰ ਪੜ੍ਹ ਕੇ ਢੇਰ ਲਾ ਦਿੰਦਾ ਹੈ। ਉਸਦੇ ਆਲੇ ਦੁਆਲੇ ਕੁਰਾਨ ਵਰਗੀਆਂ ਕਿਤਾਬਾਂ ਦੇ ਢੇਰ ਲੱਗੇ ਰਹਿੰਦੇ ਹਨ, ਪਰ ਉਸਦੇ ਅੰਦਰ ਅਗਿਆਨਤਾ ਦਾ ਹਨੇਰਾ ਭਰਿਆ ਰਹਿੰਦਾ ਹੈ। ਪਰ ਉਹ ਮੁਰਸ਼ਦ ਤੋਂ ਬਿਨਾਂ ਅਧਿਆਤਮਕ ਰਾਹ ਦੀ ਸਾਰ ਨਹੀਂ ਪਾ ਸਕਦਾ। ਬੰਦਾ ਇਸਲਾਮ ਧਰਮ ਨਾਲ ਸੰਬੰਧਿਤ ਭਾਵੇਂ ਅਨੇਕਾਂ ਪੁਸਤਕਾਂ ਪੜ੍ਹ ਕੇ ਸਾਧਕ ਕਹਾਉਣ ਲੱਗ ਪਏ,
ਪਰ ਅੰਤ ਸਮੇਂ ਨੇਕ ਅਮਲਾਂ ਤੋਂ ਸੱਖਣਾ ਹੋਣ ਕਰਕੇ ਉਸਨੂੰ ਪਛਤਾਉਣਾ ਪੈਂਦਾ ਹੈ। ਅਜਿਹਾ ਵਿਦਵਾਨ ਧਰਮ ਨੂੰ ਸਿੱਧਾ ਸਾਦਾ ਰੱਖਣ ਦੀ ਬਜਾਏ ਘਰੋਂ ਉਸ ਦੀਆਂ ਵਿਚਾਰਾਂ ਘੜ ਕੇ ਆਉਂਦਾ ਹੈ ਤੇ ਬੇਅਕਲ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਲੁੱਟ ਕੇ ਖਾਂਦਾ ਹੈ। ਉਹ ਉਹਨਾਂ ਨਾਲ ਨਰਕ, ਸਵਰਗ ਅਤੇ ਕਿਆਮਤ ਦੇ ਉਲਟੇ ਸਿੱਧੇ ਇਕਰਾਰ ਕਰਦਾ ਹੈ ਅਤੇ ਅਗਿਆਨੀ ਲੋਕ ਉਸਦੀ ਚਾਲ ਵਿੱਚ ਫਸ ਜਾਂਦੇ ਹਨ। ਅਜਿਹਾ ਵਿਦਵਾਨ ਮਸੀਤ ਵਿੱਚ ਬੰਦਗੀ ਕਰਦਾ ਹੋਇਆ ਨਮਾਜ਼ ਪੜ੍ਹਦਾ ਹੈ ਤੇ ਉੱਚੀਆਂ ਬਾਂਗਾਂ ਦੇਣ ਸਮੇਂ ਜ਼ੋਰ ਨਾਲ ਚਿੰਘਾੜਦਾ ਹੈ। ਉਹ ਮਸੀਤ ਵਿਚਲੇ ਚਬੂਤਰੇ ਉੱਪਰ ਚੜ੍ਹ ਕੇ ਧਰਮ ਉਪਦੇਸ਼ ਦਿੰਦਾ ਹੈ, ਪਰ ਉਸਦਾ ਇਹ ਸਾਰਾ ਅਮਲ ਪਾਖੰਡ ਬਣ ਕੇ ਰਹਿ ਜਾਂਦਾ ਹੈ, ਕਿਉਂਕਿ ਉਸਦੇ ਅੰਦਰ ਵੱਸਦਾ ਲਾਲਚ ਉਸਨੂੰ ਖਰਾਬ ਕਰਦਾ ਹੈ। ਬੇਸ਼ੱਕ ਉਹ ਕਾਜ਼ੀ ਤੇ ਮੁੱਲਾ ਕਹਾਉਂਦਾ ਹੈ, ਪਰ ਉਹ ਇਹ ਨਹੀਂ ਸਮਝਦਾ ਕਿ ਰੱਬ ਅਜਿਹੇ ਪਾਖੰਡ ਭਰੇ ਧਾਰਮਿਕ ਗਿਆਨ ਤੋਂ ਬਿਨਾਂ ਹੀ ਰਾਜ਼ੀ ਰਹਿੰਦਾ ਹੈ। ਰੱਬ ਦੀ ਦਰਗਾਹ ਵਿੱਚ ਉਹ ਵਿਅਕਤੀ ਹੀ ਨਫਾ ਪ੍ਰਾਪਤ ਕਰਦਾ ਹੈ ਜਿਸ ਦੀ ਨੀਅਤ ਸਾਫ਼ ਹੁੰਦੀ ਹੈ। ਅਜਿਹੇ ਧਰਮ ਗਿਆਨ ਵਾਲਾ ਵਿਅਕਤੀ ਲੋਕਾਂ ਨੂੰ ਹਰ ਰੋਜ਼ ਧਰਮ ਵਿਚਾਰ ਦੀਆਂ ਗੱਲਾਂ ਪੜ੍ਹ ਕੇ ਸੁਣਾਉਂਦਾ ਹੈ, ਪਰ ਉਹ ਧਰਮ ਦੀ ਕਿਰਤ ਨਹੀਂ ਕਰਦਾ, ਸਗੋਂ ਹਰਾਮ ਖਾਂਦਾ ਹੈ। ਉਹ ਬਾਹਰੋਂ ਆਪਣੇ ਆਪ ਨੂੰ ਸਚਿਆਰਾ ਦੱਸਦਾ ਹੈ, ਪਰੰਤੂ ਉਸਦੇ ਅੰਦਰ ਖੋਟ ਅਤੇ ਪਾਖੰਡ ਹੁੰਦਾ ਹੈ। ਅਜਿਹਾ ਵਿਦਵਾਨ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਣ ਲਈ ਜੋਤਿਸ਼ ਲਾਉਂਦਾ ਹੈ ਤੇ ਇਸ ਮੰਤਵ ਲਈ ਨਛੱਤਰਾਂ ਅਤੇ ਤਾਰਿਆਂ ਦੇ ਰਾਹ ਦੇ ਦਾਇਰੇ ਗਿਣਦਾ ਹੈ। ਉਹ ਮੰਤਰ ਟੂਣੇ ਤੇ ਝਾੜੇ ਵੀ ਕਰਦਾ ਹੈ ਅਤੇ ਅਬਜਦ ਗਿਣਦਾ ਹੋਇਆ ਤਵੀਤ ਵੀ ਦਿੰਦਾ ਹੈ। ਉਹ ਇਹ ਸਾਰਾ ਕੁਝ ਆਪਣੇ ਲਾਲਚ ਦੀ ਪੂਰਤੀ ਲਈ ਕਰਦਾ ਹੈ। ਅਜਿਹਾ ਧਾਰਮਿਕ ਇਲਮ ਦਾ ਵਿਦਵਾਨ ਅੱਖਾਂ ਹੁੰਦਿਆਂ ਸੁਣਦਿਆਂ ਵੀ ਅੰਨਾ ਹੁੰਦਾ ਹੈ। ਇਹ ਇਲਮ ਸਾਧ ਨੂੰ ਫੜ ਲੈਂਦਾ ਹੈ ਅਤੇ ਚੋਰ ਨੂੰ ਛੱਡ ਦਿੰਦਾ ਹੈ। ਇਸ ਕਰਕੇ ਇਸ ਨੂੰ ਪ੍ਰਾਪਤ ਕਰਨ ਵਾਲਾ ਦੋਹਾਂ ਜਹਾਨਾਂ ਵਿੱਚ ਖੁਆਰ ਹੁੰਦਾ ਹੈ। ਇਹ ਇਲਮ ਕਈ ਪੁਆੜੇ ਖੜੇ ਕਰਦਾ ਹੈ ਅਤੇ ਕਈ ਉਲਝਣਾਂ ਪੈਦਾ ਕਰਦਾ ਹੈ। ਇਸ ਨੂੰ ਪੜ੍ਹਨ ਵਾਲੇ ਜਿਗਿਆਸੂ ਰਾਹ ਵਿੱਚ ਹੀ ਅਟਕੇ ਰਹਿੰਦੇ ਹਨ। ਉਹਨਾਂ ਦੇ ਸਿਰ ਉੱਤੇ ਪ੍ਰੀਤਮ ਦੇ ਵਿਛੋੜੇ ਦਾ ਭਾਰ ਪਿਆ ਰਹਿੰਦਾ ਹੈ ਤੇ ਤੜਫ ਕੇ ਉਹਨਾਂ ਦੀ ਹਾਲਤ ਖਸਤਾ ਹੋ ਜਾਂਦੀ ਹੈ। ਅਜਿਹੇ ਇਲਮ ਪ੍ਰਾਪਤ ਕਰਨ ਵਾਲਾ ਅਖੌਤੀ ਵਿਦਵਾਨ ਲੋਕਾਂ ਵਿੱਚ ਮੀਆਂ ਜੀ ਕਹਾਉਂਦਾ ਹੈ, ਪਰ ਉਹ ਤੰਬਾ ਚੁੱਕ ਕੇ ਲੁੱਟ ਦੀ ਮੰਡੀ ਵਿੱਚ ਆ ਜਾਂਦਾ ਹੈ। ਉਹ ਰਿਸ਼ਵਤ ਲੈ ਕੇ ਦੂਜੇ ਦੇ ਹੱਕ ਉੱਤੇ ਛੁਰੀ ਚਲਾ ਦਿੰਦਾ ਹੈ। ਅਜਿਹਾ ਇਲਮ ਬਹੁਤਾ ਅਜ਼ਾਜ਼ਿਲ ਨੇ ਪੜ੍ਹਿਆ ਸੀ ਅਤੇ ਇਸ ਨੇ ਉਸਦਾ ਸਾਰਾ ਕੰਮ ਖਰਾਬ ਕਰ ਦਿੱਤਾ ਸੀ। ਫਲਸਰੂਪ ਉਸਨੇ ਰੱਬ ਦਾ ਕਿਹਾ ਨਾ ਮੰਨਿਆ ਤੇ ਉਸਨੇ ਉਸਨੂੰ ਸ਼ੈਤਾਨ ਬਣਾ ਦਿੱਤਾ। ਇਸ ਤਰ੍ਹਾਂ ਉਸਦੇ ਗਲ ਵਿੱਚ ਸਦਾ ਲਈ ਲਾਹਨਤ ਦਾ ਪੱਟਾ ਪੈ ਗਿਆ। ਅੰਤ ਉਹ ਜੀਵਨ ਦੀ ਬਾਜ਼ੀ ਹਾਰ ਗਿਆ। ਇਸੇ ਤਰ੍ਹਾਂ ਇਹ ਇਲਮ ਬੰਦੇ ਨੂੰ ਵੀ ਕਿਸੇ ਪਾਸੇ ਜੋਗਾ ਨਹੀਂ ਛੱਡੇਗਾ। ਬੁੱਲ੍ਹੇ ਸ਼ਾਹ ਨੇ ਇਸ ਇਲਮ ਦੀ ਥਾਂ ਇਸ਼ਕ ਦਾ ਸਬਕ ਪੜ੍ਹਿਆ ਹੈ, ਜਿਸ ਨਾਲ ਉਹ ਰੱਬ ਨਾਲ ਇਕਮਿਕਤਾ ਦੇ ਦਰਿਆ ਵਿੱਚ ਜਾ ਵੜਿਆ ਹੈ। ਜਦੋਂ ਉਹ ਸ਼ਰਾਂ ਦੀ ਘੁੰਮਣ ਘੇਰੀ ਵਿੱਚ ਫਸ ਗਿਆ ਤਾਂ ਉਸਦੇ ਮੁਰਸ਼ਦ ਸ਼ਾਹ ਅਨਾਇਤ ਨੇ ਉਸਨੂੰ ਪਾਰ ਲਾ ਦਿੱਤਾ। ਕਾਫੀ ਨੌਮੀ ਰਾਂਝਾ ਕਰਦੀ ਨੀ। ਇਹ ਕਾਫੀ ਬੁੱਲ੍ਹੇ ਸ਼ਾਹ ਦੀ ਰਚਨਾ ਹੈ। ਇਸ ਦਾ ਵਿਸ਼ਾ ਬੁੱਲ੍ਹੇ ਸ਼ਾਹ ਦੀ ਅਦੈਵਤਵਾਦੀ ਅਵਸਥਾ ਹੈ, ਜਿਸ ਵਿੱਚ ਪਹੁੰਚ ਕੇ ਉਹ ਰੱਬ ਨਾਲ ਇਕਮਿਕ ਅਨੁਭਵ ਕਰਦਾ ਹੈ। ਬੁੱਲ੍ਹੇ ਸ਼ਾਹ ਨੇ ਆਪਣੇ ਇਹਨਾਂ ਭਾਵਾਂ ਨੂੰ ਹੀਰ ਰਾਂਝੇ ਦੇ ਚਿੰਨ੍ਹਾਂ ਨੂੰ ਲੈ ਕੇ ਪੇਸ਼ ਕੀਤਾ ਹੈ। ਬੁੱਲ੍ਹੇ ਸ਼ਾਹ ਹੀਰ ਰੂਪ ਵਿੱਚ ਕਹਿੰਦਾ ਹੈ ਕਿ ਹੀਰ ਰਾਂਝੇ ਦਾ ਨਾਂ ਜਪਦੀ ਆਪ ਹੀ ਰਾਂਝਾ ਬਣ ਗਈ, ਅਰਥਾਤ ਉਸਨੂੰ ਆਪਣਾ ਆਪ ਹੀ ਰਾਂਝੇ ਦਾ ਸਰੂਪ ਪ੍ਰਤੀਤ ਹੋਣ ਲੱਗਾ ਹੈ। ਇਸ ਕਰਕੇ ਸਾਰੇ ਉਸਨੂੰ ਧਿੱਦੋ ਰਾਂਝਾ ਕਹਿ ਕੇ ਬੁਲਾਵੋ, ਕੋਈ ਉਸਨੂੰ ਹੀਰ ਕਹਿ ਕੇ ਨਾ ਬੁਲਾਵੇ। ਰਾਂਝਾ ਉਸਦੇ ਵਿੱਚ ਵੱਸਦਾ ਹੈ ਤੇ ਉਹ ਰਾਂਝੇ ਵਿੱਚ ਵੱਸਦੀ ਹੈ। ਉਸਨੂੰ ਹੋਰ ਕਿਸੇ ਚੀਜ਼ ਦਾ ਕੋਈ ਖਿਆਲ ਹੀ ਨਹੀਂ। ਉਸਨੂੰ ਆਪਣਾ ਆਪਾ, ਉਸਦਾ ਸਰੂਪ ਦਿਖਾਈ ਦੇ ਰਿਹਾ ਹੈ। ਉਸ ਰਾਂਝੇ ਦੇ ਹੱਥ ਵਿੱਚ ਖੁੰਡੀ ਹੈ ਅਤੇ ਉਸਦੇ ਅੱਗੇ ਮੱਝਾਂ ਹਨ। ਉਸਦੇ ਮੋਢੇ ਉੱਪਰ ਭੂਰਾ ਜਾ ਲੋਈ ਹੈ। ਦੇਖੋ ਸਿਆਲਾਂ ਦੀ ਬੇਟੀ ਹੀਰ ਕਿਸ ਅਵਸਥਾ ਨੂੰ ਜਾ ਪ੍ਰਤੀਤ ਹੋਈ ਹੈ। ਉਹ ਤਾਂ ਰਾਂਝਾ ਕਰਦੀ ਆਪ ਹੀ ਰਾਂਝੇ ਦਾ ਰੂਪ ਹੋ ਗਈ ਹੈ। ਕਾਫੀ 10ਵੀਂ ਬੁੱਲ੍ਹਾ ਕੀ ਜਾਣਾ ਮੈਂ ਕੌਣ। ਇਹ ਕਾਫੀ ਬੁੱਲ੍ਹੇ ਸ਼ਾਹ ਦੀ ਰਚਨਾ ਹੈ। ਇਸ ਕਾਫੀ ਵਿੱਚ ਬੁੱਲ੍ਹੇ ਸ਼ਾਹ ਨੇ ਅਦੈਵਤਵਾਦੀ ਅਨੁਭਵ ਦੇ ਅਧੀਨ ਆਪਣੇ ਅੰਦਰ ਕਿਸੇ ਪ੍ਰਕਾਰ ਦੀ ਹਿਊਮੇ ਨਾ ਹੋਣ ਤੇ ਕੇਵਲ ਇੱਕ ਪ੍ਰਭੂ ਦੀ ਪਛਾਣ ਕਰਨ ਦੇ ਭਾਵ ਅੰਕਿਤ ਕੀਤੇ ਹਨ। ਉਹ ਕਹਿੰਦਾ ਹੈ ਕਿ ਨਾ ਉਹ ਮਸੀਤਾਂ ਵਿੱਚ ਰਹਿਣ ਵਾਲਾ ਮੁਸਲਮਾਨੀ ਸ਼ਰ੍ਹਾ ਦਾ ਪਾਬੰਦ ਮੋਮਨ ਹੈ ਤੇ ਨਾ ਹੀ ਉਹ ਧਰਮ ਦੀਆਂ ਝੂਠੀਆਂ ਰੀਤਾਂ ਵਿੱਚ ਵਿਸ਼ਵਾਸ ਰੱਖਦਾ ਹੈ। ਨਾ ਉਹ ਆਪਣੇ ਆਪ ਨੂੰ ਪਵਿੱਤਰ ਲੋਕਾਂ ਵਿੱਚ ਗਿਣਦਾ ਹੈ
ਤੇ ਨਾ ਹੀ ਆਪਣੇ ਆਪ ਨੂੰ ਅਪਵਿੱਤਰ ਲੋਕਾਂ ਵਿੱਚ ਗਿਣਦਾ ਹੈ। ਨਾ ਉਹ ਫਿਰੌਨ ਵਾਂਗ ਹੰਕਾਰੀ ਹੈ ਤੇ ਨਾ ਹੀ ਉਹ ਫਿਰੌਨ ਦਾ ਮਾਨ ਤੋੜਨ ਵਾਲਾ ਮੂਸਾ ਹੈ। ਨਾ ਉਹ ਵੇਦ ਪੜ੍ਹਦਾ ਹੈ ਤੇ ਨਾ ਹੀ ਕੁਰਾਨ। ਨਾ ਉਹ ਭੰਗ ਜਾਂ ਸ਼ਰਾਬ ਪੀਣ ਵਾਲਿਆਂ ਵਿੱਚੋਂ ਹੈ ਅਤੇ ਨਾ ਹੀ ਉਹ ਮਲੰਗਾਂ ਜਾਂ ਨਸ਼ਾ ਪੀ ਕੇ ਬਦਮਸਤ ਹੋਣ ਵਾਲਿਆਂ ਵਿੱਚੋਂ ਹੈ। ਨਾ ਉਹ ਜਗਰਾਤੇ ਕੱਟਣ ਵਾਲਿਆਂ ਵਿੱਚੋਂ ਹੈ ਤੇ ਨਾ ਹੀ ਸੁੱਤੇ ਰਹਿਣ ਵਾਲਿਆਂ ਵਿੱਚੋਂ। ਨਾ ਉਹ ਖੁਸ਼ੀਆਂ ਮਾਣਦਾ ਹੈ ਤੇ ਨਾ ਹੀ ਗਮਗੀਨ ਕਹਿੰਦਾ ਹੈ। ਨਾ ਉਹ ਪਾਣੀ ਦਾ ਬਣਿਆ ਹੋਇਆ ਹੈ ਤੇ ਨਾ ਹੀ ਮਿੱਟੀ ਦਾ ਬਣਿਆ ਹੋਇਆ ਹੈ। ਨਾ ਉਹ ਅੱਗ ਦਾ ਬਣਿਆ ਹੋਇਆ ਹੈ ਤੇ ਨਾ ਹੀ ਹਵਾ ਦਾ ਬਣਿਆ ਹੋਇਆ ਹੈ। ਨਾ ਉਹ ਅਰਬ ਦਾ ਰਹਿਣ ਵਾਲਾ ਹੈ ਤੇ ਨਾ ਹੀ ਲਾਹੌਰ ਦਾ। ਨਾ ਉਹ ਹਿੰਦੀ ਹੈ ਤੇ ਨਾ ਹੀ ਨਗੌਰ ਸ਼ਹਿਰ ਦਾ ਰਹਿਣ ਵਾਲਾ ਹੈ। ਨਾ ਉਹ ਹਿੰਦੂ ਹੈ ਤੇ ਨਾ ਪਸ਼ੌਰੀ ਤੁਰਕ ਅਤੇ ਨਾ ਹੀ ਨਦੌਨ ਦੇ ਸੂਫੀ ਤਕੀਏ ਨਾਲ ਸੰਬੰਧ ਰੱਖਣ ਵਾਲਾ ਹੈ। ਨਾ ਉਸਨੇ ਧਰਮ ਦਾ ਭੇਤ ਪਾਇਆ ਹੈ ਤੇ ਨਾ ਹੀ ਉਹ ਬਾਬੇ ਆਦਮ ਤੇ ਮਾਈ ਹਵਾ ਦਾ ਪੁੱਤਰ ਹੋਣ ਦਾ ਅਭਿਮਾਨ ਕਰਦਾ ਹੈ। ਨਾ ਉਸਨੇ ਇਸ ਸੰਸਾਰ ਵਿੱਚ ਆਪਣਾ ਵੱਡਾ ਨਾਂ ਧਰਿਆ ਹੈ। ਨਾ ਉਹ ਇੱਕ ਥਾਂ ਡੇਰਾ ਲਾਉਣ ਵਾਲੇ ਫਕੀਰਾਂ ਵਿੱਚੋਂ ਹੈ ਤੇ ਨਾ ਹੀ ਘੁੰਮਣ ਵਾਲਿਆਂ ਵਿੱਚੋਂ ਹੈ। ਕਾਫੀ 11ਵੀਂ ਪਾਣੀ ਭਰ ਭਰ ਗਈਆਂ। ਇਹ ਕਾਫੀ ਬੁੱਲ੍ਹੇ ਸ਼ਾਹ ਦੀ ਰਚਨਾ ਹੈ। ਇਸ ਦਾ ਵਿਸ਼ਾ ਸੰਸਾਰਿਕ ਪਦਾਰਥਾਂ ਨੂੰ ਇਕੱਠਾ ਕਰਨ ਵਿੱਚ ਲੱਗ ਕੇ ਪ੍ਰਭੂ ਪ੍ਰੀਤਮ ਨੂੰ ਭੁੱਲਣ ਵਾਲੀਆਂ ਜੀਵ ਇਸਤਰੀਆਂ ਦੇ ਸ਼ਿੰਗਾਰ ਦੀ ਨਿਰਾਰਥਕਤਾ ਨੂੰ ਪੇਸ਼ ਕਰਦਾ ਹੈ। ਕਵੀ ਕਹਿੰਦਾ ਹੈ ਕਿ ਹਰ ਇੱਕ ਜੀਵ ਇਸਤਰੀ ਆਪੋ ਆਪਣੀ ਵਾਰੀ ਨਾਲ ਦੁਨੀਆ ਵਿੱਚ ਆ ਕੇ ਸੰਸਾਰਿਕ ਕੰਮਾਂ ਦਾ ਪਾਣੀ ਭਰਨ ਵਿੱਚ ਲੱਗੀ ਰਹਿੰਦੀ ਹੈ। ਉਸਨੇ ਬੇਸ਼ੱਕ ਬਾਹਾਂ ਵਿੱਚ ਛਣਕਦਾ ਚੂੜਾ, ਗਲ ਵਿੱਚ ਹਾਰ ਹਮੇਲਾਂ, ਕੰਨਾਂ ਵਿੱਚ ਮਛਰਿਆਲੇ ਪਾਏ ਹੁੰਦੇ ਹਨ। ਉਸਨੇ ਹੱਥਾਂ ਪੈਰਾਂ ਉੱਤੇ ਮਹਿੰਦੀ ਲਾਈ ਹੁੰਦੀ ਹੈ ਤੇ ਸਿਰ ਉੱਤੇ ਮਿੱਡੀਆਂ ਗੁੰਦੀਆਂ ਹੁੰਦੀਆਂ ਹਨ। ਉਹ ਖੁਸ਼ਬੂਦਾਰ ਤੇਲਾਂ ਦੀ ਵਰਤੋਂ ਕਰਦੀ ਹੈ, ਮੂੰਹ ਵਿੱਚ ਪਾਨ ਦਾ ਬੀੜਾ ਚਬਾਉਂਦੀ ਹੈ ਤੇ ਦੰਦਾਂ ਉੱਪਰ ਰੰਗਲੀ ਦਾਤਣ ਮਲਦੀ ਹੈ। ਪਰ ਉਸਦਾ ਇਹ ਹਾਰ ਸ਼ਿੰਗਾਰ ਵਿਅਰਥ ਹੋ ਜਾਂਦਾ ਹੈ ਜਦੋਂ ਮੌਤ ਦੀ ਡਾਢੀ ਸੱਟ ਪੈਂਦੀ ਹੈ ਤੇ ਉਸਨੂੰ ਘਰ-ਬਾਰ ਛੱਡ ਕੇ ਇੱਥੋਂ ਤੁਰਨਾ ਪੈ ਜਾਂਦਾ ਹੈ। ਅੱਗੇ ਸ਼ੁਭ ਅਮਲਾਂ ਤੋਂ ਸੱਖਣੀ ਹੋਣ ਕਰਕੇ ਉਹ ਪ੍ਰਭੂ ਪਤੀ ਦੀ ਦਰਗਾਹ ਵਿੱਚ ਕਬੂਲ ਨਹੀਂ ਹੁੰਦੀ, ਇਸ ਲਈ ਉਸਦਾ ਜਨਮ ਵਿਅਰਥ ਜਾਂਦਾ ਹੈ। ਜੇਕਰ ਉਹ ਪ੍ਰਭੂ ਪਤੀ ਦੇ ਰਸਤੇ ਉੱਪਰ ਪੈ ਕੇ ਉਸਨੂੰ ਯਾਦ ਕਰੇ ਤਾਂ ਉਹ ਉਸਨੂੰ ਪਛਾਣ ਲਵੇਗਾ। ਪਰ ਉਹ ਪ੍ਰੇਮ ਦੀ ਸ਼ਤਰੰਜ ਵਿੱਚ ਚਾਹੁੰਦੀ ਹੈ ਕਿ ਸੱਤਾ ਪਵੇ, ਪਰ ਉਸਨੂੰ ਪੈਂਦੇ 3 ਕਾਣੇ ਹਨ। ਉਹ ਆਲੇ ਦੁਆਲੇ ਦੀ ਵੀ ਕੋਈ ਗੱਲ ਨਹੀਂ ਸੁਣਦੀ। ਇਸ ਤਰ੍ਹਾਂ ਉਸਦੀ ਹਾਲਤ ਗੂੰਗਿਆਂ ਬੋਲਿਆਂ ਵਾਲੀ ਹੈ ਤੇ ਉਹ ਜਾਣ ਬੁੱਝ ਕੇ ਬਾਜੀ ਹਾਰ ਜਾਂਦੀ ਹੈ। ਉਹ ਸੰਸਾਰਿਕ ਪਦਾਰਥਾਂ ਦਾ ਪਾਣੀ ਭਰਦੀ ਹੋਈ ਇਸ ਸੰਸਾਰ ਤੋਂ ਕੂਚ ਕਰ ਜਾਂਦੀ ਹੈ ਤੇ ਪ੍ਰਭੂ ਪਤੀ ਦੇ ਪਿਆਰ ਤੋਂ ਵਾਂਝੀ ਰਹਿ ਜਾਂਦੀ ਹੈ। ਕਾਫੀ 12ਵੀਂ ਮੈਂ ਘਸੁੰਬੜਾ ਚੁਗ ਚੁਗ ਹਾਰੀ। ਇਹ ਕਾਫੀ ਬੁੱਲ੍ਹੇ ਸ਼ਾਹ ਦੀ ਰਚੀ ਹੋਈ ਇੱਕ ਪ੍ਰਸਿੱਧ ਕਾਫੀ ਹੈ। ਇਸ ਕਾਫੀ ਦਾ ਵਿਸ਼ਾ ਜੀਵ ਇਸਤਰੀ ਦੇ ਝੂਠੇ ਸੰਸਾਰਿਕ ਪਦਾਰਥਾਂ ਵਿੱਚ ਖਚਿਤ ਹੋਣ ਨੂੰ ਬਿਆਨ ਕਰਨਾ ਹੈ। ਕਵੀ ਇਸਤਰੀ ਰੂਪ ਵਿੱਚ ਲਿਖਦਾ ਹੈ ਕਿ ਉਹ ਸੰਸਾਰਿਕ ਪਦਾਰਥਾਂ ਰੂਪੀ ਕਸੁੰਬੇ ਦੇ ਫੁੱਲਾਂ ਨੂੰ ਇਕੱਠੇ ਕਰਨ ਵਿੱਚ ਲੱਗੀ ਰਹੀ ਹੈ ਅਤੇ ਉਸਦੇ ਮਨ ਅਤੇ ਉਸਦੇ ਵਿਚਾਰਾਂ ਨੇ ਉਸਨੂੰ ਇਸ ਪਾਸੇ ਵੱਲੋਂ ਹਟਣ ਨਾ ਦਿੱਤਾ। ਇਸ ਕਸੁੰਬੇ ਨੂੰ ਇਕੱਠਾ ਕਰ ਕਰਕੇ ਉਸਨੇ ਢੇਰ ਲਾ ਲਿਆ, ਪਰ ਜਦੋਂ ਮੌਤ ਆਈ ਤਾਂ ਸ਼ੁਭ ਗੁਣਾਂ ਤੋਂ ਸੱਖਣੀ ਹੋਣ ਕਰਕੇ ਉਸਨੂੰ ਪਾਪਾਂ ਦੀ ਭਾਰੀ ਗੰਢ ਲੈ ਕੇ ਮੁਸ਼ਕਿਲ ਪੈਂਡੇ ਉੱਪਰ ਤੁਰਨਾ ਪਿਆ ਤੇ ਉਹ ਔਗੁਣਹਾਰੀ ਪਾਰ ਲੰਘਣ ਤੋਂ ਅਸਮਰਥ ਰਹੀ। ਇਸ ਤਰ੍ਹਾਂ ਉਹ ਜੀਵਨ ਦੀ ਬਾਜ਼ੀ ਨੂੰ ਹਾਰ ਬੈਠੀ। ਉਸਨੇ ਆਪਣੇ ਆਲੇ ਦੁਆਲੇ ਵਿੱਚ ਵਸਦੇ ਰਸਦੇ ਪਰਮਾਤਮਾ ਨੂੰ ਨਾ ਪਛਾਣਿਆ ਤੇ ਉਹ ਆਪਣੇ ਔਗੁਣਾਂ ਕਰਕੇ ਉਹਦੇ ਲਾਇਕ ਨਾ ਰਹੀ। ਪਰ ਉਸਨੂੰ ਉਸਦੇ ਮੁਰਸ਼ਦ ਸ਼ਾਹ ਅਨਾਇਤ ਨੇ ਆਪਣੀ ਸਿੱਖਿਆ ਨਾਲ ਪਾਰ ਲਾ ਦਿੱਤਾ। ਇਸ ਤਰ੍ਹਾਂ ਬੁੱਲ੍ਹੇ ਸ਼ਾਹ ਸਪਸ਼ਟ ਕਰਦਾ ਹੈ ਕਿ ਜੀਵ ਇਸਤਰੀ ਮੁਰਸ਼ਦ ਦੀ ਸਿੱਖਿਆ ਨਾਲ ਹੀ ਸੰਸਾਰਿਕ ਪਦਾਰਥਾਂ ਦੇ ਮੋਹ ਵਿੱਚੋਂ ਨਿਕਲ ਕੇ ਭਗਤੀ ਤੇ ਨੇਕ ਕੰਮਾਂ ਵਿੱਚ ਲੱਗ ਸਕਦੀ ਹੈ ਅਤੇ ਮੁਕਤੀ ਪ੍ਰਾਪਤ ਕਰ ਸਕਦੀ ਹੈ। ਕਾਫੀ 13ਵੀਂ ਕੱਤ ਕੁੜੇ ਨਾ ਵੱਤ ਕੁੜੇ। ਇਹ ਕਾਫੀ ਸਾਈਂ ਬੁੱਲ੍ਹੇ ਸ਼ਾਹ ਦੀ ਲਿਖੀ ਹੋਈ ਹੈ। ਇਸ ਕਾਫੀ ਦਾ ਵਿਸ਼ਾ ਜੀਵ ਰੂਪੀ ਕੁੜੀ ਨੂੰ ਨੇਕ ਅਮਲ ਕਰਨ ਦਾ ਉਪਦੇਸ਼ ਦੇਣਾ ਹੈ, ਕਿਉਂਕਿ ਅਮਲਾਂ ਨਾਲ ਹੀ ਉਹ ਮੌਤ ਪਿੱਛੋਂ ਪ੍ਰਭੂ ਪਤੀ ਦੇ ਪਿਆਰ ਦੀ ਪਾਤਰ ਬਣ ਸਕਦੀ ਹੈ। ਕਵੀ ਕਹਿੰਦਾ ਹੈ ਕਿ ਜੀਵ ਰੂਪੀ ਕੁੜੀ ਨੂੰ ਨੇਕ ਅਮਲਾਂ ਦਾ ਚਰਖਾ ਕੱਤਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਕੱਤੇ ਹੋਏ ਦਾ ਦਾਜ ਹੀ ਅੱਗੇ ਜਾ ਕੇ ਉਸਦੇ ਕੰਮ ਆਉਣਾ ਹੈ। ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸਦੇ ਬਾਪ ਨੇ ਉਸਦੀ ਕੁੜਮਾਈ ਕੀਤੀ ਹੋਈ ਹੈ ਤੇ ਵਿਆਹ ਧਰ ਦਿੱਤਾ ਹੈ। ਜਿਸ ਦਿਨ ਉਸਨੇ ਵਿਆਹੀ ਜਾਣਾ ਹੈ
ਅਰਥਾਤ ਮਰ ਜਾਣਾ ਹੈ। ਉਸਨੇ ਸੰਸਾਰ ਰੂਪੀ ਪੇਕੇ ਘਰ ਵਿੱਚ ਮੁੜ ਕੇ ਨਹੀਂ ਆਉਣਾ। ਉਸਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਸਦੇ ਨਾਲ ਦੀਆਂ ਕੁੜੀਆਂ ਨੇ ਦਾਜ ਰੰਗਾ ਲਏ ਹਨ ਤੇ ਸੂਹੇ ਸਾਲੂ ਪਹਿਨ ਲਏ ਹਨ। ਉਹ ਪ੍ਰਭੂ ਪਤੀ ਨੂੰ ਮਿਲਣ ਲਈ ਤਿਆਰ ਖੜੀਆਂ ਹਨ। ਉਸਦਾ ਪਤੀ ਵੀ ਉਸਨੂੰ ਵਿਆਹੁਣ ਲਈ ਆਵੇਗਾ, ਪਰ ਉਹ ਤਾਂ ਹੀ ਉਸਦੇ ਪਿਆਰ ਦੀ ਪਾਤਰ ਬਣੇਗੀ ਜੇਕਰ ਉਸ ਵਿੱਚ ਗੁਣ ਹੋਣਗੇ। ਗੁਣ ਨਾ ਹੋਣ ਦੀ ਹਾਲਤ ਵਿੱਚ ਉਸਦੇ ਪੱਲੇ ਰੋਣਾ ਧੋਣਾ ਹੀ ਰਹਿ ਜਾਵੇਗਾ। ਕਵਿਤਾ 14ਵੀਂ 12 ਮਾਹ। 12 ਮਾਹ ਬੁੱਲ੍ਹੇ ਸ਼ਾਹ ਦੀ ਰਚਨਾ ਹੈ। ਇਸ ਵਿੱਚ ਕਵੀ ਨੇ ਹਰ ਮਹੀਨੇ ਦੀ ਕੁਦਰਤ ਵਰਣਨ ਦੀ ਛੋਹ ਨਾਲ ਆਪਣੇ ਪ੍ਰੀਤਮ ਮੁਰਸ਼ਦ ਅਨਾਇਤ ਸ਼ਾਹ ਕਾਦਰੀ ਦੇ ਵਿਛੋੜੇ ਦੇ ਦੁੱਖ ਤੇ ਉਸਦੇ ਮਿਲਾਪ ਦੀ ਤਾਂਘ ਨੂੰ ਬਿਆਨ ਕੀਤਾ ਹੈ। ਸਪਤਿਕਾ ਪਾਠ ਪੁਸਤਕ ਵਿੱਚ ਪੂਰਾ 12 ਮਾਹ ਦਾ ਸੰਗ੍ਰਹਿ ਨਹੀਂ, ਕੇਵਲ ਮਾਘ, ਫੱਗਣ ਤੇ ਸਾਵਣ ਮਹੀਨਿਆਂ ਨਾਲ ਸੰਬੰਧਿਤ ਕਾਵਿ-ਅੰਸ਼ ਹੀ ਸ਼ਾਮਿਲ ਹਨ। ਬਿਰਹਨ ਇਸਤਰੀ ਦੇ ਰੂਪ ਵਿੱਚ ਆਪਣੇ ਮੁਰਸ਼ਦ ਪ੍ਰੀਤਮ ਦੇ ਵਿਛੋੜੇ ਦੇ ਦੁੱਖ ਨੂੰ ਬਿਆਨ ਕਰਦਿਆਂ ਬੁੱਲ੍ਹੇ ਸ਼ਾਹ ਕਹਿ ਰਿਹਾ ਹੈ ਕਿ ਉਸਦੀਆਂ ਸਖੀਆਂ ਸਹੇਲੀਆਂ ਤੀਰਥ ਯਾਤਰਾ ਦਾ ਸਮਾਨ ਨਾਲ ਲੈ ਕੇ ਮਾਘੀ ਨਹਾਉਣ ਲਈ ਚਲੀਆਂ ਗਈਆਂ ਹਨ। ਬੱਦਲ ਗੱਜ ਗੱਜ ਕੇ ਵਰ ਰਿਹਾ ਹੈ, ਪਰ ਉਹ ਵਿਛੋੜੇ ਮਾਰੀ ਇਸਦਾ ਆਨੰਦ ਲੈਣ ਦੀ ਥਾਂ ਧੂੜ ਵਿੱਚ ਹੀ ਇਸ਼ਨਾਨ ਕਰ ਰਹੀ ਹੈ। ਉਸਦੇ ਦਿਲ ਵਿੱਚ ਪ੍ਰੀਤਮ ਦੀ ਮੁਹੱਬਤ ਜਾਗ ਪਈ ਹੈ। ਉਸਦੇ ਮਨ ਵਿੱਚ ਉਸਨੂੰ ਮਿਲਣ ਦੀ ਨਵੀਂ ਤਾਂਘ ਪੈਦਾ ਹੋਈ ਹੈ। ਇਸ਼ਕ ਰੂਪੀ ਮੁੱਲਾ ਬਾਂਗ ਦੇ ਰਿਹਾ ਹੈ ਤੇ ਉਹ ਨਮਾਜ਼ ਪੜ੍ਹ ਕੇ ਆਪਣੇ ਪ੍ਰੀਤਮ ਦੇ ਮਿਲਾਪ ਦੀ ਇੱਛਾ ਕਰ ਰਹੀ ਹੈ। ਉਹ ਦੁਆਵਾਂ ਕਰਦੀ ਹੋਈ ਕਹਿ ਰਹੀ ਹੈ ਕਿ ਉਹ ਉਸਨੂੰ ਮਿਲੇ। ਉਸਦੇ ਮਨ ਵਿੱਚ ਉਸਨੂੰ ਮਿਲਣ ਦਾ ਚਾਅ ਉਛਾਲੇ ਮਾਰ ਰਿਹਾ ਹੈ। ਬੇਸ਼ੱਕ ਉਹ ਦੁਖੀ ਨੂੰ ਹੋਰ ਦੁੱਖ ਦੇ ਲਵੇ, ਪਰ ਉਹ ਚਾਹੁੰਦੀ ਹੈ ਕਿ ਉਹ ਉਸਨੂੰ ਪਾਵੇ ਤੇ ਸਦਾ ਲਈ ਉਸਦੀ ਹੀ ਹੋ ਰਹੇ। ਫੱਗਣ ਦੇ ਮਹੀਨੇ ਵਿੱਚ ਖੇਤ ਤੇ ਰੁੱਖ ਫੁੱਲਾਂ ਨਾਲ ਭਰ ਗਏ ਹਨ। ਹਰ ਡਾਲੀ ਨੂੰ ਫੁੱਲਾਂ ਤੇ ਪੱਤਿਆਂ ਨੇ ਸ਼ਿੰਗਾਰਿਆ ਹੈ। ਉਸਦੀਆਂ ਸਹੇਲੀਆਂ ਫੱਗਣ ਵਿੱਚ ਹੋਲੀ ਖੇਡ ਕੇ ਖੁਸ਼ੀ ਮਨਾ ਰਹੀਆਂ ਹਨ, ਪਰ ਉਹ ਬਿਰਹਨ ਦੀਆਂ ਅੱਖਾਂ ਵਿੱਚੋਂ ਅੱਥਰੂ ਦੇ ਝਰਨੇ ਵਗ ਰਹੇ ਹਨ। ਇਸ ਤਰ੍ਹਾਂ ਉਸ ਲਈ ਜਿਉਂਦਿਆਂ ਸਮਾਂ ਕੱਟਣਾ ਬੜਾ ਔਖਾ ਹੋ ਗਿਆ ਹੈ। ਉਸਦੇ ਸੀਨੇ ਵਿੱਚ ਪ੍ਰੇਮ ਦੇ ਬਾਣ ਲੱਗ ਲੱਗ ਕੇ ਉਸਨੂੰ ਜ਼ਖਮੀ ਕਰ ਰਹੇ ਹਨ। ਉਸਦੀਆਂ ਅੱਖਾਂ ਇੱਕ ਤਰ੍ਹਾਂ ਨਾਲ ਅੱਥਰੂਆਂ ਦੀ ਹੋਲੀ ਖੇਡ ਰਹੀਆਂ ਹਨ। ਅਸਲ ਵਿੱਚ ਜੋ ਕੁਝ ਉਸ ਨਾਲ ਹੋ ਰਿਹਾ ਹੈ, ਇਹ ਧੁਰੋਂ ਲਿਖੇ ਅਨੁਸਾਰ ਹੋ ਰਿਹਾ ਹੈ। ਇਸਨੂੰ ਕੋਈ ਮਿਟਾ ਨਹੀਂ ਸਕਦਾ। ਇਸਦੇ ਅਨੁਸਾਰ ਹੀ ਉਸਨੂੰ ਦੁੱਖਾਂ ਦੇ ਸੂਲਾਂ ਦਾ ਸਮਾਨ ਪ੍ਰਾਪਤ ਹੋਇਆ। ਕੋਈ ਉਸਦੇ ਮੁਰਸ਼ਦ ਪ੍ਰੀਤਮ ਨੂੰ ਉਸਦੀ ਹਾਲਤ ਦੱਸੇ ਜਿਸ ਦੀ ਖਾਤਰ ਉਹ ਰੋ ਰਹੀ ਹੈ। ਵਿਛੋੜੇ ਦੇ ਦੁੱਖ ਪਿੱਛੋਂ ਮਿਲਾਪ ਦੀ ਖੁਸ਼ੀ ਨੂੰ ਬਿਆਨ ਕਰਦਿਆਂ ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਜਿਸ ਤਰ੍ਹਾਂ ਸਾਵਣ ਦਾ ਮਹੀਨਾ ਧਰਤੀ ਉੱਤੇ ਬੂੰਦਾਂ ਵਰ੍ਹਣ ਨਾਲ ਸੋਹਣਾ ਲੱਗਦਾ ਹੈ, ਇਸ ਤਰ੍ਹਾਂ ਹੀ ਹਿਰਦੇ ਵਿੱਚ ਪ੍ਰਭੂ ਦਾ ਨਿਵਾਸ ਸੋਹਣਾ ਲੱਗਦਾ ਹੈ। ਜਿਵੇਂ ਸਾਵਣ ਦੇ ਮਹੀਨੇ ਵਿੱਚ ਗਰਜਦੇ ਜ਼ੋਰਦਾਰ ਬੱਦਲ ਨਾਲ ਤੇ ਮੀਂਹ ਪੈਣ ਨਾਲ ਧਰਤੀ ਦੀ ਤਪਤ ਦੂਰ ਹੁੰਦੀ ਹੈ, ਇਸੇ ਤਰ੍ਹਾਂ ਉਸਦੇ ਮੁਰਸ਼ਦ ਦੇ ਮਿਲਾਪ ਨਾਲ ਉਸਦੇ ਹਿਰਦੇ ਦੀ ਤਪਤ ਦੂਰ ਹੋ ਗਈ ਹੈ। ਉਸਦੇ ਹਿਰਦੇ ਘਰ ਵਿੱਚ ਉਸਦਾ ਰੰਗ ਰੰਗੀਲਾ ਪ੍ਰੀਤਮ ਆਇਆ ਹੈ। ਉਸਦੀਆਂ ਆਸਾਂ ਪੂਰੀਆਂ ਹੋ ਰਹੀਆਂ ਹਨ। ਇਸ ਤਰ੍ਹਾਂ ਰੱਬ ਨੇ ਉਸਨੂੰ ਉਸਦੇ ਮੁਰਸ਼ਦ ਪ੍ਰੀਤਮ ਨਾਲ ਮਿਲਾ ਕੇ ਉਸਦੀਆਂ ਆਸਾਂ ਪੂਰੀਆਂ ਕਰ ਦਿੱਤੀਆਂ ਹਨ। ਉਸਦੀਆਂ ਸਹੇਲੀਆਂ ਉਸਨੂੰ ਵਧਾਈਆਂ ਦੇਣ ਲਈ ਆਈਆਂ ਹਨ। ਹੀਰ ਵਾਰਿਸ। ਹੀਰ ਵਾਰਿਸ ਨੂੰ ਪੰਜਾਬੀ ਸਾਹਿਤ ਵਿੱਚ ਬਹੁਤ ਹੀ ਉੱਚਾ ਸਥਾਨ ਪ੍ਰਾਪਤ ਹੈ। ਇਹ ਮੱਧਕਾਲ ਦੀ ਇੱਕ ਉੱਤਮ ਰਚਨਾ ਹੈ। ਇਸ ਵਿੱਚ ਵਾਰਿਸ ਸ਼ਾਹ ਨੇ ਹੀਰ ਰਾਂਝੇ ਦੀ ਪ੍ਰੀਤ ਕਹਾਣੀ ਨੂੰ ਬੜੇ ਹੀ ਨਿਵੇਕਲੇ ਤੇ ਰੌਚਕ ਢੰਗ ਵਿੱਚ ਪੇਸ਼ ਕੀਤਾ ਹੈ। ਹੀਰ ਰਾਂਝੇ ਦੀ ਪ੍ਰੀਤ ਕਹਾਣੀ ਨੂੰ ਬਿਆਨ ਕਰਨਾ ਹੀ ਇਸਦਾ ਵਿਸ਼ਾ ਹੈ। ਕਿੱਸੇ ਦਾ ਆਰੰਭ ਰੱਬ ਦੀ ਉਸਤਤ ਤੇ ਇਸ਼ਕ ਸੰਬੰਧੀ ਕਵੀ ਦੁਆਰਾ ਪ੍ਰਗਟ ਕੀਤੇ ਵਿਚਾਰਾਂ ਨਾਲ ਹੁੰਦਾ ਹੈ। ਇਸ ਪਿੱਛੋਂ ਕਵੀ ਦੱਸਦਾ ਹੈ ਕਿ ਉਸਨੇ ਯਾਰਾਂ ਦੀ ਫਰਮਾਇਸ਼ ਉੱਤੇ ਇਹ ਕਿੱਸਾ ਅਜਬ ਬਹਾਰ ਦਾ ਜੋੜਿਆ ਹੈ। ਇਸ ਪਿੱਛੋਂ ਉਹ ਰਾਂਝੇ ਦੇ ਪਿੰਡ ਤਖਤ ਹਜ਼ਾਰੇ ਦੀ ਤਾਰੀਫ ਕਰਨ ਮਗਰੋਂ ਉਸਦੇ ਭਾਬੀਆਂ ਨਾਲ ਲੜ ਕੇ ਘਰੋਂ ਨਿਕਲਣ ਦੀ ਘਟਨਾ ਦਾ ਉਲੇਖ ਕਰਦਿਆਂ ਦੱਸਦਾ ਹੈ ਕਿ ਝਨਾ ਦਰਿਆ ਵਿੱਚ ਜਦੋਂ ਉਹ ਹੀਰ ਦੀ ਬੇੜੀ ਵਿੱਚ ਡੱਠੇ ਪਲੰਘ ਉੱਪਰ ਆਰਾਮ ਕਰ ਰਿਹਾ ਸੀ, ਤਾਂ ਰੂਪ ਦੇ ਗੁਮਾਨ ਨਾਲ ਭਰੀ ਲੋਹੜੇ ਦੇ ਕੁਦਰਤੀ ਤੇ ਸ਼ਿੰਗਾਰੇ ਹੋਏ ਹੁਸਨ ਦੇ ਹੰਕਾਰ ਨਾਲ ਭਰੀ ਹੀਰ 60 ਸਹੇਲੀਆਂ ਨੂੰ ਨਾਲ ਲੈ ਕੇ ਉਸਨੂੰ ਛਮਕਾਂ ਨਾਲ ਮਾਰਨ ਲਈ ਆਈ। ਪਰ ਇਸ ਸਮੇਂ ਦੋਹਾਂ ਦੀਆਂ ਅੱਖਾਂ ਚਾਰ ਹੁੰਦਿਆਂ ਹੀ ਉਹਨਾਂ ਦਾ ਆਪਸ ਵਿੱਚ ਪਿਆਰ ਪੈ ਗਿਆ। ਇਸ ਸਮੇਂ ਵਾਰਿਸ ਸ਼ਾਹ ਦੁਆਰਾ ਕੀਤਾ ਹੀਰ ਦੀ ਸੁੰਦਰਤਾ ਦਾ ਵੇਰਵੇ ਭਰਪੂਰ ਬਿਆਨ
ਕਹਾਣੀ ਵਿੱਚ ਖੜੋਤ ਪੈਦਾ ਕਰਦਾ ਹੈ। ਦੋਵੇਂ ਪ੍ਰੇਮੀ ਇੱਕ ਦੂਜੇ ਦਾ ਦਿਲ ਜਿੱਤਦੇ ਹਨ ਤੇ ਹੀਰ ਉਸਨੂੰ ਆਪਣੇ ਬਾਪ ਚੂਚਕ ਦੇ ਕੋਲ ਲਿਜਾ ਕੇ ਉਸਨੂੰ ਮੱਝਾਂ ਚਾਰਨ ਲਈ ਨੌਕਰ ਰਖਵਾ ਲੈਂਦੀ ਹੈ। ਦੋਹਾਂ ਦੀ ਪ੍ਰੀਤ ਦੇ ਦੋਖੀ ਪੈਦਾ ਹੋ ਜਾਂਦੇ ਹਨ ਤੇ ਫਿਰ ਹੀਰ ਰੰਗਪੁਰ ਖੇੜਿਆਂ ਦੇ ਸੈਦੇ ਨਾਲ ਵਿਆਹੀ ਜਾਂਦੀ ਹੈ। ਰਾਂਝਾ ਹੀਰ ਦੇ ਵਿਛੋੜੇ ਵਿੱਚ ਤੜਫਦਾ ਬਾਲਨਾਥ ਜੋਗੀ ਤੋਂ ਜੋਗ ਲੈ ਕੇ ਰੰਗਪੁਰ ਖੇੜੀ ਪਹੁੰਚਦਾ ਹੈ, ਜਿਸ ਬਾਰੇ ਖਬਰ ਪਾ ਕੇ ਹੀਰ ਬਹੁਤ ਹੀ ਦੁਖੀ ਹੁੰਦੀ ਹੈ। ਇੱਥੇ ਪਹਿਲਾਂ ਰਾਂਝੇ ਦੀ ਸਹਿਤੀ ਨਾਲ ਝੜਪ ਹੁੰਦੀ ਹੈ, ਪਰ ਮਗਰੋਂ ਉਹ ਉਸਨੂੰ ਪਹੁੰਚਿਆ ਹੋਇਆ ਫਕੀਰ ਸਮਝਦੀ ਹੋਈ ਹੀਰ ਨੂੰ ਕਾਲੇ ਬਾਗ ਵਿੱਚ ਉਸਨੂੰ ਮਿਲਣ ਲਈ ਭੇਜਦੀ ਹੈ। ਪਿੱਛੋਂ ਬਣਾਈ ਯੋਜਨਾ ਅਨੁਸਾਰ ਹੀਰ ਸੱਪ ਲੜੇ ਦਾ ਬਹਾਨਾ ਕਰਦੀ ਹੈ, ਜਿਸ ਦਾ ਜ਼ਹਿਰ ਉਤਾਰਨ ਲਈ ਰਾਂਝਾ ਜੋਗੀ ਆਉਂਦਾ ਹੈ ਤੇ ਉਹ ਹੀਰ ਦੇ ਇਲਾਜ ਲਈ ਉਸਨੂੰ ਸਹਿਤੀ ਅਤੇ ਬਾਕੀ ਘਰਦਿਆਂ ਤੋਂ ਇੱਕ ਵੱਖਰੇ ਕੋਠੇ ਵਿੱਚ ਰਖਵਾ ਲੈਂਦਾ ਹੈ। ਰਾਤ ਨੂੰ ਉਹ ਸਹਿਤੀ ਨੂੰ ਉਸਦਾ ਪ੍ਰੇਮੀ ਮੁਰਾਦ ਮਿਲਾ ਦਿੰਦਾ ਹੈ ਤੇ ਆਪ ਹੀਰ ਨੂੰ ਲੈ ਕੇ ਨਿਕਲ ਤੁਰਦਾ ਹੈ। ਖੇੜੇ ਪਿੱਛਾ ਕਰਦੇ ਹਨ ਤੇ ਉਹਨਾਂ ਨੂੰ ਫੜ ਲੈਂਦੇ ਹਨ। ਮਾਮਲਾ ਅਦਲੀ ਰਾਜੇ ਦੇ ਪੇਸ਼ ਹੁੰਦਾ ਹੈ। ਕਾਜ਼ੀ ਹੀਰ ਨੂੰ ਸੈਦੇ ਖੇੜੇ ਨੂੰ ਸੌਂਪ ਦਿੰਦਾ ਹੈ। ਇਸ ਸਮੇਂ ਰਾਂਝਾ ਆਹ ਮਾਰਦਾ ਹੈ ਤੇ ਅਦਲੀ ਰਾਜੇ ਦੇ ਸ਼ਹਿਰ ਨੂੰ ਅੱਗ ਲਾ ਕੇ ਹੀਰ ਨੂੰ ਮੁੜ ਪ੍ਰਾਪਤ ਕਰਕੇ ਝੰਗ ਸਿਆਲੀ ਪਹੁੰਚਦਾ ਹੈ, ਜਿੱਥੇ ਹੀਰ ਦੇ ਮਾਪੇ ਉਸਨੂੰ ਜ਼ਹਿਰ ਦੇ ਕੇ ਮਾਰ ਦਿੰਦੇ ਹਨ ਤੇ ਰਾਂਝਾ ਉਸਦੀ ਕਬਰ 'ਤੇ ਪਹੁੰਚ ਕੇ ਆ ਮਾਰਦਾ ਤੇ ਜਾਨ ਦੇ ਦਿੰਦਾ ਹੈ। ਇਸ ਪਿੱਛੋਂ ਕਵੀ ਸੰਸਾਰ ਦੀ ਨਾਸ਼ਮਾਨਤਾ ਦਾ ਜ਼ਿਕਰ ਕਰਦਿਆਂ ਆਪਣੇ ਕਿੱਸੇ ਦੇ ਲਿਖਣ ਸਥਾਨ ਤੇ ਇਸਦੇ ਕਾਵ ਗੁਣਾਂ ਦਾ ਜ਼ਿਕਰ ਕਰਦਾ ਹੈ ਤੇ ਫਿਰ ਇਸ ਵਿਚਲੇ ਪਾਤਰਾਂ, ਥਾਵਾਂ ਤੇ ਵਸਤਾਂ ਨੂੰ ਚਿੰਨ੍ਹ ਬਣਾ ਕੇ ਇਸਨੂੰ ਰੂਹਾਨੀ ਰੰਗ ਦੇ ਦਿੰਦਾ ਹੈ ਤੇ ਕਹਿੰਦਾ ਹੈ, ਵਾਰਿਸ ਸ਼ਾਹ ਮੀਆਂ ਬੇੜੇ ਪਾਰ ਤਿੰਨਾ, ਜਿਨ੍ਹਾਂ ਰੱਬ ਦਾ ਨਾਮ ਧਿਆਇਆ ਈ। ਹੀਰ ਰਾਂਝੇ ਦੀ ਪ੍ਰੀਤ ਕਹਾਣੀ ਦੀਆਂ ਮੁੱਖ ਘਟਨਾਵਾਂ ਤੋਂ ਇਲਾਵਾ ਵਾਰਿਸ ਨੇ ਹੀਰ ਦੇ ਸੋਹਣੇ ਕੁਦਰਤੀ ਤੇ ਸ਼ਿੰਗਾਰੇ ਹੁਸਨ, ਉਸਦੇ ਹੁਸਨ ਤੇ ਹੰਕਾਰ, ਸਮਕਾਲੀਨ ਸੱਭਿਆਚਾਰਕ, ਧਾਰਮਿਕ ਤੇ ਸਮਾਜਿਕ ਜੀਵਨ ਦੇ ਰਹਿਤਲ ਅਤੇ ਨੈਤਿਕ ਮੁੱਲਾਂ ਨੂੰ ਵੀ ਵਿਸ਼ੇ ਦੇ ਰੂਪ ਵਿੱਚ ਪੇਸ਼ ਕੀਤਾ ਹੈ, ਜਿਵੇਂ ਹੀਰ ਦਾ ਹੁਸਨ ਤੇ ਹੰਕਾਰ। ਹੋਂਠ ਸੁਰਖ ਯਾਕੂਤ ਜਿਉਂ ਲਾਲ ਚਮਕਣ, ਠੋਡੀ ਸਿਉਂ ਵਲਾਇਤੀ ਸਾਰ ਵਿੱਚੋਂ, ਨੱਕ ਅਲਫ ਹੁਸੈਨੀ ਦਾ ਪੀਪਲਾ ਸੀ, ਜ਼ੁਲਫ ਨਾਕ ਖਜ਼ਾਨੇ ਦੀ ਬਾਰ ਵਿੱਚੋਂ। ਧਾਰਮਿਕ ਤੇ ਸਮਾਜਿਕ ਜੀਵਨ। ਨਾਲ ਸ਼ੌਂਕ ਦੇ ਮਹੀਂ ਉਹ ਚਾਰਦਾ ਸੀ, ਤੇਰਾ ਵਿਆਹ ਹੋਇਆ ਲੁੜ ਗਿਆ ਸੀ ਨੀ। ਤੁਸੀਂ ਚੜੇ ਡੋਲੀ ਤਾਂ ਉਹ ਹਾਕਨ ਮਹੀਂ, ਟਮਕ ਚਾਈ ਨਾਲ ਲੈ ਗਿਆ ਸੀ ਨੀ। ਜਿਸ ਜੱਟ ਦੇ ਖੇਤ ਨੂੰ ਅੱਗ ਲੱਗੀ, ਉਹ ਰਾਖਕਾਂ ਵੱਢ ਕੇ ਗਾ ਲਿਆ, ਲਾਵੇ ਹਾਰ ਰਾਖੇ ਸਭ ਵਿਦਾ ਹੋਏ, ਨਾਉਮੀਦ ਹੋ ਕੇ ਜੱਟ ਰਾਹ ਪਿਆ। ਹੋਕਾ ਫਿਰੇ ਦੇਂਦਾ ਪਿੰਡ ਵਿੱਚ ਸਾਰੇ, ਆਓ ਕਿਸੇ ਫਕੀਰ ਜੇ ਹੋਵਨਾ ਜੇ, ਮੰਗ ਖਾਵਨਾ ਕੰਮ ਨਾ ਕਾਜ ਕਰਨਾ, ਨਾ ਕੋ ਚਾਰਨਾ ਤੇ ਨਾ ਹੀ ਚੋਵਨਾ ਜੇ। ਜ਼ਰਾ ਕੰਨ ਪੜ੍ਹਾਈ ਕੇ ਸਵਾਹ ਮਲਣੀ, ਗੁਰੂ ਸਾਰੇ ਹੀ ਜਗਤ ਦਾ ਹੋਵਨਾ ਜੇ, ਨਾਲੇ ਮੰਗਣਾ ਤੇ ਨਾਲੇ ਘੂਰਨਾ ਜੇ, ਦੇਣਦਾਰ ਨਾ ਕਿਸੇ ਦਾ ਹੋਵਨਾ ਜੇ। ਲੋਕ ਵਿਸ਼ਵਾਸ। ਦੋਸਤ ਸੋਈ ਜੋ ਬਿਪਤ ਵਿੱਚ ਭੀੜ ਕੱਟੇ, ਯਾਰ ਸੋਈ ਜੋ ਯਾਰ ਕੁਰਬਾਨ ਹੋਵੇ, ਸ਼ਾਹ ਸੋਈ ਜੋ ਕਾਲ ਵਿੱਚ ਭੀੜ ਕੱਟੇ, ਕੁਲ ਬਾਤ ਦਾ ਜੋ ਨਿਗਾਹਬਾਨ ਹੋਵੇ, ਗਊ ਸੋਈ ਜੋ ਸਿਆਲ ਵਿੱਚ ਦੁੱਧ ਦੇਵੇ, ਬਾਦਸ਼ਾਹ ਜੋ ਨਿਤ ਸ਼ਬਾਨ ਹੋਵੇ, ਨਾਰ ਸੋਈ ਜੋ ਮਾਲ ਬਿਨ ਬੈਠ ਜਾਲੇ, ਪਿਆਦਾ ਸੋਈ ਜੋ ਭੂਤ ਮਸਾਨ ਹੋਵੇ, ਕੁੱਲ ਚੀਜ਼ ਫਨਾ ਹੋ ਖਾਕ ਰਲਸੀ, ਸਾਬਤ ਵਲੀ ਅੱਲਾ ਦੇ ਰਹਿਣਗੇ ਵੇ। ਇਸ ਪ੍ਰਕਾਰ ਹੀਰ ਵਾਰਿਸ ਵਿਸ਼ੇ ਦੇ ਪੱਖੋਂ ਬਹੁਪਰਤੀ ਹੈ, ਜਿਸ ਵਿੱਚੋਂ ਹੀਰ ਰਾਂਝੇ ਦੇ ਪ੍ਰੀਤ ਕਹਾਣੀ ਦੇ ਨਾਲ ਪੰਜਾਬੀ ਸੱਭਿਆਚਾਰ ਦੇ ਹਰ ਪੱਖ ਦੇ ਖੁੱਲ੍ਹੇ ਦਰਸ਼ਨ ਹੁੰਦੇ ਹਨ। 16ਵਾਂ ਸੱਸੀ ਹਾਸ਼ਮ। ਹਾਸ਼ਮ ਸਿੱਖ ਰਾਜ ਕਾਲ ਦਾ ਇੱਕ ਪ੍ਰਸਿੱਧ ਕਿੱਸਾਕਾਰ ਅਤੇ ਸੂਫੀ ਕਾਵਿ ਹੋਇਆ ਹੈ। ਉਸਦਾ ਕਿੱਸਾ ਸੱਸੀ ਪੁੰਨੂੰ ਪੰਜਾਬੀ ਕਿੱਸਾ ਕਾਵਿ ਵਿੱਚ ਆਪਣਾ ਨਿਵੇਕਲਾ ਸਥਾਨ ਰੱਖਦਾ ਹੈ, ਜਿਸ ਬਾਰੇ ਬਾਵਾ ਬੁੱਧ ਸਿੰਘ ਨੇ ਕਿਹਾ ਕਿ ਹਾਸ਼ਮ ਨੇ ਸੱਸੀ ਕਾਦੀ ਲਿਖੀ, ਘਰ ਘਰ ਬਿਰਹੋ ਦੀ ਅੱਗ ਲਾ ਦਿੱਤੀ। ਸਪਤਿਕਾ ਕਾਵਿ ਸੰਗ੍ਰਹਿ ਵਿੱਚ ਹਾਸ਼ਮ ਦੀ ਸੱਸੀ ਵਿੱਚੋਂ ਕੁਝ 94 ਅੰਸ਼ ਦਿੱਤੇ ਗਏ ਹਨ। ਇਹਨਾਂ ਵਿੱਚ ਸੱਸੀ ਪੁੰਨੂੰ ਦੀ ਪ੍ਰੀਤ ਕਹਾਣੀ ਦੇ ਮਹੱਤਵਪੂਰਨ ਪੜਾਵਾਂ ਨੂੰ ਵਿਸ਼ੇ ਦੇ ਰੂਪ ਵਿੱਚ ਸਮੇਟਿਆ ਗਿਆ ਹੈ। ਇਹਨਾਂ ਵਿੱਚ ਕਵੀ ਰੱਬ ਦੀ ਮਿਹਰ ਨਾਲ ਸੱਸੀ ਦੀ ਮਾਂ ਦੇ ਗਰਭਵਤੀ ਹੋਣ,
ਸੁੰਦਰ ਬਾਲਿਕਾ ਸੱਸੀ ਦਾ ਜਨਮ। ਉਸਦੇ ਜਨਮ ਸਮੇਂ ਨਜ਼ੂਮੀਆਂ ਦੁਆਰਾ ਉਸਦੇ ਜਵਾਨ ਹੋਣ ਤੇ ਉਸਨੂੰ ਕਾਲਮ ਇਸ਼ਕ ਲੱਗਣ ਬਾਰੇ ਦੱਸਣ। ਸੱਸੀ ਦੇ ਬਾਪ ਦੁਆਰਾ ਉਸਨੂੰ ਜੁੜਾਊ ਸੰਦੂਕ ਵਿੱਚ ਪਾ ਕੇ ਦਰਿਆ ਵਿੱਚ ਰੋੜਨ। ਸੰਦੂਕ ਅਤੇ ਨਾਮ ਦੇ ਧੋਬੀ ਦੇ ਹੱਥ ਆਉਣ। ਸੱਸੀ ਦੀ ਜਵਾਨੀ। ਸੱਸੀ ਤੇ ਪੁੰਨੂੰ ਦੇ ਪਿਆਰ ਪੈਣ। ਪੁੰਨੂੰ ਦੇ ਭਰਾਵਾਂ ਦੁਆਰਾ ਪੁੰਨੂੰ ਨੂੰ ਸ਼ਰਾਬ ਨਾਲ ਬੇਹੋਸ਼ ਕਰਕੇ ਧੋਖੇ ਨਾਲ ਲੈ ਜਾਣ। ਜਾਗ ਆਉਣ ਤੇ ਸੱਸੀ ਦੇ ਉਸਨੂੰ ਵਿਛੋੜੇ ਵਿੱਚ ਤੜਫਣ। ਉਸਦੀ ਮਾਂ ਵੱਲੋਂ ਉਸਨੂੰ ਮਾਰੂਥਲ ਵਿੱਚ ਪੁੰਨੂੰ ਦਾ ਪਿੱਛਾ ਕਰਨ ਲਈ ਜਾਣ ਤੋਂ ਰੋਕਣ। ਸਿਦਕਵਾਨ ਸੱਸੀ ਦੇ ਤਪਦੇ ਮਾਰੂਥਲ ਵਿੱਚ ਪੁੰਨੂੰ ਦੀ ਭਾਲ ਕਰਦਿਆਂ ਜਾਨ ਦੇਣ ਤੇ ਫਿਰ ਉੱਥੇ ਹੀ ਆ ਕੇ ਪੁੰਨੂੰ ਦੇ ਆਪਣੀ ਜਾਨ ਦੇ ਦੇਣ ਨਾਲ ਸੰਬੰਧਿਤ ਘਟਨਾਵਾਂ ਨੂੰ ਉਹਨਾਂ ਦੇ ਪ੍ਰਚੰਡ ਰੂਪ ਵਿੱਚ ਬੜੇ ਦਰਦ ਭਰੇ ਭਾਵਾਂ ਨਾਲ ਪੇਸ਼ ਕਰਦਾ ਹੈ। ਇਸ ਕਿੱਸੇ ਦੀ ਕਹਾਣੀ ਪੰਜਾਬੀ ਨਾ ਹੋਣ ਕਰਕੇ ਇਸਦਾ ਵਾਤਾਵਰਨ ਵੀ ਪੰਜਾਬੀ ਨਹੀਂ। ਇਸ ਵਿਚਲਾ ਤਪਦਾ ਮਾਰੂਥਲ ਪੰਜਾਬ ਤੋਂ ਬਾਹਰਲਾ ਹੈ, ਪਰ ਫਿਰ ਵੀ ਇਸ ਵਿੱਚ ਪੰਜਾਬੀ ਜੀਵਨ ਦੀਆਂ ਕੁਝ ਝਲਕਾਂ ਵੀ ਮੌਜੂਦ ਹਨ, ਜਿਵੇਂ ਦਰਿਆ, ਹੜ੍ਹ, ਧੋਬੀ, ਧੋਬਣ ਆਦਿ। ਇਸ ਤੋਂ ਇਲਾਵਾ ਇਸ ਵਿੱਚ ਬਾਦਸ਼ਾਹ ਦਾ ਦਰਬਾਰ, ਵਜ਼ੀਰਾਂ ਨਾਲ ਸਲਾਹ ਮਸ਼ਵਰਾ, ਹੀਰੇ ਜਵਾਹਰਾਂ ਤੇ ਰੇਸ਼ਮੀ ਕੱਪੜਿਆਂ ਦਾ ਜ਼ਿਕਰ, ਊਠ, ਕਾਰਵਾਂ, ਸ਼ਰਾਬ ਦੇ ਦੌਰ ਆਦਿ ਗੱਲਾਂ ਇਸਨੂੰ ਆਮ ਲੋਕਾਂ ਦੇ ਜੀਵਨ ਨਾਲੋਂ ਬਾਦਸ਼ਾਹ ਤੇ ਰਾਜਕੁਮਾਰਾਂ ਦੇ ਜੀਵਨ ਨਾਲ ਵਧੇਰੇ ਜੋੜਦੀਆਂ ਹਨ। ਇਸ ਵਿੱਚ ਕੁਝ ਗੱਲਾਂ ਸੰਦੂਕ ਵਿੱਚ ਪਈ ਸੱਸੀ ਦਾ ਜਿਉਂਦੇ ਰਹਿਣਾ, ਤਪਦੇ ਮਾਰੂਥਲ ਵਿੱਚ ਪੁੰਨੂੰ ਦਾ ਪਿੱਛਾ ਕਰਨਾ, ਰੋਣਾ ਕੁਰਲਾਉਣਾ ਤੇ ਜਾਨ ਦੇਣਾ ਆਦਿ ਗੱਲਾਂ ਵਧਾ ਚੜ੍ਹਾ ਕੇ ਬਿਆਨ ਕੀਤੀਆਂ ਗਈਆਂ ਜਾਪਦੀਆਂ ਹਨ। ਸੱਸੀ ਦਾ ਗਜ਼ਨੀ ਦੇ ਚਿੱਤਰਕਾਰ ਦੁਆਰਾ ਬਣਾਈ ਪੁੰਨੂੰ ਦੀ ਸੁੰਦਰ ਤਸਵੀਰ ਦੇਖ ਕੇ ਮੋਹਿਤ ਹੋਣਾ ਤੇ ਉਸ ਬਾਰੇ ਜਾਣ ਕੇ ਉਸਦੇ ਵਿਛੋੜੇ ਵਿੱਚ ਤੜਫਣਾ ਤੇ ਫਿਰ ਉਸਨੂੰ ਪ੍ਰਾਪਤ ਕਰਨ ਦਾ ਯਤਨ ਕਰਨਾ। ਅੰਤ ਪੁੰਨੂੰ ਦਾ ਸੱਸੀ ਦੀ ਸੁੰਦਰਤਾ ਬਾਰੇ ਸੁਣ ਕੇ ਉਸਨੂੰ ਦਿਲ ਵਿੱਚ ਵਸਾਉਣਾ ਤੇ ਭੰਬੋਰ ਸ਼ਹਿਰ ਵਿੱਚ ਆ ਕੇ ਬਾਗ ਵਿੱਚ ਸੱਸੀ ਦੀ ਸੇਜ ਉੱਤੇ ਸੌਣਾ ਤੇ ਉਸਦਾ ਸੱਸੀ ਨਾਲ ਮਿਲਾਪ ਹੋਣਾ ਆਦਿ ਘਟਨਾਵਾਂ ਕਾਲਪਨਿਕ ਹਨ। ਫਿਰ ਸੱਸੀ ਦਾ ਪੁੰਨੂੰ ਦਾ ਪਿੱਛਾ ਕਰਦਿਆਂ ਤਪਦੇ ਮਾਰੂਥਲ ਵਿੱਚ ਜਾਨ ਦੇਣਾ ਅਚੰਭੇਪੂਰਨ ਹੋਣ ਦੇ ਨਾਲ ਅਤੀ ਦੁਖਾਂਤਕ ਵੀ ਹੈ। ਇਹ ਸਾਰਾ ਬਿਆਨ ਇਸਦੇ ਵਿਸ਼ੇ ਨੂੰ ਗੂੜ੍ਹਾ ਰੋਮਾਂਟਿਕ ਰੰਗ ਚਾੜ੍ਹ ਦਿੰਦਾ ਹੈ ਤੇ ਇਸਨੂੰ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ। 17ਵਾਂ ਦੋਹੜੇ। ਸਪਤਿਕਾ ਪਾਠ ਪੁਸਤਕ ਵਿੱਚ ਹਾਸ਼ਮ ਦੇ ਕੇਵਲ 16 ਦੋਹੜੇ ਹੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਤੋਂ ਉਸਦੀ ਸੂਫੀ ਵਿਚਾਰਧਾਰਾ ਅਤੇ ਕਾਵਿ ਪ੍ਰਾਪਤੀ ਦੀ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਹਨਾਂ ਵਿੱਚ ਹਾਸ਼ਮ ਨੇ ਇਸ਼ਕ, ਵਿਛੋੜਾ, ਬਿਰਹਾ, ਮਿਲਾਪ ਦੀ ਉਮੰਗ, ਨਾਸ਼ਮਾਨਤਾ, ਪਾਖੰਡ ਭਰੇ ਧਾਰਮਿਕ ਜੀਵਨ ਦਾ ਖੰਡਨ, ਫਕੀਰੀ, ਰੱਬ ਦੇ ਦੀਦਾਰ ਤੇ ਆਪੇ ਦੀ ਪਛਾਣ ਆਦਿ ਵਿਚਾਰਾਂ ਨੂੰ ਵਿਸ਼ੇ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਕੁਝ ਕੁ ਦੋਹੜਿਆਂ ਵਿੱਚ ਉਪਦੇਸ਼ਾਤਮਕ ਵਿਚਾਰ ਪੇਸ਼ ਕੀਤੇ ਹਨ। ਹੇਠਾਂ ਅਸੀਂ ਇਹਨਾਂ ਬਾਰੇ ਜ਼ਰਾ ਵਿਸਥਾਰ ਸਹਿਤ ਵਿਚਾਰ ਕਰਦੇ ਹਾਂ। ਪਹਿਲਾ, ਇਸ਼ਕ। ਹਾਸ਼ਮ ਅਨੁਸਾਰ ਇਸ਼ਕ ਦੇ ਰੋਗ ਦਾ ਕੋਈ ਇਲਾਜ ਨਹੀਂ, ਆਸ਼ਕ ਨੂੰ ਜਾਨ ਦੀ ਬਾਜ਼ੀ ਲਾਉਣੀ ਪੈਂਦੀ ਹੈ। ਸੰਭਲ ਖੇਤ ਮੀਆਂ ਇਸ਼ਕੇ ਦਾ, ਹੁਣ ਨਿਕਲੀ ਤੇਗ ਮਿਆਨੋਂ, ਖਾ ਮਰ ਜ਼ਹਿਰ ਪਿਆਰੀ ਕਰਕੇ, ਜੇ ਲਈ ਹਈ ਇਸ ਦੁਕਾਨੋਂ, ਸਿਰ ਦੇਵੰਦਾ ਸਾਕ ਇਸ਼ਕ ਦਾ, ਹੋਰ ਨਫਾ ਨਾ ਅਕਲ ਗਿਆਨੋਂ, ਹਾਸ਼ਮ ਬਾਜ ਮੋਇਆ ਨਹੀਂ ਬੰਦੀ, ਅਸਾਂ ਡਿੱਠਾ ਵੇਦ ਕੁਰਾਨੋਂ। ਦੂਸਰਾ, ਵਿਛੋੜਾ ਤੇ ਬਿਰਹਾ। ਵਿਛੋੜਾ ਤੇ ਬਿਰਹਾ ਇਸ਼ਕ ਤੋਂ ਵੱਖ ਨਹੀਂ ਕੀਤੇ ਜਾ ਸਕਦੇ। ਹਾਸ਼ਮ ਦੇ ਇਸ਼ਕ ਦਾ ਇਹ ਅਟੁੱਟ ਅੰਗ ਹਨ ਅਤੇ ਇਸਨੇ ਇਸ਼ਕ ਦੇ ਦੁੱਖਾਂ ਦਾ ਜ਼ਿਕਰ ਕਰਦਿਆਂ ਇਸ ਤੋਂ ਪੈਦਾ ਹੋਣ ਵਾਲੇ ਵਿਛੋੜੇ ਤੇ ਬਿਰਹੋਂ ਦੀਆਂ ਤਰਾਟਾਂ ਨੂੰ ਵੀ ਖੂਬ ਬਿਆਨ ਕੀਤਾ ਹੈ। ਉਸਦੀ ਰਚਨਾ ਵਿੱਚ ਥਾਂ-ਥਾਂ ਵਿਛੋੜੇ ਤੇ ਬਿਰਹੋਂ ਦੀ ਭਾਂਬੜ ਮੱਚੇ ਹੋਏ ਹਨ। ਉਹ ਲਿਖਦਾ ਹੈ, ਨਾ ਕਰ ਹੋਰ ਇਲਾਜ ਤਬੀਬਾ, ਮੈਨੂੰ ਫਰਕ ਨਹੀਂ ਇੱਕ ਤਿਲ ਦਾ, ਦਾਰੂ ਸੇਕ ਲੱਗੇ ਜਲ ਜਾਏ, ਜਦ ਭੜਕ ਉੱਠੇ ਦੁੱਖ ਦਿਲ ਦਾ। ਤੀਸਰਾ, ਮਿਲਾਪ ਦੀ ਉਮੰਗ। ਬਿਰਹੋਂ ਮਾਰਿਆ ਵਿਅਕਤੀ ਆਪਣੇ ਪਿਆਰੇ ਦੇ ਵਿਛੋੜੇ ਵਿੱਚ ਤੜਫਦਾ ਹੋਇਆ ਉਸਦੇ ਮਿਲਾਪ ਦੀ ਇੱਛਾ ਕਰਦਾ ਹੈ। ਮਜਨੂੰ ਨੂੰ ਚਾਹੇ ਕੋਈ ਲਾਖ ਹਟਾਏ, ਚਾਹੇ ਉਸਨੂੰ ਗਿਆਨ ਸੁਣਾਏ ਜਾਂ ਉਸਨੂੰ ਰੱਬ ਨੂੰ ਜਾ ਮਿਲਾਏ, ਤਾਂ ਵੀ ਉਸਨੂੰ ਲੇਲੀ ਦੇ ਦੀਦਾਰ ਕੀਤੇ ਬਿਨਾਂ ਚੈਨ ਨਹੀਂ ਆਉਂਦਾ ਤੇ ਉਸ ਦੁਆਰਾ ਹਵਾ ਹੱਥ ਵੀ ਸੁਨੇਹੇ ਭੇਜੇ ਜਾਂਦੇ ਹਨ। ਵਗ ਵਾਏ ਪਰ ਸੁਅਰਥ ਕਹੀਏ, ਤੂੰ ਜਾਈ ਤਖਤ ਹਜ਼ਾਰੇ, ਆਖੀ ਯਾਰ ਰਾਂਝਣ ਨੂੰ ਮਿਲ ਕੇ, ਅਸੀਂ ਤੂੰ ਕਿਉਂ ਮਨੋਂ ਵਿਸਾਰੇ, ਵਸ ਹੁਣ ਨਹੁੰ ਕਮਾਏ ਲਾਇਓਈ, ਇਹ ਚਾਹ ਆਹ ਦਿਨ ਚਾਰੇ, ਹਾਸ਼ਮ ਏਸ ਮੁਹੱਬਤ ਬਦਲ, ਸਾਨੂੰ ਖੁਆਰ ਕੀਤਾ ਜੱਗ ਸਾਰੇ। ਚੌਥਾ, ਰੱਬ ਦੇ ਦੀਦਾਰ। ਹਾਸ਼ਮ ਅਨੁਸਾਰ ਰੱਬ ਹਰ ਸਰੀਰ ਵਿੱਚ ਵਸਦਾ ਹੈ,
ਪਰ ਉਸ ਦੀ ਪਛਾਣ ਉਦੋਂ ਹੁੰਦੀ ਹੈ ਜਦੋਂ ਮਨੁੱਖ ਸਰੀਰ ਨੂੰ ਖਾਕ ਵਿੱਚ ਰੁਲਾ ਦਿੰਦਾ ਹੈ। ਹਰ ਪੋਸਤ ਦੇ ਵਿੱਚ ਦੋਸਤ, ਉਹ ਦੋਸਤ ਰੂਪ ਵਟਾਏ। ਦੋਸਤ ਤੀਕ ਨਾ ਪਹੁੰਚੇ ਕੋਈ, ਇਹ ਪੋਸਤ ਚਾਏ ਭੁਲਾਵੇ। ਦੋਸਤ ਖਾਸ ਪਛਾਣੇ ਤਾਹੀਂ, ਜਦ ਪੋਸਤ ਖਾਕ ਰੁਲਾਵੇ। ਹਾਸ਼ਮ ਸ਼ਾਹ ਜਦ ਦੋਸਤ ਪਾਵੇ, ਤਦ ਪੋਸਤ ਵੱਲ ਕਦ ਜਾਵੇ। ਪੰਜਵਾਂ, ਨਾਸ਼ਮਾਨਤਾ। ਹਾਸ਼ਮ ਸੰਸਾਰ ਵਿੱਚ ਚੱਲ ਰਹੇ ਨਾਸ਼ਮਾਨਤਾ ਦੇ ਚੱਕਰ ਬਾਰੇ ਦੱਸਦਾ ਹੋਇਆ ਮਨੁੱਖ ਨੂੰ ਉਸਦੀ ਨੇੜੇ ਆ ਰਹੀ ਮੌਤ ਬਾਰੇ ਵੀ ਖਬਰਦਾਰ ਕਰਦਾ ਹੈ। ਉਹ ਕਹਿੰਦਾ ਹੈ, ਕਿੱਥੇ ਸ਼ਾਹ ਸਿਕੰਦਰ ਦਾਰਾ ਅਤੇ ਜਾਮ ਗਿਆ ਕਿਤ ਜੰਮਦਾ। ਛਿੜਕਣ ਦਿਓ ਜਿੰਨਾਦੀ ਤੇਗੋ ਅਤੇ ਧੌਲ ਪਿਆ ਨਿਤ ਕੰਬਦਾ। ਢੂੰਡਿਆ ਖਾਕ ਤਿਨਾਹ ਨਹੀਂ ਲੱਭਦਾ, ਇਹ ਜਗਤ ਬੁਰਾ ਘਰ ਗਮਦਾ। ਹਾਸ਼ਮ ਜਾਨ ਗਨੀਮਤ ਦਮ ਨੂੰ, ਭਲਾ ਕਿਆ ਪਰਵਾਸਾ ਦਮ ਦਾ। ਇਹਨਾਂ ਵਿਸ਼ਿਆਂ ਤੋਂ ਬਿਨਾਂ ਹਾਸ਼ਮ ਨੇ ਕੁਝ ਨੈਤਿਕ ਉਪਦੇਸ਼ਾਂ ਨੂੰ ਵੀ ਆਪਣੀ ਰਚਨਾ ਵਿੱਚ ਪੇਸ਼ ਕੀਤਾ ਹੈ। ਗੁਲ ਤੇ ਖਾਰ ਪੈਦਾਇਸ਼ ਇੱਕ ਸੇ, ਇੱਕ ਬਾਗ ਚਮਨ ਦੇ ਦੋਵੀਂ। ਇੱਕ ਸ਼ਬ ਉਮਰ ਗੁਲਾਂ ਦਾ ਓੜਕ, ਅਤੇ ਖਾਰ ਰਹੀ ਨਿਤ ਓਵੀਂ। ਥੋੜਾ ਰਹਿਣ ਕਬੂਲ ਪਿਆਰੇ, ਪਰ ਤੂੰ ਖਾਰ ਨਾ ਹੋਵੀਂ। ਹਾਸ਼ਮ ਆਨ ਮਿਲੀ ਗੱਲ ਹੱਸ ਕੇ, ਭਾਵੇਂ ਇੱਕ ਪਲ ਪਾਸ ਖਲੋਵੀਂ। ਇਸ ਪ੍ਰਕਾਰ ਅਸੀਂ ਹਾਸ਼ਮ ਦੇ ਦੋੜਿਆਂ ਵਿੱਚੋਂ ਉਸਦੇ ਸੂਫੀ ਅਨੁਭਵ, ਇਸ਼ਕ, ਬਿਰਹਾ, ਵਿਛੋੜਾ, ਮਿਲਾਪ ਦੀ ਉਮੰਗ, ਸੰਸਾਰ ਦੀ ਨਾਸ਼ਮਾਨਤਾ ਤੇ ਨੈਤਿਕਤਾ ਸੰਬੰਧੀ ਪ੍ਰਗਟ ਕੀਤੇ ਵਿਚਾਰਾਂ ਦੀ ਝਲਕ ਦੇਖਦੇ ਹਾਂ। 18ਵਾਂ, ਤੈ ਕੁਦਰਤੀ ਲਾਸਾਨੀ। ਇਹ ਕਵਿਤਾ ਅਹਿਮਦ ਸ਼ਾਹ ਦੇ ਕਿੱਸੇ ਅਹਿਸਨੂਲ ਕਸ਼ਿਸ਼ ਦਾ ਇੱਕ ਅੰਸ਼ ਹੈ। ਇਸ ਵਿੱਚ ਕਵੀ ਨੇ ਪਰਮਾਤਮਾ ਦੀ ਲਾਸਾਨੀ ਕੁਦਰਤ ਦੇ ਬਿਆਨ ਨੂੰ ਵਿਸ਼ੇ ਦਾ ਰੂਪ ਵਿੱਚ ਲਿਆ ਗਿਆ ਹੈ। ਕਵੀ ਕਹਿੰਦਾ ਹੈ ਕਿ ਪਰਮਾਤਮਾ ਨੇ ਰੰਗ ਬਿਰੰਗੀ ਕੁਦਰਤ ਉਸਾਰੀ ਹੈ। ਉਸਨੇ ਧਰਤੀ, ਆਕਾਸ਼, ਚੰਦ ਤੇ ਤਾਰੇ ਬਣਾਏ ਹਨ। ਉਸਨੇ ਹਾੜ, ਸਿਆਲ, ਧੁੱਪਾਂ ਪਾਲੇ, ਸਾਲ, ਮਹੀਨੇ, ਪਹਿਰ, ਪਲ, ਘੜੀਆਂ, 7 ਦਿਨ ਤੇ 7 ਸਿਤਾਰੇ ਸਿਰਜੇ ਹਨ। ਉਸਨੇ ਆਬੀ, ਖਾਕੀ, ਨਾਰੀ ਤੇ ਬਾਦੀ ਜੀਵ ਪੈਦਾ ਕੀਤੇ ਹਨ। ਉਸਨੇ ਹਵਾ ਵਿੱਚ 14 ਤਬਕ ਟਿਕਾਏ ਹਨ। ਉੱਚਾ ਆਕਾਸ਼ 8 ਪਹਿਰਾਂ ਵਿੱਚ ਇੱਕ ਗੇੜ ਲਾਉਂਦਾ ਹੈ। ਸੂਰਜ 1 ਸਾਲ ਵਿੱਚ ਆਪਣਾ ਸਫ਼ਰ ਮੁਕਾਉਂਦਾ ਹੈ ਤੇ ਦਿਨ ਰਾਤ ਬਣਦੇ ਹਨ। ਚੰਨ ਮਹੀਨੇ ਵਿੱਚ ਇੱਕ ਵਾਰੀ ਮੁੜ ਆਪਣੀ ਥਾਂ 'ਤੇ ਆਉਂਦਾ ਹੈ। ਉਸਨੇ ਇੱਕੋ ਜ਼ਮੀਨ ਵਿੱਚੋਂ ਤਰ੍ਹਾਂ ਦੇ ਰੁੱਖ ਪੈਦਾ ਕੀਤੇ ਹਨ, ਜਿਨ੍ਹਾਂ ਨੂੰ ਪਹਿਲਾਂ ਹਰੇ ਪੱਤੇ ਨਿਕਲਦੇ ਹਨ ਤੇ ਫਿਰ ਸੂਹੇ ਫੁੱਲ, ਜਿਨ੍ਹਾਂ ਵਿੱਚੋਂ ਨਿਕਲੀ ਖੁਸ਼ਬੂ ਰੂਹ ਨੂੰ ਸੁੱਖ ਦਿੰਦੀ ਹੈ। ਧਰਤੀ ਉੱਤੇ ਖੋਰੂ ਪਾਉਂਦਾ ਸਮੁੰਦਰ ਹੈ, ਜਿਸ ਵਿੱਚੋਂ ਸਿੱਪੀਆਂ, ਘੋਗੇ ਤੇ ਕੀਮਤੀ ਮੋਤੀ ਨਿਕਲਦੇ ਹਨ। ਜੇਕਰ ਰੱਬ ਚਾਹੇ ਤਾਂ ਬ੍ਰਹਿਮੰਡ ਵਰਗੇ ਲੱਖਾਂ ਪਸਾਰੇ ਝਟਪਟ ਹੋਰ ਪਸਾਰ ਸਕਦਾ ਹੈ। ਦੁਨੀਆ ਉੱਤੇ ਬਹੁਤ ਸਾਰੇ ਲੋਕਾਂ ਨੇ ਉਸਦੀ ਤਾਕਤ ਤੇ ਕੁਦਰਤ ਦੀਆਂ ਸਿਫਤਾਂ ਕੀਤੀਆਂ ਹਨ, ਪਰ ਉਸਦੀ ਤਾਕਤ ਤੇ ਕੁਦਰਤ ਉਸ ਤੋਂ ਵੀ ਵੱਧ ਹੈ। ਉਸਦਾ ਕੋਈ ਵੀ ਅੰਤ ਨਹੀਂ ਪਾ ਸਕਿਆ। ਜਿਹੜਾ ਉਸਨੂੰ ਪਾਉਂਦਾ ਹੈ, ਉਸਦਾ ਆਪਣਾ ਆਪ ਕਾਬੂ ਵਿੱਚ ਨਹੀਂ ਰਹਿੰਦਾ। ਕਵਿਤਾ ਦਾ ਇਹ ਵਿਸ਼ਾ ਰੱਬ ਦੀ ਕੁਦਰਤ ਦੀ ਅਦਭੁਤਤਾ ਦੀ ਪ੍ਰਸ਼ੰਸਾ ਨਾਲ ਭਰਪੂਰ ਹੈ। 19ਵਾਂ, ਜ਼ੁਲੈਖਾਂ ਦਾ ਸੁਪਨਾ। ਜ਼ੁਲੈਖਾਂ ਦਾ ਸੁਪਨਾ ਅਹਿਮਦ ਯਾਰ ਦੇ ਕਿੱਸੇ ਅਹਿਸਨੂਲ ਕਸ਼ਿਸ਼ ਦਾ ਇੱਕ ਅੰਸ਼ ਹੈ। ਇਸ ਦਾ ਵਿਸ਼ਾ ਜ਼ੁਲੈਖਾਂ ਦਾ ਸੁਪਨਾ ਹੈ, ਜਿਸ ਵਿੱਚ ਉਹ ਇੱਕ ਅਤਿਅੰਤ ਸੋਹਣੇ ਮਰਦ ਦੀ ਸੂਰਤ ਦੇਖਦੀ ਹੈ ਤੇ ਸੁੱਧ ਬੁੱਧ ਭੁਲਾ ਬੈਠਦੀ ਹੈ। ਇੱਕ ਰਾਤ ਜਦੋਂ ਜ਼ੁਲੈਖਾ ਆਪਣੀ ਮਖਮਲੀ ਸੇਜ ਉੱਤੇ ਸੁੱਤੀ ਤਾਂ ਉਸਨੂੰ ਸੁਪਨੇ ਵਿੱਚ ਸੂਰਜ ਵਾਂਗ ਚਮਕਦੀ ਇੱਕ ਮਰਦ ਦੀ ਸੂਰਤ ਦਿਖਾਈ ਦਿੱਤੀ। ਉਸਦਾ ਹੁਸਨ ਮਨੁੱਖਾਂ ਤੇ ਪਰੀਆਂ ਤੋਂ ਵੱਖ ਹੀ ਕਿਸਮ ਦਾ ਸੀ। ਜ਼ਮੀਨ ਅਸਮਾਨ ਵਿੱਚ ਉਸਦੇ ਮੁਕਾਬਲੇ ਦਾ ਕੋਈ ਨਹੀਂ ਸੀ ਦਿਖਾਈ ਦੇ ਰਿਹਾ। ਇਸ ਸਮੇਂ ਜ਼ੁਲੈਖਾ ਦੀ ਉਮਰ 7 ਸਾਲ ਸੀ। ਉਹ ਦਿਲ ਵਿੱਚ ਹਰ ਹੀਲੇ ਉਸ ਸੋਹਣੀ ਸੂਰਤ ਵਾਲੇ ਮਰਦ ਨੂੰ ਪ੍ਰਾਪਤ ਕਰਨਾ ਚਾਹੁੰਦੀ ਸੀ। ਉਸ ਵਿੱਚ ਉਸਨੂੰ ਨੇੜੇ ਹੋ ਕੇ ਦੇਖਣ ਦੀ ਤਾਕਤ ਨਾ ਰਹੀ। ਉਹ ਸੋਚ ਰਹੀ ਸੀ ਕਿ ਜੇਕਰ ਉਹ ਸੂਰਤ ਉਸਦੀ ਨਜ਼ਰ ਤੋਂ ਪਰੇ ਹੋ ਗਈ ਤਾਂ ਉਸਦੀ ਜਾਨ ਹਵਾ ਹੋ ਜਾਵੇਗੀ। ਉਹ ਉਸਦੇ ਨੇੜੇ ਹੋ ਕੇ ਉਸਨੂੰ ਪੁੱਛਣ ਦਾ ਹੌਸਲਾ ਵੀ ਨਹੀਂ ਸੀ ਕਰ ਰਹੀ, ਕਿਉਂਕਿ ਉਸਨੂੰ ਸੂਰਤ ਦੇ ਨਜ਼ਰੋਂ ਓਹਲੇ ਹੋਣ ਤੇ ਆਪਣੀ ਜਾਨ ਦੇ ਖਤਮ ਹੋਣ ਦਾ ਖਤਰਾ ਸੀ। ਫਿਰ ਕਿਸੇ ਤਰ੍ਹਾਂ ਜਦੋਂ ਉਸਨੇ ਉਸਦਾ ਪਤਾ ਟਿਕਾਣਾ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸਦੇ ਹੁਸਨ ਦੀ ਤਾਬ ਨਾ ਝੱਲਦੀ ਹੋਈ ਡਿੱਗ ਪਈ ਤੇ ਬੇਹੋਸ਼ੀ ਦੀ ਹਾਲਤ ਵਿੱਚ ਉਹ ਸੁਪਨੇ ਤੋਂ ਬਾਹਰ ਆ ਗਈ। ਹੁਣ ਉਸਨੂੰ ਉਹ ਮਰਦ ਨਹੀਂ ਸੀ ਦਿਖਾਈ ਦੇ ਰਿਹਾ
ਜਿਸਨੇ ਉਸਦਾ ਦਿਲ ਮੋਹਿਆ ਸੀ। ਉਹ ਆਲੇ ਦੁਆਲੇ ਅੱਗੇ ਪਿੱਛੇ ਉਸਨੂੰ ਲੱਭ ਰਹੀ ਸੀ, ਪਰ ਉਸਨੂੰ ਕੁਝ ਨਾ ਦਿਸਿਆ। ਉਸਦੀਆਂ ਦਾਈਆਂ ਮਾਈਆਂ ਘਬਰਾ ਗਈਆਂ ਤੇ ਉਹ ਉਸਨੂੰ ਉੱਪਰ ਕਿਸੇ ਜਿੰਨ ਭੂਤ ਦੇ ਸਾਏ ਦਾ ਅਸਰ ਸਮਝ ਰਹੀਆਂ ਸਨ। ਇਸ ਸਮੇਂ ਜ਼ੁਲੈਖਾ ਨਾ ਬੋਲਦੀ ਸੀ, ਨਾ ਦੇਖਦੀ ਸੀ ਤੇ ਨਾ ਹੀ ਆਪਣਾ ਹਾਲ ਦੱਸਦੀ ਸੀ। ਬੀਮਾ ਜ਼ੁਲੈਖਾ ਦੀ ਅਰਜ਼ੋਈ। ਜ਼ੁਲੈਖਾ ਦੀ ਅਰਜ਼ੋਈ ਕਵਿਤਾ ਅਹਿਮਦ ਯਾਰ ਦੇ ਕਿੱਸੇ ਐਸਨੂਲ ਕਸਿਸ ਦਾ ਇੱਕ ਅੰਸ਼ ਹੈ। ਇਸ ਦਾ ਵਿਸ਼ਾ ਜ਼ੁਲੈਖਾ ਤੇ ਯੂਸਫ ਦੀ ਵਾਰਤਾਲਾਪ ਹੈ। ਇੱਕ ਦਿਨ ਜ਼ੁਲੈਖਾ ਨੇ ਖੂਬ ਨਹਾ ਧੋ ਕੇ ਆਪਣੇ ਵਾਲਾਂ ਵਿੱਚ ਕੰਘੀ ਫੇਰੀ। ਉਸਨੇ ਬਹੁਤ ਅਦਭੁਤ ਪੁਸ਼ਾਕ ਪਾਈ। ਫਿਰ ਉਸਨੇ ਬਹੁਤ ਹੀ ਸਵਾਦੀ ਖਾਣਾ ਬਣਾ ਕੇ ਯੂਸਫ ਦੇ ਅੱਗੇ ਰੱਖਿਆ ਤੇ ਉਸਨੇ ਆਪ ਵੀ ਨਾਲ ਬਹਿ ਕੇ ਖਾਧਾ। ਫਿਰ ਉਸਨੇ ਯੂਸਫ ਨੂੰ ਕਿਹਾ ਕਿ ਉਸਨੂੰ ਉਸ ਵਰਗਾ ਪਿਆਰ ਹੋਰ ਕੋਈ ਵੀ ਮਰਦ ਨਹੀਂ। ਉਹ ਮੁੱਦਤਾਂ ਤੋਂ ਉਸਦੀ ਉਡੀਕ ਵਿੱਚ ਘੁੰਮਦੀ ਤੇ ਕਮਲੀ ਹੋਈ ਪਈ ਸੀ। ਜਦੋਂ ਬੇਕਰਾਰੀ ਵਿੱਚ ਤੜਫਦੀ ਨੂੰ ਰੱਬ ਨੇ ਦਿੱਤਾ ਤਾਂ ਘਰ ਵਿੱਚ ਹੀ ਦੇ ਦਿੱਤਾ। ਹੁਣ ਉਹ ਇਹ ਚਾਹੁੰਦੀ ਹੈ ਕਿ ਜਿਹੋ ਜਿਹਾ ਉਹ ਉਸਨੂੰ ਪਿਆਰਾ ਹੈ, ਉਹੋ ਜਿਹੀ ਹੀ ਉਹ ਵੀ ਉਸਨੂੰ ਦਿਲ ਤੋਂ ਪਿਆਰੀ ਹੋਵੇ। ਯੂਸਫ ਨੇ ਉੱਤਰ ਦਿੱਤਾ ਕਿ ਉਹ ਉਸਨੂੰ ਦਿਲੋਂ ਬਿਲਕੁਲ ਪਿਆਰ ਨਾ ਕਰੇ, ਕਿਉਂਕਿ ਉਸਨੇ ਚੰਗੀ ਤਰ੍ਹਾਂ ਅਜ਼ਮਾ ਕੇ ਦੇਖ ਲਿਆ ਹੈ ਕਿ ਪਿਆਰ ਖਰਾਬ ਕਰਦਾ ਹੈ। ਉਸਨੂੰ ਉਸਦਾ ਬਾਪ ਵੀ ਇਸੇ ਤਰ੍ਹਾਂ ਦਿਲੋਂ ਜਾਨੋਂ ਬਹੁਤ ਪਿਆਰ ਕਰਦਾ ਹੈ, ਪਰ ਉਸਨੂੰ ਇਹ ਮੁਸੀਬਤ ਪਈ ਹੈ ਕਿ ਉਹ ਵਿਕ ਕੇ ਗੁਲਾਮ ਬਣ ਗਿਆ ਹੈ। ਹੁਣ ਉਸ ਲਈ ਉਸਦੇ ਜ਼ੁਲੈਖਾ ਦੇ ਦਿਲ ਵਿੱਚ ਪਿਆਰ ਪਿਆ ਹੈ ਤੇ ਉਸਨੂੰ ਜਾਪਦਾ ਹੈ ਕਿ ਉਸਦੇ ਸਿਰ ਉੱਤੇ ਵੀ ਕੋਈ ਮੁਸੀਬਤ ਖੜੀ ਹੈ। ਜ਼ੁਲੈਖਾ ਨੇ ਯੂਸਫ ਨੂੰ ਕਿਹਾ ਕਿ ਉਸਨੂੰ ਉਸਦੇ ਇਸ਼ਕ ਵਿੱਚ ਦਿਨੇ ਰਾਤ ਇੱਕ ਪਲ ਆਰਾਮ ਲੈਣਾ ਨਹੀਂ ਮਿਲਦਾ। ਉਹ ਰਾਤਾਂ ਜਾਗ ਕੇ ਤੇ ਰੋ ਰੋ ਕੇ ਕੱਟਦੀ ਹੈ। ਅੱਗੇ ਉਹ ਉਸਦੇ ਸੁਪਨੇ ਵਿੱਚ ਆ ਕੇ ਉਸਦੇ ਦਿਲ ਵਿੱਚ ਇਸ਼ਕ ਦੀ ਚੰਗਿਆੜੀ ਪਾ ਗਿਆ ਸੀ ਤੇ ਮਿਸਰ ਦੇ ਅਜ਼ੀਜ਼ ਦਾ ਨਾਂ ਲੈ ਕੇ ਆਪਣੀ ਝਲਕ ਦਿੰਦਾ ਹੋਇਆ ਚਲਾ ਗਿਆ ਸੀ। ਪਰ ਹੁਣ ਉਹ ਉਸਦੇ ਦੱਸੇ ਅਨੁਸਾਰ ਇਸ ਸ਼ਹਿਰ ਵਿੱਚ ਆਈ ਹੈ ਤਾਂ ਉਹ ਅੱਗੋਂ ਉਸਨੂੰ ਕਿਤੇ ਵੀ ਨਜ਼ਰੀ ਨਹੀਂ ਪਿਆ, ਜਦਕਿ ਉਸਦੇ ਗਲ ਵਿੱਚ ਇਸ਼ਕ ਦੀ ਫਾਹੀ ਪਾਈ ਹੋਈ ਹੈ। ਜਦੋਂ ਉਹ ਸੱਚਾ ਬਣ ਕੇ ਉਸਨੂੰ ਇੱਕ ਜਗ੍ਹਾ ਉੱਤੇ ਬਿਠਾ ਕੇ ਆ ਮਿਲਿਆ ਹੈ ਤਾਂ ਪਤਾ ਲੱਗਾ ਕਿ ਉਸਦਾ ਪਤਾ ਪੂਰਾ ਸੀ ਤੇ ਉਹ ਝੂਠਾ ਦਿਲਾਸਾ ਨਹੀਂ ਸੀ। ਜਦੋਂ ਰੱਬ ਨੇ ਉਸਦੇ ਸਿਦਕ ਕਾਰਨ ਉਸਨੂੰ ਆਣ ਮਿਲਾਇਆ ਹੈ ਤਾਂ ਹੁਣ ਉਹ ਦਿਖਾਵੇ ਦਾ ਯਾਰ ਬਣ ਕੇ ਇੱਧਰ ਉੱਧਰ ਨਾ ਘੁੰਮਦਾ ਫਿਰੇ। ਯੂਸਫ ਨੇ ਜ਼ੁਲੈਖਾ ਨੂੰ ਉੱਤਰ ਦਿੱਤਾ ਕਿ ਉਹ ਉਸ ਨਾਲ ਬੇਅਦਬੀ ਭਰੀਆਂ ਗੱਲਾਂ ਨਾ ਕਰੇ। ਗੋਲੇ ਦੇ ਰੂਪ ਵਿੱਚ ਉਸਦੀ ਕੀ ਕਦਰ ਹੋ ਸਕਦੀ ਹੈ ਤੇ ਉਹ ਆਪਣੇ ਮਾਲਕ ਦੀ ਅਮਾਨਤ ਵਿੱਚ ਖਿਆਨਤ ਵੀ ਨਹੀਂ ਕਰ ਸਕਦਾ। ਉਸਨੂੰ ਬਾਦਸ਼ਾਹ ਅਜ਼ੀਜ਼ ਨੇ ਆਪਣਾ ਮੁੱਲ ਖਰੀਦਿਆ ਗੁਲਾਮ ਬਣਾ ਲਿਆ ਹੈ, ਇਸ ਕਰਕੇ ਉਹ ਉਸਨੂੰ ਕੋਈ ਖਿਦਮਤ ਦੱਸੇ। ਉਸਦੀ ਭਲਾਈ ਇਸੇ ਗੱਲ ਵਿੱਚ ਹੈ ਕਿ ਉਹ ਹੁਕਮ ਦੀ ਪਾਲਣਾ ਕਰੇ। ਜ਼ੁਲੈਖਾ ਬੋਲੀ ਕਿ ਉਹ ਗੋਲਿਆਂ ਨਾਲੋਂ ਵਧੀਆ ਹੈ। ਉਹ ਜੋ ਉਸਨੂੰ ਸੇਵਾ ਦੱਸੇ ਯੂਸਫ ਲਈ ਉਹ ਕਰਨੀ ਹੀ ਠੀਕ ਹੈ। ਉਸਨੇ ਕਿਹਾ ਕਿ ਉਸਦੀ ਸੂਰਤ ਸੁਭਾਅ ਤੇ ਬੋਲੀ ਗੁਲਾਮਾਂ ਵਾਲੀ ਨਹੀਂ, ਇਹ ਤਾਂ ਰੱਬ ਦੀ ਕੋਈ ਬੇਪਰਵਾਹੀ ਹੈ ਜਿਸਦਾ ਦੁੱਖ ਉਹ ਸਿਰ ਉੱਤੇ ਚੱਲ ਰਿਹਾ ਹੈ। ਯੂਸਫ ਨੂੰ ਚਾਹੀਦਾ ਹੈ ਕਿ ਉਹ ਉਸਦੀ ਸੇਵਾ ਕਰਨ ਤੋਂ ਤੇ ਉਸਦਾ ਕਿਹਾ ਮੰਨਣ ਤੋਂ ਇਨਕਾਰ ਨਾ ਕਰੇ, ਕਿਉਂਕਿ ਉਹ ਉਸਦੀ ਆਸ਼ਿਕ ਹੈ ਤੇ ਉਹ ਉਸਦਾ ਮਾਸ਼ੂਕ ਹੈ। ਇਹ ਸੁਣ ਕੇ ਯੂਸਫ ਨੇ ਜ਼ੁਲੈਖਾ ਨੂੰ ਕਿਹਾ ਕਿ ਕੀ ਉਸਨੂੰ ਇਹ ਗੱਲ ਕਰਦਿਆਂ ਸ਼ਰਮ ਨਹੀਂ ਆਉਂਦੀ। ਕਾਮੀ ਲੋਕ ਤਾਂ ਹਮੇਸ਼ਾ ਹੀ ਕੋਈ ਨਾ ਕੋਈ ਭੁੱਲ ਕਰਦੇ ਹਨ। ਉਹ ਉਸਦੇ ਜਿੰਮੇ ਕੋਈ ਕੰਮ ਲਾਵੇ ਜਿਹੜਾ ਉਹ ਕਰਕੇ ਦੱਸੇ। ਜ਼ੁਲੈਖਾ ਨੇ ਕਿਹਾ ਕਿ ਜੇਕਰ ਉਸਦੇ ਸਰੀਰ ਵਿੱਚ ਰੱਬ ਦਾ ਡਰ ਹੈ ਤਾਂ ਉਹ ਰੱਬ ਨੂੰ ਰਾਜ਼ੀ ਕਰਨ ਲਈ ਜ਼ੁਲੈਖਾ ਨੂੰ ਰਾਜ਼ੀ ਕਰੇ। ਇਸ ਬਦਲੇ ਉਹ ਉਸਨੂੰ ਭਾਰੀ ਖਜ਼ਾਨੇ ਦੇਵੇਗੀ। ਉਸਨੇ ਹੋਰ ਕਿਹਾ ਕਿ ਉਹ ਵਹਿਸ਼ਤ ਦਾ ਚਸ਼ਮਾ ਹੈ, ਪਰ ਉਹ ਪਿਆਸੀ ਮਰ ਰਹੀ ਹੈ। ਉਹ ਬੇਗੁਨਾਹ ਨੂੰ ਮਾਰਨ ਦਾ ਕਿੰਨਾ ਕੁ ਜ਼ਿੰਮਾ ਆਪਣੇ ਸਿਰ ਲੈ ਸਕੇਗਾ। ਇਹ ਸੁਣ ਕੇ ਯੂਸਫ ਨੇ ਉੱਤਰ ਦਿੱਤਾ ਕਿ ਉਹ ਰੱਬ ਤੋਂ ਡਰੇ। ਇਸ ਦੁਨੀਆ ਉੱਪਰ ਬੰਦਾ ਸਦਾ ਨਹੀਂ ਰਹਿੰਦਾ, ਇਸ ਕਰਕੇ ਉਹ ਰੱਬ ਦਾ ਡਰ ਰੱਖਦਾ ਹੋਇਆ ਸ਼ੈਤਾਨੀ ਕੰਮ ਨਹੀਂ ਕਰੇਗਾ। ਉਸਦੇ ਮਨ ਵਿੱਚ ਜੋ ਕਾਮ ਤ੍ਰਿਪਤੀ ਦੀ ਇੱਛਾ ਹੈ ਉਹ ਉਸਦਾ ਪਤੀ ਅਜ਼ੀਜ਼ ਹੀ ਪੂਰੀ ਕਰ ਸਕਦਾ ਹੈ। ਉਹ ਨਿਮਾਣਾ ਬੰਦਾ ਇਹ ਕੰਮ ਨਹੀਂ ਕਰ ਸਕਦਾ। ਇੱਕ ਦਿਨ ਜ਼ੁਲੈਖਾ ਯੂਸਫ ਨੂੰ ਇਕੱਲਾ ਦੇਖ ਕੇ ਉਸਨੂੰ ਦੂਜੀ ਵਾਰੀ ਮਿਲੀ ਤੇ ਕਹਿਣ ਲੱਗੀ ਕਿ ਉਹ ਉਸਨੂੰ ਆਪਣੀ ਜਾਨ ਦਾ ਦੁਸ਼ਮਣ ਨਾ ਬਣਾਵੇ, ਨਹੀਂ ਤਾਂ ਉਸਨੂੰ ਅਜਿਹੀ ਸਜ਼ਾ ਮਿਲੇਗੀ ਕਿ ਉਹ ਆਪਣੇ ਜੰਮਣ ਵਾਲੇ ਮਾਪਿਆਂ ਨੂੰ ਰੋਵੇਗਾ। ਉਸਦਾ ਨਾਂ ਜ਼ੁਲੈਖਾ ਨਹੀਂ ਜੇ ਉਹ ਉਸਨੂੰ ਮਾਰ ਕੇ ਨਾ ਮੁਕਾ ਦੇਵੇ। ਇਹ ਸੁਣ ਕੇ ਯੂਸਫ ਨੇ ਕਿਹਾ ਕਿ ਦਿਲਾਂ ਦਾ ਮਾਲਕ ਰੱਬ ਜੇ ਚਾਹੇ
ਤਾਂ ਉਸਦੇ ਪੱਥਰ ਦਿਲ ਨੂੰ ਵੀ ਨਰਮ ਕਰ ਸਕਦਾ ਹੈ। ਉਸ ਕਿਸੇ ਤੋਂ ਐਡੇ ਵੱਡੇ ਗੁਨਾਹ ਨਹੀਂ ਕਰਾਉਂਦਾ ਤੇ ਨਾ ਹੀ ਬਣਾਏ ਹੋਏ ਬੁੱਤਾਂ ਨੂੰ ਭੰਨਦਾ ਤੋੜਦਾ ਹੈ। ਇਹ ਸੁਣ ਕੇ ਜ਼ੁਲੈਖਾ ਬੋਲੀ ਕਿ ਜੇਕਰ ਉਹ ਉਸਦੇ ਹੁਕਮ ਨੂੰ ਮੰਨ ਲਵੇ ਤਾਂ ਉਹ ਉਸਦੇ ਰੱਬ ਨੂੰ ਮੰਨੇਗੀ ਤੇ ਉਹ ਨਿਮਰ ਹੋ ਕੇ ਉਸ ਵਾਂਗ ਭਗਤੀ ਕਰੇਗੀ। ਇਹ ਸੁਣ ਕੇ ਯੂਸਫ ਨੇ ਕਿਹਾ ਕਿ ਉਸਨੇ ਉਸਦੇ ਰੱਬ ਦੀ ਵਡਿਆਈ ਨੂੰ ਸਮਝਿਆ ਨਹੀਂ। ਹੁਣ ਤੱਕ ਉਹ ਉਸਦੀ ਬੁੱਧੀ ਉੱਤੇ ਲੱਗੇ ਜਿੰਦਰਿਆਂ ਵਾਲੇ ਸੰਗਲਾਂ ਨੂੰ ਖੋਲ੍ਹਦਾ ਜਾ ਰਿਹਾ ਹੈ, ਪਰ ਉਸਨੂੰ ਅਜੇ ਤੱਕ ਉਸਦੀ ਸਮਝ ਨਹੀਂ ਆਈ। ਜ਼ੁਲੈਖਾ ਨੇ ਮੁੜ ਯੂਸਫ ਨੂੰ ਕਿਹਾ ਕਿ ਉਹ ਤਾਂ ਉਸਦੇ ਵਿਛੋੜੇ ਵਿੱਚ ਗਮ ਦਾ ਖਾਣਾ ਖਾਂਦੀ ਹੀ ਹੈ, ਪਰ ਉਹ ਉਸਨੂੰ ਵੀ ਸੰਗਲ ਪਾ ਕੇ ਦੁਖੀ ਕਰੇਗੀ। ਇਹ ਸੁਣ ਕੇ ਯੂਸਫ ਨੇ ਉਸਨੂੰ ਕਿਹਾ ਕਿ ਉਹ ਰੱਬ ਤੋਂ ਡਰੇ ਤੇ ਬਹਾਨੇਬਾਜ਼ੀ ਨਾ ਕਰੇ। ਉਹ ਰੱਬ ਨੂੰ ਪਿਆਰ ਕਰਨ ਵਾਲਾ ਹੈ, ਜਦਕਿ ਉਹ ਦੁਨਿਆਵੀ ਪ੍ਰੇਮ ਕਰਦੀ ਹੈ। ਜ਼ੁਲੈਖਾ ਨੇ ਯੂਸਫ ਨੂੰ ਉੱਤਰ ਦਿੱਤਾ ਕਿ ਉਹ ਉਸਦਾ ਹੁਕਮ ਮੰਨਣ ਤੋਂ ਇਨਕਾਰ ਨਾ ਕਰੇ, ਨਹੀਂ ਤਾਂ ਉਹ ਉਸਦੀ ਕੈਦ ਵਿੱਚ ਬੱਦਾ ਸੁੱਕ ਕੇ ਹੀ ਮਰ ਜਾਵੇਗਾ। ਉਹ ਉਸਨੂੰ ਦੁਸ਼ਮਣ ਸਮਝ ਕੇ, ਉਸਨੂੰ ਆਪਣੀ ਜਾਨ ਤੋਂ ਪਿਆਰੀ ਸਮਝ ਕੇ ਉਸਦੇ ਮਹਿੰਦੀ ਨਾਲ ਰੰਗੇ ਹੋਏ ਹੱਥਾਂ ਨੂੰ ਆਪਣੇ ਖੂਨ ਨਾਲ ਨਾ ਰੰਗੇ। ਇਹ ਸੁਣ ਕੇ ਯੂਸਫ ਨੇ ਜ਼ੁਲੈਖਾ ਨੂੰ ਕਿਹਾ ਕਿ ਉਸਦੀ ਅਗਲੀ ਗੱਲ ਨੂੰ ਪੂਰੀ ਤਰ੍ਹਾਂ ਸਮਝਦਾ ਹੈ। ਉਹ ਉਸਦਾ ਹੁਕਮ ਮੰਨਣ ਦੀ ਪਰਵਾਹ ਨਹੀਂ ਕਰਦਾ, ਪਰ ਰੱਬ ਦਾ ਹੁਕਮ ਮੰਨਣਾ ਜ਼ਰੂਰੀ ਸਮਝਦਾ ਹੈ। ਉਸਨੂੰ ਜੋ ਰੱਬ ਕਹੇਗਾ ਉਹ ਹੀ ਕੁਝ ਕਰੇਗਾ। ਉਹ ਉਸਦੀ ਪਰਵਾਹ ਨਹੀਂ ਕਰਦਾ, ਕਿਉਂਕਿ ਉਸਦੇ ਸਿਰ ਉੱਤੇ ਉਸਨੂੰ ਬਚਾ ਕੇ ਰੱਖਣ ਵਾਲਾ ਸਦਾ ਕਾਇਮ ਹੈ। 21ਵਾਂ ਸ਼ੇਰ ਸਿੰਘ ਪ੍ਰਕਰਨ। ਸ਼ੇਰ ਸਿੰਘ ਪ੍ਰਕਰਨ ਸ਼ਾਹ ਮੁਹੰਮਦ ਦੀ ਪ੍ਰਸਿੱਧ ਰਚਨਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਜੰਗ ਹਿੰਦ ਪੰਜਾਬ ਦਾ ਇੱਕ ਅੰਸ਼ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਪਿੱਛੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਛਾਗਰਦੀ, ਸਿੰਘਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਤੇ ਪੰਜਾਬ ਦੇ ਅੰਗਰੇਜ਼ਾਂ ਦੇ ਅਧੀਨ ਹੋਣ ਦਾ ਜ਼ਿਕਰ ਦਾ ਬੜੇ ਕਰੁਣਾਮਈ ਢੰਗ ਨਾਲ ਪੇਸ਼ ਕੀਤਾ ਹੈ। ਇਸ ਕਾਵ ਅੰਸ਼ ਦਾ ਵਿਸ਼ਾ ਮਹਾਰਾਜਾ ਖੜਕ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਦੀ ਮੌਤ ਤੋਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਹੋਰ ਸਪੁੱਤਰ ਸ਼ੇਰ ਸਿੰਘ ਦੇ ਰਾਜਗੱਦੀ ਉੱਤੇ ਬੈਠਣ ਤੇ ਉਸ ਦੁਆਰਾ ਰਾਣੀ ਚੰਦ ਕੌਰ ਨੂੰ ਮਰਵਾਉਣ ਤੇ ਫਿਰ ਸੰਧਾਂ ਵਾਲਿਆਂ ਹੱਥੋਂ ਆਪ ਮਾਰੇ ਜਾਣ ਦੀਆਂ ਘਟਨਾਵਾਂ ਹਨ। ਜਦੋਂ ਸ਼ੇਰ ਸਿੰਘ ਨੂੰ ਆਪਣੇ ਭਰਾ ਮਹਾਰਾਜਾ ਖੜਕ ਸਿੰਘ ਅਤੇ ਭਤੀਜੇ ਕੰਵਰ ਨੌਨਿਹਾਲ ਸਿੰਘ ਦੀ ਮੌਤ ਦੀ ਖਬਰ ਮਿਲੀ ਤਾਂ ਉਸਨੇ ਭਾਰੀ ਫੌਜ ਲੈ ਕੇ ਝਟਪਟ ਬਟਾਲੇ ਤੋਂ ਚੜ੍ਹਾਈ ਕਰ ਦਿੱਤੀ ਤੇ ਫੌਜ ਲੈ ਕੇ ਲਾਹੌਰ ਪਹੁੰਚ ਗਿਆ। ਦੂਜੇ ਪਾਸੇ ਖੜਕ ਸਿੰਘ ਦੀ ਪਤਨੀ ਚੰਦ ਕੌਰ ਨੂੰ ਫਿਕਰ ਲੱਗ ਗਿਆ ਕਿ ਕਿਤੇ ਸ਼ੇਰ ਸਿੰਘ ਉਸਦਾ ਰਾਜ ਨਾ ਖੋਹ ਲਵੇ। ਉਸਨੇ ਕਿਲੇ ਦੇ ਬਾਹਰ 4 ਸੰਤਰੀ ਖੜੇ ਕਰ ਦਿੱਤੇ ਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਜਦੋਂ ਸ਼ੇਰ ਸਿੰਘ ਅੰਦਰ ਆਵੇ ਤਾਂ ਉਹ ਕਰਾਬੀਨਾਂ ਚਲਾ ਕੇ ਉਸਨੂੰ ਮਾਰ ਦੇਣ। ਇਸ ਸਮੇਂ ਪ੍ਰਧਾਨ ਮੰਤਰੀ ਰਾਜੇ ਧਿਆਨ ਸਿੰਘ ਨੇ ਰਾਜੇ ਸ਼ੇਰ ਸਿੰਘ ਨੂੰ ਸੁਨੇਹਾ ਭੇਜਿਆ ਕਿ ਉਹ ਅੱਜ ਕਿਲੇ ਦੇ ਅੰਦਰ ਨਾ ਆਵੇ, ਕਿਉਂਕਿ ਉਸਦਾ ਹਾਲੇ ਇੱਥੇ ਜ਼ੋਰ ਨਹੀਂ। ਉਹ ਕੋਸ਼ਿਸ਼ ਕਰਕੇ ਅੰਤ ਨੂੰ ਉਸਨੂੰ ਹੀ ਬੁਲਾ ਲੈਣਗੇ, ਪਰ ਅਜੇ ਉਹ ਵਾਪਸ ਮੁੜ ਜਾਵੇ। ਸ਼ੇਰ ਸਿੰਘ ਨੇ ਚੰਦ ਕੌਰ ਦੀ ਬੁਰੀ ਨਜ਼ਰ ਤੇ ਧੋਖੇਬਾਜ਼ੀਆਂ ਨੂੰ ਅਨੁਭਵ ਕੀਤਾ ਤਾਂ ਉਹ ਝੱਟ ਲਾਹੌਰ ਤੋਂ ਕੂਚ ਕਰਕੇ ਮੁਕੇਰੀਏ ਪਹੁੰਚ ਗਿਆ। ਪਿੱਛੋਂ ਰਾਣੀ ਚੰਦ ਕੌਰ ਰਾਜਗੱਦੀ ਉੱਤੇ ਬੈਠ ਗਈ ਤਾਂ ਅਮੀਰ ਵਜ਼ੀਰ ਉਸਨੂੰ ਹੌਸਲਾ ਦੇਣ ਲੱਗੇ ਕਿ ਕੰਵਰ ਨੌਨਿਹਾਲ ਸਿੰਘ ਵਰਗਾ ਹੁਣ ਕੋਈ ਨਹੀਂ ਪੈਦਾ ਹੋਣਾ, ਇਸ ਕਰਕੇ ਹੁਣ ਕਿਲੇ ਤੇ ਪਰਜਾ ਗੱਲ ਕੀ, ਸਭ ਕੁਝ ਉਸਦਾ ਹੈ। ਇਸ ਪਿੱਛੋਂ ਰਾਜੇ ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਰਾਜਗੱਦੀ ਉੱਪਰ ਬਿਠਾਉਣ ਲਈ ਫੌਜ ਨਾਲ ਗੰਢ ਤੁਪ ਕੀਤੀ ਤੇ ਆਪ 22 ਦਿਨਾਂ ਦੀ ਛੁੱਟੀ ਲੈ ਕੇ ਜੰਮੂ ਵੱਲ ਚਲਾ ਗਿਆ। ਦੂਜੇ ਪਾਸੇ ਉਸਨੇ ਸ਼ੇਰ ਸਿੰਘ ਨੂੰ ਚਿੱਠੀ ਲਿਖ ਕੇ ਭੇਜ ਦਿੱਤੀ ਕਿ ਉਹ ਝਟਪਟ ਲਾਹੌਰ ਪਹੁੰਚ ਜਾਵੇ, ਅੱਗੋਂ ਉਸ ਨਾਲ ਸਾਰੀਆਂ ਫੌਜਾਂ ਮਿਲ ਜਾਣਗੀਆਂ। ਸ਼ੇਰ ਸਿੰਘ ਨੇ ਰਾਜੇ ਧਿਆਨ ਸਿੰਘ ਦੀ ਚਿੱਠੀ ਪੜ੍ਹ ਕੇ ਆਪਣੀਆਂ ਫੌਜਾਂ ਨੂੰ ਝਟਪਟ ਲਾਹੌਰ ਵੱਲ ਭੇਜ ਦਿੱਤਾ। ਲਾਹੌਰ ਸ਼ਹਿਰ ਤੋਂ 6 ਮੀਲ ਉਰੇ ਬੁੱਧੂ ਦੇ ਆਵੇ ਕੋਲ ਆ ਕੇ ਉਸ ਦੀਆਂ ਫੌਜਾਂ ਉਤਰ ਪਈਆਂ। ਸ਼ੇਰ ਸਿੰਘ ਨੇ ਫੌਜਾਂ ਨੂੰ ਹੁਕਮ ਦਿੱਤਾ ਕਿ ਉਸ ਅਨੁਸਾਰ ਉਹਨਾਂ ਬੁੱਧੂ ਦੇ ਆਵੇ ਤੋਂ ਲਾਹੌਰ ਵੱਲ ਧਾਵਾ ਬੋਲਿਆ। ਫੌਜੀ ਸਰਦਾਰਾਂ ਨੇ ਮਿੱਥੀ ਯੋਜਨਾ ਅਨੁਸਾਰ ਗੱਲਬਾਤ ਕਰਕੇ ਪਲਟਨਾਂ ਨੂੰ 2 ਹਿੱਸਿਆਂ ਵਿੱਚ ਵੰਡ ਕੇ ਸ਼ੇਰ ਸਿੰਘ ਨੂੰ ਛੇਤੀ ਅੱਗੇ ਲੰਘਾ ਦਿੱਤਾ। ਇਸ ਤਰ੍ਹਾਂ ਸ਼ੇਰ ਸਿੰਘ ਨੇ ਕਿਲੇ ਨਾਲ ਮੋਰਚਾ ਲਾ ਲਿਆ। ਅੰਤ ਅੰਦਰਲਿਆਂ ਨੇ ਹਾਰ ਕੇ ਚੰਦ ਕੌਰ ਦੀ ਥਾਂ ਸ਼ੇਰ ਸਿੰਘ ਨੂੰ ਰਾਜਗੱਦੀ ਉੱਤੇ ਬਿਠਾ ਦਿੱਤਾ। ਹੁਣ ਸ਼ੇਰ ਸਿੰਘ ਰਾਜਗੱਦੀ ਉੱਤੇ ਬੈਠ ਗਿਆ ਸੀ
ਤਾਂ ਉਸਨੇ ਰਾਣੀ ਚੰਦ ਕੌਰ ਨੂੰ ਕਿਲੇ ਵਿੱਚ ਕੈਦ ਕਰ ਲਿਆ ਤੇ ਇਸ ਤਰ੍ਹਾਂ 1 ਸਾਲ ਬੀਤ ਗਿਆ। ਰਾਣੀ ਦੇ ਜਿਉਂਦਿਆਂ ਸ਼ੇਰ ਸਿੰਘ ਚੈਨ ਨਾਲ ਰਾਜ ਨਹੀਂ ਸੀ ਕਰ ਸਕਦਾ, ਇਸ ਕਰਕੇ ਉਸਨੇ ਉਸਨੂੰ ਮਰਵਾ ਕੇ ਆਪਣੇ ਗਲੋਂ ਬਲਾ ਲਾ ਦਿੱਤੀ। ਹੁਣ ਸ਼ੇਰ ਸਿੰਘ ਰਾਜ ਕਰ ਰਿਹਾ ਸੀ। ਇਸ ਤੋਂ ਪਹਿਲਾਂ ਸੰਧਾਵਾਲੀਏ ਅਜੀਤ ਸਿੰਘ ਤੇ ਲਹਿਣਾ ਸਿੰਘ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਸੀ, ਪਰ ਸ਼ੇਰ ਸਿੰਘ ਦੇ ਰਾਜ ਸਮੇਂ ਸੰਧਾਵਾਲੀਏ ਮੁੜ ਪੰਜਾਬ ਆ ਗਏ। ਮਹਾਰਾਜਾ ਸ਼ੇਰ ਸਿੰਘ ਨੂੰ ਅਜੇ ਗੱਦੀ ਉੱਪਰ ਬੈਠਿਆਂ 1 ਸਾਲ ਹੀ ਹੋਇਆ ਸੀ ਕਿ ਉਸਨੇ ਫੌਜ ਦੀ ਹਾਜ਼ਰੀ ਲੈਣ ਲਈ ਸ਼ਾਲਾਮਾਰ ਬਾਗ ਲਾਹੌਰ ਦੇ ਨੇੜੇ ਸ਼ਾਹ ਬਿਲਾਵਲ ਵਿੱਚ ਡੇਰਾ ਲਾਇਆ। ਅਜੀਤ ਸਿੰਘ ਸੰਧਾਵਾਲੀਆ ਗੁੱਜੀ ਬੰਦੂਕ ਲੈ ਕੇ ਆਇਆ ਤੇ ਉਸਨੇ ਮਹਾਰਾਜਾ ਸ਼ੇਰ ਸਿੰਘ ਵੱਲ ਸਿੱਧੀ ਕਰਕੇ ਉਸਨੂੰ ਦੇਖਣ ਲਈ ਕਿਹਾ। ਜਦੋਂ ਮਹਾਰਾਜੇ ਨੇ ਉਸ ਵੱਲ ਨਜ਼ਰ ਕੀਤੀ ਤਾਂ ਉਸਨੇ ਇੱਕਦਮ ਉਸਦਾ ਘੋੜਾ ਦਬਾ ਕੇ ਉਸਨੂੰ ਚਲਾ ਦਿੱਤਾ, ਜਿਸ ਵਿੱਚੋਂ ਨਿਕਲੀ ਗੋਲੀ ਸਿੱਧੀ ਮਹਾਰਾਜੇ ਦੇ ਲੱਗੀ ਤੇ ਉਹ ਜ਼ਮੀਨ ਉੱਤੇ ਡਿੱਗ ਕੇ ਤੜਫਣ ਲੱਗ ਪਿਆ। ਇਸ ਸਮੇਂ ਅਜੀਤ ਸਿੰਘ ਨੇ ਤਲਵਾਰ ਚਲਾ ਕੇ ਉਸਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਮਹਾਰਾਜਾ ਸ਼ੇਰ ਸਿੰਘ ਨੂੰ ਮਾਰਨ ਮਗਰੋਂ ਲਹਿਣਾ ਸਿੰਘ ਬਾਗ ਵੱਲ ਆਇਆ, ਜਿੱਥੇ ਸ਼ੇਰ ਸਿੰਘ ਦਾ ਪੁੱਤਰ ਕੰਵਰ ਪ੍ਰਤਾਪ ਸਿੰਘ ਹਵਨ ਕਰਾ ਰਿਹਾ ਸੀ। ਉਸਨੇ ਲਹਿਣਾ ਸਿੰਘ ਦੀ ਬੁਰੀ ਨਜ਼ਰ ਦੇਖ ਕੇ ਉਸ ਅੱਗੇ ਜਾਨ ਬਖਸ਼ਣ ਲਈ ਵਾਸਤਾ ਪਾਇਆ, ਪਰ ਲਹਿਣਾ ਸਿੰਘ ਨੇ ਉਸਦੀ ਇੱਕ ਨਾ ਮੰਨੀ ਤੇ ਤਲਵਾਰ ਮਾਰ ਕੇ ਉਸਦਾ ਵੀ ਸਿਰ ਵੱਢ ਦਿੱਤਾ। ਫੇਰੂ ਸ਼ਹਿਰ ਦੀ ਲੜਾਈ। ਇਹ ਕਾਵਿ-ਅੰਸ਼ ਸ਼ਾਹ ਮੁਹੰਮਦ ਦੀ ਰਚਨਾ ਹਿੰਦ ਪੰਜਾਬ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਵਿੱਚੋਂ ਲਿਆ ਗਿਆ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਛਾਗਰਦੀ, ਸਿੱਖ ਤੇ ਅੰਗਰੇਜ਼ਾਂ ਵਿਚਕਾਰ ਹੋਈਆਂ ਲੜਾਈਆਂ ਤੇ ਪੰਜਾਬ ਉੱਤੇ ਅੰਗਰੇਜ਼ਾਂ ਦੇ ਕਾਬਜ਼ ਹੋਣ ਦਾ ਜ਼ਿਕਰ ਬੜੇ ਕਰੁਣਾਮਈ ਢੰਗ ਨਾਲ ਕੀਤਾ ਹੈ। ਫੇਰੂ ਸ਼ਹਿਰ ਦੀ ਲੜਾਈ ਦਾ ਵਿਸ਼ਾ ਸਿੱਖਾਂ ਤੇ ਅੰਗਰੇਜ਼ਾਂ ਦੀ ਫੇਰੂ ਸ਼ਹਿਰ ਦੇ ਮੈਦਾਨ ਵਿੱਚ ਪਹਿਲੀ ਟੱਕਰ ਦਾ ਬਿਆਨ ਹੈ, ਜਿਸ ਵਿੱਚ ਬਹਾਦਰੀ ਨਾਲ ਅੰਗਰੇਜ਼ਾਂ ਨੂੰ ਖਦੇੜ ਰਹੀਆਂ ਸਿੱਖ ਫੌਜਾਂ ਵਿੱਚ ਸਰਦਾਰਾਂ ਕਾਰਨ ਭਾਜੜ ਮਚ ਜਾਂਦੀ ਹੈ। ਫੇਰੂ ਸ਼ਹਿਰ ਤੋਂ ਪਰਲੇ ਖੇਤਾਂ ਵਿੱਚ ਸਿੱਖ ਫੌਜਾਂ ਤੇ ਅੰਗਰੇਜ਼ਾਂ ਦੀ ਟੱਕਰ ਹੋਈ। ਉੱਥੇ ਜ਼ੋਰਦਾਰ ਤੋਪਾਂ ਚੱਲੀਆਂ। ਸਿੰਘਾਂ ਨੇ ਅੰਗਰੇਜ਼ਾਂ ਦੇ ਸਿਰ ਵੱਢ ਕੇ ਢੇਰ ਲਾ ਦਿੱਤੇ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਇੰਗਲੈਂਡ ਦੀਆਂ ਸਾਰੀਆਂ ਜਨਾਨੀਆਂ ਰੰਡੀਆਂ ਹੋ ਗਈਆਂ ਹੋਣ। ਲਾਰਡ ਹੈਨਰੀ ਹਾਰਡਿੰਗ ਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਉਹ ਅੰਗਰੇਜ਼ਾਂ ਦੀ ਇੱਜ਼ਤ ਬਚਾਉਣ। ਸਿੱਖਾਂ ਨੇ ਉਹਨਾਂ ਦੀ ਫੌਜ ਵਿੱਚ ਸ਼ਾਮਿਲ ਪੂਰਬੀਆਂ ਤੇ ਦੱਖਣੀਆਂ ਦੀਆਂ ਫੌਜਾਂ ਮਾਰ ਕੇ ਮੁਕਾ ਦਿੱਤੀਆਂ ਸਨ। ਇੰਗਲੈਂਡ ਵਿੱਚ ਕੁਰਲਾਹਟ ਪੈ ਗਿਆ, ਕਿਉਂਕਿ ਸਿੱਖਾਂ ਦੇ 4000 ਅੰਗਰੇਜ਼ਾਂ ਨੂੰ ਮਾਰ ਕੇ ਉਹਨਾਂ ਦੀਆਂ ਕੁਰਸੀਆਂ ਨੂੰ ਖਾਲੀ ਕਰ ਦਿੱਤਾ ਸੀ। ਲਾਰਡ ਹਾਰਡਿੰਗ ਦੇ ਹੱਲਾਸ਼ੇਰੀ ਦੇਣ ਨਾਲ ਅੰਗਰੇਜ਼ ਫੌਜਾਂ ਡਟ ਗਈਆਂ। ਉਹਨਾਂ ਸਤਲੁਜ ਦਰਿਆ ਦੇ ਕੰਢੇ ਕੋਲ ਸਿੱਖ ਫੌਜਾਂ ਉੱਤੇ ਭਿਆਨਕ ਹਮਲਾ ਕਰ ਦਿੱਤਾ। ਲੜਾਈ ਦੀ ਮਾਰ ਨਾ ਸਹਿੰਦੀ ਹੋਈ ਤੇ ਤੇਜਾ ਸਿੰਘ ਦੀ ਗਦਾਰੀ ਕਾਰਨ ਸਿੱਖ ਫੌਜ ਦੌੜ ਪਈ। ਉਸਨੇ ਦੌੜਦਿਆਂ ਸਾਰਾ ਜੰਗੀ ਸਮਾਨ, ਛੋਲਦਾਰੀਆਂ ਤੇ ਤੰਬੂ ਆਦਿ ਪਿੱਛੇ ਛੱਡ ਦਿੱਤੇ। ਭਾਵੇਂ ਸਿੱਖ ਫੌਜਾਂ ਮੈਦਾਨ ਵਿੱਚੋਂ ਭੱਜ ਤੁਰੀਆਂ ਸਨ, ਪਰ ਉਹਨਾਂ ਨੇ ਅੰਗਰੇਜ਼ੀ ਫੌਜਾਂ ਦੇ ਅਜਿਹੇ ਦੰਦ ਖੱਟੇ ਕੀਤੇ ਸਨ। ਇਸ ਲੜਾਈ ਵਿੱਚ ਗੋਰਿਆਂ ਨੇ ਤੋਪਖਾਨੇ ਦੀ ਵੀ ਖੂਬ ਵਰਤੋਂ ਕੀਤੀ ਅਤੇ ਬੰਦੂਕਾਂ ਵੀ ਖੂਬ ਚਲਾਈਆਂ, ਪਰ ਫਿਰ ਵੀ ਉਹਨਾਂ ਨੂੰ ਭਾਜੜ ਪੈ ਗਈ। ਭੱਜੇ ਜਾਂਦੇ ਅੰਗਰੇਜ਼ਾਂ ਨੂੰ ਫਰੀਦਕੋਟ ਦੇ ਰਾਜੇ ਪਹਾੜਾ ਸਿੰਘ ਨੇ, ਜੋ ਸਿੱਖਾਂ ਨਾਲ ਪੁਰਾਣੀ ਦੁਸ਼ਮਣੀ ਕਰਕੇ ਖਾਰ ਖਾਂਦਾ ਸੀ, ਸਾਰੀ ਸੂਹ ਦੇ ਦਿੱਤੀ ਤੇ ਦੱਸਿਆ ਕਿ ਸਿੰਘ ਆਪਣੇ ਅਸਲੇ ਖਾਨੇ ਸਮੇਤ ਮੈਦਾਨ ਛੱਡ ਕੇ ਦੌੜ ਗਏ ਹਨ, ਇਸ ਲਈ ਅੰਗਰੇਜ਼ ਮੈਦਾਨ ਨੂੰ ਸੰਭਾਲ ਲੈਣ। ਪਹਾੜਾ ਸਿੰਘ ਤੋਂ ਸੂਹ ਪ੍ਰਾਪਤ ਕਰਕੇ ਗੋਰੇ ਮੁੜ ਪਏ ਤੇ ਮੈਦਾਨ ਮੁੜ ਸੰਭਾਲ ਲਿਆ। ਹੁਣ ਫੇਰ ਲਾਂਟਾਦਾਰ ਗੋਲੇ ਚੱਲਣ ਲੱਗੇ। ਅੰਗਰੇਜ਼ਾਂ ਨੇ ਹੁਣ ਇੱਕ ਤਾਂ ਮੈਦਾਨ ਫਤਿਹ ਕਰ ਲਿਆ ਤੇ ਨਾਲ ਹੀ ਸਿੱਖਾਂ ਦੀਆਂ ਪਿੱਛੇ ਰਹੀਆਂ 123 ਤੋਪਾਂ ਅਤੇ ਰਸਦ ਦਾ ਸਮਾਨ ਲੁੱਟ ਲਿਆ। 23ਵਾਂ ਸ਼ਾਮ ਸਿੰਘ ਅਟਾਰੀ ਦੀ ਸ਼ਹਾਦਤ। ਇਹ ਕਵਿਤਾ ਸ਼ਾਹ ਮੁਹੰਮਦ ਦੀ ਰਚਨਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਜੰਗ ਹਿੰਦ ਪੰਜਾਬ ਦਾ ਇੱਕ ਅੰਸ਼ ਹੈ। ਇਸ ਜੰਗਨਾਮੇ ਵਿੱਚ ਕਵੀ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਛਾਗਰਦੀ, ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਹੋਈਆਂ ਲੜਾਈਆਂ ਤੇ ਪੰਜਾਬ ਉੱਤੇ ਅੰਗਰੇਜ਼ਾਂ ਦੇ ਕਾਬਜ਼ ਹੋ ਜਾਣ ਦਾ ਜ਼ਿਕਰ ਬੜੇ ਕਰੁਣਾਮਈ ਢੰਗ ਨਾਲ ਕੀਤਾ ਹੈ। ਇਸ ਕਵਿਤਾ ਦਾ ਵਿਸ਼ਾ ਸਭਰਾਵਾਂ ਦੇ ਮੈਦਾਨ ਵਿੱਚ ਅੰਗਰੇਜ਼ੀ ਫੌਜਾਂ
ਤੇ ਸਿੱਖਾਂ ਦੀ ਟੱਕਰ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਲਾਸਾਨੀ ਸ਼ਹੀਦੀ ਹੈ। ਇਸ ਲੜਾਈ ਵਿੱਚ ਅੰਗਰੇਜ਼ੀ ਫੌਜਾਂ ਦੀਆਂ ਪਲਟਨਾਂ ਤੋਪਖਾਨਾ ਬੀੜ ਕੇ ਅੱਗੇ ਵਧੀਆਂ, ਪਰ ਅੱਗੋਂ ਸਿੰਘਾਂ ਦੇ ਜ਼ੋਰਦਾਰ ਹਮਲਿਆਂ ਨੇ ਉਨ੍ਹਾਂ ਦੇ ਦੰਦ ਬੁਰੀ ਤਰ੍ਹਾਂ ਖੱਟੇ ਕੀਤੇ। ਮੇਵਾ ਸਿੰਘ ਦੇ ਤੋਪਖਾਨੇ ਅਤੇ ਮਾਘੇ ਖਾਨ ਦੇ ਜਮੂਰਖਾਨੇ ਨੇ ਅੰਗਰੇਜ਼ਾਂ ਦੇ ਤੋਪਖਾਨੇ ਦਾ ਪੂਰੀ ਕਰੜਾਈ ਨਾਲ ਉੱਤਰ ਦਿੱਤਾ ਅਤੇ ਅੰਗਰੇਜ਼ੀ ਫੌਜਾਂ ਦੇ ਵੱਧਦੇ ਹੜ੍ਹ ਨੂੰ ਜਾਨੀ ਨੁਕਸਾਨ ਸਮੇਤ 3 ਵਾਰ ਪਿੱਛੇ ਧੱਕ ਦਿੱਤਾ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਹਥਿਆਰ ਚਲਾ ਕੇ ਅੰਗਰੇਜ਼ੀ ਫੌਜਾਂ ਦੇ ਬੰਨ ਨੂੰ ਤੋੜ ਦਿੱਤੇ। ਇਸ ਪ੍ਰਕਾਰ ਸਿੰਘਾਂ ਨੇ ਬੀਰਤਾ ਨਾਲ ਲੜਾਈ ਕਰਦਿਆਂ ਅੰਗਰੇਜ਼ਾਂ 'ਤੇ ਇਸ ਤਰ੍ਹਾਂ ਕਚੂਮਰ ਕੱਢ ਦਿੱਤੇ ਜਿਸ ਤਰ੍ਹਾਂ ਨਿੰਬੂ ਨਿਚੋੜੇ ਜਾਂਦੇ ਹਨ। ਫਿਰ ਗੋਰਿਆਂ ਨੇ ਖੱਬੇ ਪਾਸੇ ਤੋਂ ਸਿੱਖ ਫੌਜਾਂ ਦੇ ਉਸ ਹਿੱਸੇ 'ਤੇ ਹਮਲਾ ਕੀਤਾ ਜਿੱਥੇ ਫਰਾਂਸੀਸੀ ਅਫਸਰਾਂ ਦੀ ਸਿਖਾਈ ਹੋਈ 4 ਯਾਰੀ ਨਾਂ ਦੀ ਫੌਜ ਲੜ ਰਹੀ ਸੀ। ਸਿੱਖ ਫੌਜ ਦਰਿਆ ਸਤਲੁਜ ਦੇ ਪੁਲ ਦੇ ਨੇੜੇ ਇੱਕ ਕਮਾਨ ਦੇ ਰੂਪ ਵਿੱਚ ਖੜੀ ਹੋ ਕੇ ਲੜਾਈ ਕਰ ਰਹੀ ਸੀ। ਇਸ ਸਮੇਂ ਸਿੱਖ ਫੌਜ ਦੀ ਹਾਲਤ ਬਹੁਤ ਭੈੜੀ ਹੋਈ। ਤੇਜਾ ਸਿੰਘ ਤੇ ਉਸਦੇ ਸਾਥੀ ਮੈਦਾਨ ਵਿੱਚੋਂ ਭੱਜ ਨਿਕਲੇ ਤੇ ਭੱਜਦੇ ਜਾਂਦਿਆਂ ਨੇ ਦਰਿਆ ਉੱਪਰ ਕਿਸ਼ਤੀਆਂ ਦੇ ਬੱਝੇ ਪੁਲ ਨੂੰ ਤੋੜ ਦਿੱਤਾ ਤਾਂ ਜੋ ਹਾਰੀ ਹੋਈ ਸਿੱਖ ਫੌਜ ਆਪਣੀ ਜਾਨ ਨੂੰ ਪਿਆਰੀ ਕਰਕੇ ਦਰਿਆ ਪਾਰ ਕਰਕੇ ਵਾਪਸ ਆਪਣੇ ਇਲਾਕੇ ਵੱਲ ਨਾ ਆਵੇ ਤੇ ਇਸ ਪ੍ਰਕਾਰ ਸ਼ਹੀਦ ਹੋ ਕੇ ਮਰੇ। ਅਸਲ ਵਿੱਚ ਜਾਪਦਾ ਹੈ ਕਿ ਸ਼ਾਹ ਮੁਹੰਮਦ ਨੂੰ ਤੇਜਾ ਸਿੰਘ ਦੀ ਗੱਦਾਰੀ ਦਾ ਪੂਰਾ ਪਤਾ ਨਹੀਂ ਸੀ ਲੱਗਾ। ਇਸ ਕਰਕੇ ਹੀ ਉਹ ਉਸਦੇ ਨੀਚ ਇਰਾਦੇ ਨੂੰ ਚੰਗੀ ਤਰ੍ਹਾਂ ਸਪਸ਼ਟ ਨਹੀਂ ਕਰ ਸਕਿਆ। ਸ਼ਾਹ ਮੁਹੰਮਦ ਸਿੰਘਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਸੰਬੰਧੀ ਆਪਣਾ ਫੈਸਲਾ ਦਿੰਦਾ ਹੋਇਆ ਲਿਖਦਾ ਹੈ ਕਿ ਇਹ ਹਿੰਦ ਪੰਜਾਬ ਦਾ ਜੰਗ ਸੀ। ਅੰਗਰੇਜ਼ੀ ਰਾਜ ਤੇ ਸਿੱਖ ਰਾਜ ਦੋਹਾਂ ਬਾਦਸ਼ਾਹੀਆਂ ਦੀਆਂ ਫੌਜਾਂ ਬਹੁਤ ਭਾਰੀਆਂ ਸਨ। ਖਾਲਸਾ ਫੌਜ ਇੰਨੀ ਬਹਾਦਰੀ ਨਾਲ ਲੜੀ ਕਿ ਜੇ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਹੁੰਦਾ ਤਾਂ ਉਹ ਉਹਨਾਂ ਦੀ ਬਹਾਦਰੀ ਦਾ ਮੁੱਲ ਪਾਉਂਦਾ। ਜੰਗ ਇੰਨੀ ਭਿਆਨਕ ਸੀ ਕਿ ਆਦਮੀ ਗੋਲੀਆਂ ਨਾਲ ਹੀ ਉੱਡਦੇ ਜਾਂਦੇ ਸਨ। ਹਾਥੀ ਆਪਣੇ ਅਹੁਦਿਆਂ ਸਮੇਤ ਹੀ ਢਹਿ ਰਹੇ ਸਨ। ਖਾਲਸਾ ਫੌਜਾਂ ਤਾਂ ਜਿੱਤੀਆਂ ਪਈਆਂ ਸਨ, ਪਰ ਉਹਨਾਂ ਦੀ ਹਾਰ ਕੇਵਲ ਇਸੇ ਕਾਰਨ ਹੋਈ ਕਿਉਂਕਿ ਉਹਨਾਂ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰ ਤੇ ਕਦਰਦਾਨ ਵਿਅਕਤੀ ਦੇ ਹੱਥ ਵਿੱਚ ਨਹੀਂ ਸੀ। 24ਵਾਂ ਜੰਗ ਹਿੰਦ ਪੰਜਾਬ। ਸ਼ਾਹ ਮੁਹੰਮਦ ਮਹਾਰਾਜਾ ਰਣਜੀਤ ਸਿੰਘ ਕਾਲ ਦਾ ਇੱਕ ਪ੍ਰਸਿੱਧ ਦੇਸ਼ ਭਗਤ ਅਤੇ ਕੌਮੀ ਕਵੀ ਹੋਇਆ ਹੈ। ਉਸਨੇ ਜੰਗ ਹਿੰਦ ਪੰਜਾਬ ਦੀ ਰਚਨਾ ਕਰਕੇ ਸਮੁੱਚੇ ਪੰਜਾਬੀਆਂ ਦੇ ਉਸ ਦਰਦ ਨੂੰ ਬਿਆਨ ਕੀਤਾ ਜਿਹੜਾ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਛਾਗਰਦੀ ਦੇ ਸਿੱਟੇ ਵਜੋਂ ਪੰਜਾਬ ਦੇ ਅੰਗਰੇਜ਼ਾਂ ਦੇ ਅਧੀਨ ਹੋ ਜਾਣ ਕਰਕੇ ਹੋਇਆ। ਸਪਤਿਕਾ ਕਾਵਿ ਸੰਗ੍ਰਹਿ ਵਿੱਚ ਸ਼ਾਹ ਮੁਹੰਮਦ ਦੇ ਇਸ ਜੰਗਨਾਮੇ ਵਿੱਚੋਂ ਕੁਝ ਅੰਸ਼ ਹੀ ਦਿੱਤੇ ਗਏ ਹਨ। ਇਹਨਾਂ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਵਡਿਆਈ ਕਰਨ ਪਿੱਛੋਂ ਕੰਵਲ ਨੌਨਿਹਾਲ ਸਿੰਘ ਤੇ ਰਾਜਾ ਧਿਆਨ ਸਿੰਘ ਦੁਆਰਾ ਮਹਾਰਾਜਾ ਖੜਕ ਸਿੰਘ ਦੇ ਮਿੱਤਰ ਚੇਤ ਸਿੰਘ ਦੇ ਕਤਲ ਦਾ ਜ਼ਿਕਰ ਕੀਤਾ ਹੈ ਤੇ ਦੱਸਦਾ ਹੈ ਕਿ ਇਸ ਤੋਂ ਮਗਰੋਂ ਸਿੱਖ ਦਰਬਾਰ ਵਿੱਚ ਤਲਵਾਰ ਦਾ ਰਾਜ ਕਾਇਮ ਹੋਇਆ। ਖੜਕ ਸਿੰਘ ਦੇ ਮਰਨ ਮਗਰੋਂ ਉਸਦੇ ਸੰਸਕਾਰ ਤੋਂ ਪਰਤਦਿਆਂ ਡਿਓਢੀ ਦਾ ਛੱਜਾ ਡਿੱਗਣ ਨਾਲ ਰਾਜ ਦਾ ਵਾਰਸ ਕੰਵਲ ਨੌਨਿਹਾਲ ਸਿੰਘ ਮਾਰਿਆ ਜਾਂਦਾ ਹੈ। ਫਿਰ ਰਾਣੀ ਚੰਦ ਕੌਰ ਰਾਜਗੱਦੀ ਉੱਤੇ ਬੈਠਦੀ ਹੈ। ਮਗਰੋਂ ਸ਼ਹਿਜ਼ਾਦਾ ਸ਼ੇਰ ਸਿੰਘ ਨੇ ਰਾਜਗੱਦੀ ਸੰਭਾਲ ਕੇ ਰਾਣੀ ਚੰਦ ਕੌਰ ਨੂੰ ਕਤਲ ਕਰ ਦਿੰਦਾ ਹੈ। ਫਿਰ ਅਜੀਤ ਸਿੰਘ ਸੰਧਾਵਾਲੀਆ ਤੇ ਲਹਿਣਾ ਸਿੰਘ ਮਹਾਰਾਜਾ ਸ਼ੇਰ ਸਿੰਘ ਉਸਦੇ ਪੁੱਤਰ ਕੰਵਰ ਪ੍ਰਤਾਪ ਸਿੰਘ ਤੇ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਨੂੰ ਮਾਰਨ ਮਗਰੋਂ ਮਹਾਰਾਜਾ ਰਣਜੀਤ ਸਿੰਘ ਦੇ 5.5 ਸਾਲਾਂ ਦੇ ਪੁੱਤਰ ਦਲੀਪ ਸਿੰਘ ਨੂੰ ਰਾਜਗੱਦੀ ਉੱਤੇ ਬਿਠਾ ਦਿੰਦੇ ਹਨ। ਧਿਆਨ ਸਿੰਘ ਦਾ ਪੁੱਤਰ ਸੰਧਾਵਾਲੀਆ ਨੂੰ ਮਾਰ ਦਿੰਦਾ ਹੈ। ਹੁਣ ਸਿੱਖ ਫੌਜ ਲਾਲਚੀ ਹੋ ਚੁੱਕੀ ਸੀ। ਜਿਹੜਾ ਸਰਦਾਰ ਉਹਨਾਂ ਨੂੰ ਤਨਖਾਹ ਵਧਾਉਣ ਲਈ ਹੋਰ ਇਨਾਮ ਦੇਣ ਦਾ ਲਾਲਚ ਦਿੰਦਾ, ਉਹ ਉਸ ਨਾਲ ਹੀ ਮਿਲ ਜਾਂਦੀ। ਸਿੱਖ ਦਰਬਾਰ ਵਿੱਚ ਨਿੱਤ ਹੁੰਦੇ ਕਤਲਾਂ ਕਾਰਨ ਸਿੱਖ ਸਰਦਾਰਾਂ ਵਿੱਚ ਬੜਾ ਹਰਾਸ ਪੈਦਾ ਹੋ ਗਿਆ। ਕੁਝ ਸਮੇਂ ਮਗਰੋਂ ਫੌਜ ਨੇ ਮਹਾਰਾਜਾ ਦਲੀਪ ਸਿੰਘ ਦੇ ਮਾਮੇ ਜਵਾਹਰ ਸਿੰਘ, ਜੋ ਕਿ ਰਾਣੀ ਜਿੰਦਾ ਦਾ ਭਰਾ ਸੀ, ਨੂੰ ਕਤਲ ਕਰ ਦਿੱਤਾ। ਸਿੱਖ ਦਰਬਾਰ ਦੀ ਇਸ ਹਾਲਤ ਨੇ ਅੰਗਰੇਜ਼ਾਂ ਨੂੰ ਪੰਜਾਬ ਉੱਤੇ ਕਬਜ਼ਾ ਕਰਨ ਲਈ ਉਕਸਾਇਆ। ਉਹਨਾਂ ਦੀ ਛੇੜਛਾੜ ਕਾਰਨ ਅੰਗਰੇਜ਼ਾਂ ਵਿਰੁੱਧ ਚੜ੍ਹਾਈ ਦਾ ਹੁਕਮ ਪਾ ਕੇ ਸਿੱਖ ਫੌਜ ਦੇ ਸੂਰਮੇ ਜੰਗ ਲਈ ਤਿਆਰ ਹੋ ਗਏ।
ਉਹਨਾਂ ਵਿੱਚ ਵੱਡਿਆਂ ਵੱਡਿਆਂ ਕਿਲ੍ਹਿਆਂ ਨੂੰ ਫਤਿਹ ਕਰਨ ਵਾਲੇ ਸੂਰਮੇ ਸ਼ਾਮਿਲ ਹਨ। ਮੁਦਕੀ ਦੇ ਮੈਦਾਨ ਵਿੱਚ ਭਾਰੀ ਲੜਾਈ ਹੋਈ, ਜਿਸਦਾ ਸਪਤਿਕਾ ਕਾਵਿ ਸੰਗ੍ਰਹਿ ਵਿੱਚ ਜ਼ਿਕਰ ਨਹੀਂ। ਇਸ ਪਿੱਛੋਂ ਫੇਰੂ ਸ਼ਹਿਰ ਦੇ ਮੈਦਾਨ ਵਿੱਚ ਭਿਆਨਕ ਯੁੱਧ ਮੱਚਿਆ, ਜਿਸ ਵਿੱਚ ਸਿੱਖ ਫੌਜਾਂ ਨੇ ਅੰਗਰੇਜ਼ਾਂ ਦਾ ਭਾਰੀ ਨੁਕਸਾਨ ਕੀਤਾ। ਹਜ਼ਾਰਾਂ ਅੰਗਰੇਜ਼ ਤੇ ਪੂਰਬੀ ਦੱਖਣੀ ਸਿਪਾਹੀ ਮਾਰੇ ਗਏ। ਅੰਗਰੇਜ਼ ਫੌਜ ਵਿੱਚ ਭਾਜੜ ਪੈ ਗਈ, ਪਰ ਉੱਧਰ ਸਿੱਖ ਫੌਜ ਵੀ ਸਭ ਕੁਝ ਛੱਡ ਕੇ ਦੌੜ ਪਈ। ਫਰੀਦਕੋਟ ਦਾ ਰਾਜਾ ਪਹਾੜਾ ਸਿੰਘ ਸਿੱਖਾਂ ਨਾਲ ਖਾਰ ਖਾਂਦਾ ਸੀ। ਉਸਨੇ ਅੰਗਰੇਜ਼ਾਂ ਨੂੰ ਮੈਦਾਨ ਦੀ ਸਹੀ ਹਾਲਤ ਦੱਸੀ ਤੇ ਕਿਹਾ ਕਿ ਸਿੱਖ ਫੌਜ ਮੈਦਾਨ ਖਾਲੀ ਛੱਡ ਗਈ ਹੈ ਤੇ ਉਹ ਪਿੱਛੇ ਮੁੜ ਕੇ ਮੈਦਾਨ ਸਾਂਭ ਲਵੇ। ਇੱਥੇ ਸ਼ਾਹ ਮੁਹੰਮਦ ਸਿੱਖ ਫੌਜ ਦੇ ਸੈਨਾਪਤੀ ਤੇਜਾ ਸਿੰਘ ਦੀ ਗੱਦਾਰੀ ਨੂੰ ਨੰਗਾ ਨਹੀਂ ਕਰ ਸਕਿਆ, ਜੋ ਕਿ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਸੀ, ਤੇ ਉਹ ਉਦੋਂ ਸਿੱਖ ਫੌਜ ਨੂੰ ਲੈ ਕੇ ਦੌੜਿਆ ਸੀ, ਜਦੋਂ ਕਿ ਅੰਗਰੇਜ਼ਾਂ ਵਿੱਚ ਪਹਿਲਾਂ ਹੀ ਭਾਜੜ ਮੱਚ ਚੁੱਕੀ ਸੀ। ਇਸ ਤੋਂ ਪਿੱਛੋਂ ਅਗਲੀ ਵੱਡੀ ਲੜਾਈ ਸਭਰਾਵਾਂ ਦੇ ਮੈਦਾਨ ਵਿੱਚ ਹੁੰਦੀ ਹੈ, ਜਿਸ ਵਿੱਚ ਮੇਵਾ ਸਿੰਘ, ਮਾਘੇ ਖਾਂ ਤੇ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਬੜੀ ਬਹਾਦਰੀ ਨਾਲ ਲੜਦੇ ਹਨ, ਪਰ ਅੰਤ ਸਿੱਖਾਂ ਨੂੰ ਅੰਗਰੇਜ਼ਾਂ ਦੇ ਹੱਥੋਂ ਹਾਰ ਹੁੰਦੀ ਹੈ। ਇੱਥੇ ਵੀ ਸ਼ਾਹ ਮੁਹੰਮਦ ਸਿੱਖ ਸੈਨਾਪਤੀ ਤੇਜਾ ਸਿੰਘ ਦੀ ਗੱਦਾਰੀ ਨੂੰ ਨੰਗੀ ਨਹੀਂ ਕਰ ਸਕਿਆ। ਉਸਨੇ ਪੁਲ ਵੱਢ ਕੇ ਸਿੱਖ ਫੌਜ ਨੂੰ ਪਿੱਛੋਂ ਪਹੁੰਚ ਰਹੀ ਸਪਲਾਈ ਬੰਦ ਕਰ ਦਿੱਤੀ ਸੀ, ਤੇ ਇਸ ਤਰ੍ਹਾਂ ਉਹ ਸਿੱਖ ਫੌਜ ਨੂੰ ਕੇਵਲ ਹਰਾਉਣ ਦਾ ਹੀ ਨਹੀਂ, ਸਗੋਂ ਉਹਨਾਂ ਦੀ ਤਾਕਤ ਨੂੰ ਪੂਰੀ ਤਰ੍ਹਾਂ ਨਸ਼ਟ ਕਰਨ ਦਾ ਵੀ ਕਾਰਨ ਵੀ ਹੈ। ਸ਼ਾਹ ਮੁਹੰਮਦ ਉਸ ਵੇਲੇ ਦੀ ਪ੍ਰਚਲਿਤ ਦੰਦ ਕਥਾ ਅਨੁਸਾਰ ਮਹਾਰਾਣੀ ਜਿੰਦਾ ਨੂੰ ਗੱਦਾਰ ਮੰਨਦਾ ਹੈ, ਪਰੰਤੂ ਇਤਿਹਾਸਕਾਰਾਂ ਨੇ ਇਸ ਗੱਲ ਨੂੰ ਠੀਕ ਨਹੀਂ ਮੰਨਿਆ। ਸ਼ਾਹ ਮੁਹੰਮਦ ਦਾ ਇਹ ਵਿਚਾਰ ਸੀ ਕਿ ਸਿੱਖਾਂ ਦੀਆਂ ਇਹਨਾਂ ਹਾਰਾਂ ਦਾ ਕਾਰਨ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰ ਤੇ ਕਦਰਦਾਨ ਦੀ ਅਣਹੋਂਦ ਸੀ। ਵੱਡੇ ਵੱਡੇ ਇਤਿਹਾਸਕਾਰਾਂ ਦੀ ਰਾਏ ਨਾਲ ਮੇਲ ਖਾਂਦਾ ਹੈ। ਉਹ ਲਿਖਦਾ ਹੈ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ। ਸਣੇ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਢਾਉਂਦੇ ਸਣੇ ਅੰਬਾਰੀਆਂ ਨੀ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ। ਪੱਛਮੀ ਸੋਨੀ ਮਹੀਵਾਲ। ਫਜ਼ਲ ਸ਼ਾਹ ਮੱਧਕਾਲੀਨ ਪੰਜਾਬੀ ਕਾਵਿ ਦਾ ਇੱਕ ਮਹੱਤਵਪੂਰਨ ਕਵੀ ਹੋਇਆ ਹੈ। ਉਹ ਸੰਕ੍ਰਾਂਤੀ ਕਾਲ ਦਾ ਕਵੀ ਹੈ, ਜਦੋਂ ਕਿ ਪੰਜਾਬੀ ਕਿੱਸਾ ਕਾਵਿ ਆਪਣੀ ਜਵਾਨੀ ਗੁਜ਼ਾਰ ਕੇ ਬੁਢਾਪੇ ਵਿੱਚ ਦਾਖਲ ਹੋ ਚੁੱਕਾ ਸੀ। ਉਸਦਾ ਕਿੱਸਾ ਸੋਨੀ ਮਹੀਵਾਲ ਪੰਜਾਬੀ ਲੋਕਾਂ ਵਿੱਚ ਕਾਫੀ ਹਰਮਨ ਪਿਆਰਾ ਰਿਹਾ ਹੈ। ਇਹ ਇੱਕ ਦੁਖਾਂਤਕ ਰਚਨਾ ਹੈ। ਇਸ ਦਾ ਵਿਸ਼ਾ ਸੋਨੀ ਮਹੀਵਾਲ ਦੀ ਪ੍ਰੀਤ ਦਾ ਦੁਖਾਂਤ ਹੈ। ਸਪਤਿਕਾ ਕਾਵਿ ਸੰਗ੍ਰਹਿ ਵਿੱਚ ਉਸਦੇ ਇਸ ਕਿੱਸੇ ਵਿੱਚੋਂ ਕੁਝ ਅੰਸ਼ ਹੀ ਦਿੱਤੇ ਗਏ ਹਨ, ਜਿਨ੍ਹਾਂ ਦਾ ਵਿਸ਼ਾ ਸੋਨੀ ਮਹੀਵਾਲ ਦੀ ਪ੍ਰੀਤ ਦੇ ਮਹੱਤਵਪੂਰਨ ਅੰਸ਼ ਹਨ। ਆਰੰਭ ਵਿੱਚ ਕਵੀ ਤੁੱਲੇ ਘੁਮਿਆਰ ਦੇ ਘਰ ਸੋਨੀ ਦੇ ਜਨਮ ਲੈਣ ਤੇ ਫਿਰ ਉਸਦੀ ਚੜ੍ਹਦੀ ਜਵਾਨੀ ਤੇ ਖੂਬਸੂਰਤੀ ਦਾ ਜ਼ਿਕਰ ਕਰਦਾ ਹੈ। ਇਸ ਤੋਂ ਪਿੱਛੋਂ ਮਹੀਵਾਲ ਰਾਵੀ ਲੰਘ ਕੇ ਸੋਨੀ ਦੇ ਸ਼ਹਿਰ ਗੁਜਰਾਤ ਵਿੱਚ ਪਹੁੰਚਦਾ ਹੈ, ਜਿੱਥੇ ਉਸਦਾ ਸੋਨੀ ਨਾਲ ਪਿਆਰ ਪੈ ਜਾਂਦਾ ਹੈ, ਪਰ ਸੋਨੀ ਨੂੰ ਉਸਦੇ ਮਾਪੇ ਹੋਰ ਥਾਂ ਵਿਆਹ ਦਿੰਦੇ ਹਨ। ਸੋਨੀ ਮਹੀਵਾਲ ਵਿਚਕਾਰ ਚਿੱਠੀ ਪੱਤਰ ਹੁੰਦਾ ਹੈ ਤੇ ਮਹੀਵਾਲ ਦਰਿਆ ਦੇ ਪਾਰਲੇ ਕੰਢੇ ਡੇਰਾ ਲਾ ਲੈਂਦਾ ਹੈ। ਉਹ ਹਰ ਰੋਜ਼ ਰਾਤ ਨੂੰ ਸੋਨੀ ਨੂੰ ਦਰਿਆ ਪਾਰ ਕਰਕੇ ਮਿਲਦਾ ਹੈ ਤੇ ਉਸ ਲਈ ਮੱਛੀ ਭੁੰਨ ਕੇ ਲਿਆਉਂਦਾ ਹੈ। ਇੱਕ ਦਿਨ ਮੱਛੀ ਨਾ ਮਿਲਣ ਦੀ ਸੂਰਤ ਵਿੱਚ ਉਸਨੇ ਆਪਣੇ ਪੱਟ ਦਾ ਮਾਸ ਵੱਢ ਕੇ ਭੁੰਨ ਲਿਆ। ਮਾਸ ਖਾਣ ਵੇਲੇ ਸੋਨੀ ਨੂੰ ਅਸਲੀ ਗੱਲ ਦਾ ਪਤਾ ਲੱਗਾ। ਉਸਨੇ ਮਹੀਵਾਲ ਦਾ ਸਿਦਕ ਤੇ ਕੁਰਬਾਨੀ ਦੇਖ ਕੇ ਕਿਹਾ ਕਿ ਹੁਣ ਉਹ ਅੱਗੋਂ ਆਪ ਨਾ ਮਿਲਣ ਆਇਆ ਕਰੇ, ਸਗੋਂ ਉਹ ਆਇਆ ਕਰੇਗੀ। ਫਿਰ ਸੋਨੀ ਹਰ ਰੋਜ਼ ਘੜੇ ਉੱਤੇ ਦਰਿਆ ਪਾਰ ਕਰਕੇ ਮਹੀਵਾਲ ਨੂੰ ਮਿਲਣ ਲਈ ਜਾਣ ਲੱਗੀ। ਇੱਕ ਰਾਤ ਸੋਨੀ ਹਾਰ ਸ਼ਿੰਗਾਰ ਲਾ ਕੇ ਦਰਿਆ ਵੱਲ ਗਈ। ਉਸਦੀ ਨਨਾਣ ਨੂੰ ਜਾਗ ਆ ਗਈ ਤੇ ਉਹ ਵੀ ਉਸਦੇ ਮਗਰ ਹੀ ਚੱਲ ਪਈ। ਉਸਨੇ ਦੇਖਿਆ ਕਿ ਸੋਨੀ ਪੱਕੇ ਘੜੇ ਉੱਪਰ ਦਰਿਆ ਪਾਰ ਕਰਕੇ ਯਾਰ ਨੂੰ ਮਿਲਣ ਲਈ ਜਾਂਦੀ ਹੈ ਤੇ ਘੜੇ ਨੂੰ ਮੁੜ ਬੂਟਿਆਂ ਵਿੱਚ ਲੁਕਾ ਆਉਂਦੀ ਹੈ। ਨਨਾਣ ਨੇ ਉਸ ਨੂੰ ਤਾਂ ਕੁਝ ਨਾ ਕਿਹਾ, ਪਰ ਗੁੱਸਾ ਖਾ ਕੇ ਪਰਤ ਆਈ। ਉਸਨੇ ਦੁਕਾਨ ਤੋਂ ਕੱਚਾ ਘੜਾ ਚੁੱਕਿਆ ਤੇ ਉਸਨੂੰ ਸੋਨੀ ਦੇ ਪੱਕੇ ਘੜੇ ਨਾਲ ਵਟਾ ਦਿੱਤਾ। ਅਗਲੇ ਦਿਨ ਅੱਧੀ ਰਾਤ ਮਗਰੋਂ ਸੋਨੀ ਪੀਰ ਫਕੀਰ ਬਣਾ ਕੇ ਯਾਰ ਨੂੰ ਮਿਲਣ ਲਈ ਤੁਰ ਪਈ। ਉਹ ਰਾਤ ਬੜੀ ਭਿਆਨਕ ਸੀ।
ਭਾਰੀ ਤੂਫਾਨ ਝੁੱਲਿਆ ਹੋਇਆ ਸੀ ਤੇ ਦਰਿਆ ਦਾ ਪਾਣੀ ਬਹੁਤ ਚੜ੍ਹਿਆ ਹੋਇਆ ਸੀ। ਸੋਹਣੀ ਨੇ ਜਦੋਂ ਘੜਾ ਚੁੱਕਿਆ ਤਾਂ ਉਸਨੂੰ ਉਹ ਕੱਚਾ ਪ੍ਰਤੀਤ ਹੋਇਆ, ਪਰ ਉਸਨੇ ਇਸ ਨੂੰ ਆਪਣੀ ਕਿਸਮਤ ਅਨੁਸਾਰ ਵਾਪਰੀ ਹੋਣੀ ਸਮਝਿਆ। ਉਸਨੇ ਫੈਸਲਾ ਕੀਤਾ ਕਿ ਉਹ ਪਿੱਛੇ ਮੁੜ ਕੇ ਇਸ਼ਕ ਨੂੰ ਦਾਗ ਨਹੀਂ ਲਵਾਏਗੀ, ਸਗੋਂ ਇਸ ਘੜੇ ਉੱਪਰ ਤਰ ਕੇ ਯਾਰ ਨੂੰ ਮਿਲਣ ਦਾ ਯਤਨ ਕਰਦੀ ਹੋਈ ਆਪਣੀ ਜਾਨ ਦੇ ਦੇਵੇਗੀ। ਸੋਹਣੀ ਕੱਚਾ ਘੜਾ ਲੈ ਕੇ ਦਰਿਆ ਦੇ ਡੂੰਘੇ ਪਾਣੀ ਵਿੱਚ ਠਿੱਲ ਗਈ। ਜਲਦੀ ਹੀ ਪਾਣੀ ਨਾਲ ਘੜਾ ਖੁਰ ਗਿਆ ਤੇ ਉਹ ਖੋਤੇ ਖਾਣ ਲੱਗੀ। ਉਸਨੇ ਅੱਲਾ ਨੂੰ ਪੁਕਾਰਦਿਆਂ ਤੇ ਮਹੀਵਾਲ ਨੂੰ ਯਾਦ ਕਰਦਿਆਂ ਆਪਣੀ ਜਾਨ ਦੇ ਦਿੱਤੀ। ਉੱਧਰ ਸੋਹਣੀ ਨੂੰ ਪੁਕਾਰਦਿਆਂ ਮਹੀਵਾਲ ਨੇ ਦਰਿਆ ਵਿੱਚ ਛਾਲ ਮਾਰੀ ਤੇ ਸੋਹਣੀ ਦੇ ਗਲ ਨਾਲ ਲੱਗ ਗਿਆ। ਇਸ ਤਰ੍ਹਾਂ ਦੋਹਾਂ ਪ੍ਰੇਮੀਆਂ ਦੇ ਮਿਲਾਪ ਨਾਲ ਉਹਨਾਂ ਦੇ ਦਿਲ ਵਿੱਚ ਮੱਗਦੀ ਵਿਛੋੜੇ ਦੀ ਅੱਗ ਸ਼ਾਂਤ ਹੋ ਗਈ। ਇਸ ਪ੍ਰਕਾਰ ਸੋਹਣੀ ਮਹੀਵਾਲ ਦੀ ਪ੍ਰੀਤ ਕਹਾਣੀ, ਜਿਸ ਦਾ ਅੰਤ ਦੁਖਾਂਤ ਵਿੱਚ ਹੁੰਦਾ ਹੈ,